ਜਿਹੜਾ ਇਹ ਕੰਮ ਸੀਗਾ ਇਹ ਸੈਂਟਰ ਤੋਂ ਪੈਸਾ ਆਉਂਦਾ ਸੀਗਾ ਜੀ, ਤੇ ਉਹਦੇ ਬਾਅਦ ਦੇ ਵਿੱਚ ਸਾਰਾ ਪੈਸਾ ਡਿਸਟ੍ਰਿਕਟ ਹੋ ਜਾਂਦਾ ਸੀ। ਡਿਸਟ੍ਰਿਕਟ ਤੋਂ ਬਾਅਦ ਸਾਰਾ ਪੈਸਾ ਬਲਾਕਾਂ ਜਾਂਦਾ ਸੀ ਵੰਡ ਹੋ ਕੇ ਜੀ। ਤੇ ਉਸ ਤੋਂ ਬਾਅਦ ਸਕੂਲਾਂ ਦੀ ਡਿਮਾਂਡ ਦੇ ਅਕੋਰਡਿੰਗ, ਉਹਨਾਂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਸਾਰਾ ਪੈਸਾ ਸਕੂਲਾਂ ਤੱਕ ਪਹੁੰਚਦਾ ਸੀਗਾ। ਤੇ ਜਿੰਨਾ ਵੀ ਸੈਂਟਰ ਸਕੀਮ ਅਧੀਨ ਪੈਸਾ ਆ ਰਿਹਾ ਵਾ, ਉਹ ਸਾਰਾ ਪੈਸਾ ਹੁਣ ਸੈਂਟਰ ਨੇ ਸਾਰੇ ਰਾਜਾਂ ਦੇ ਉੱਤੇ ਇੰਪਲੀਮੈਂਟ ਕਰਤਾ ਕਿ ਉਹ ਪਬਲਿਕ ਫਾਈਨਾਂਸ ਮੈਨੇਜਮੈਂਟ ਸਿਸਟਮ ਮਤਲਬ PFMS ਰਾਹੀਂ ਹੀ ਭੇਜਿਆ ਜਾਵੇਗਾ। ਤੇ ਇਹ ਜਿਹੜਾ PFMS ਹੈਗਾ ਜੀ, ਇਹ ਇੱਕ ਸੈਂਟਰ ਵੱਲੋਂ ਚਲਾਈ ਗਈ ਹੈ ਪੋਰਟਲ ਹੈ, ਜਿੰਦੇ ਵਿੱਚ ਜਿੰਨਾ ਪੈਸਾ ਸੈਂਟਰ ਭੇਜਦਾ ਵਾ, ਇਹ ਸਾਰਾ ਪੈਸਾ PFMS ਰਾਹੀਂ ਹੀ ਸਕੂਲਾਂ ਤੱਕ ਪਹੁੰਚਿਆ ਕਰੇਗਾ ਹੁਣ ਤੋਂ। ਤੇ PFMS ਦੇ ਰਾਹੀਂ ਹੀ ਸਕੂਲ ਖਰਚਾ ਕਰਨਗੇ ਤੇ ਇਹਦੇ ਵਿੱਚ ਐਂਟਰੀ ਪਾਇਆ ਕਰਨਗੇ ਸਕੂਲ ਕਿ ਹਾਂ ਵੀ ਪੈਸਾ ਕਿਵੇਂ ਖਰਚਣਾ ਵਾ। ਤੇ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਦਾ ਵਾ, ਉਹ ਇਹ ਹੈ ਕਿ ਸਾਰਿਆਂ ਨੇ ਇਸ ਚੀਜ਼ ਤੋਂ ਘਬਰਾਉਣਾ ਨਹੀਂ ਬਿਲਕੁਲ, ਕਿਉਂਕਿ ਨਵਾਂ ਸਿਸਟਮ ਹੈ ਕਿ ਹਾਂ ਵੀ ਜਿਵੇਂ ਆਪਾਂ ਸੋਚ ਲਏ ਕਿ ਕਿੰਨਾ ਕਰ ਪ੍ਰੈਸ਼ਰ ਆ ਰਿਹਾ ਵਾ, ਉਹ ਇਹ ਬਿਲਕੁਲ ਬਹੁਤ ਸੌਖੀ ਚੀਜ਼ ਹੈ। ਤੇ ਇਹਦੇ ਰਿਲੇਟਡ ਮੈਂ PFMS ਰਿਲੇਟਡ ਤੁਹਾਨੂੰ ਥੋੜਾ ਜਿਹਾ ਬਰੀਫ ਕਰਨਾ ਚਾਹੂੰਗਾ ਕਿ ਇਹਦੇ ਵਿੱਚ ਜਿੰਨੇ ਵੀ ਆਪਾਂ ਖਰਚਾ ਕਰਨਾ ਵਾ, ਜਿਵੇਂ ਆਪਾਂ ਮੈਂ ਤੁਹਾਨੂੰ ਪਹਿਲੇ ਦੱਸਣਾ ਚਾਹੂੰਗਾ ਕਿ ਪਹਿਲਾ ਸਿਸਟਮ ਕੀ ਚੱਲ ਰਿਹਾ ਵਾ। ਪਹਿਲਾ ਸਿਸਟਮ ਸਮਗਰਾ ਅਧੀਨ ਤੇ ਮਿਡ ਡੇ ਮੀਲ ਦੇ ਅਧੀਨ, ਦੋਨਾਂ ਅਧੀਨ ਜਿਹੜੀਆਂ ਗਰੰਟਾਂ ਆਉਂਦੀਆਂ ਸੀ, ਅਸੀਂ ਜਿਹੜਾ ਖਰਚਾ ਕਰਦੇ ਸੀਗੇ ਉਹ ਚੈੱਕ ਰਾਹੀਂ ਕਰਦੇ ਸੀਗੇ। ਕਿਸੇ ਵੀ ਪਾਰਟੀ ਤੋਂ ਆਪਾਂ ਬਿੱਲ ਲੈਣਾ ਵਾ, ਤੇ ਬਿੱਲ ਲੈ ਕੇ ਉਹਨੂੰ ਜਿੰਨੀ ਅਦਾਇਗੀ ਕਰਨੀ ਹੈ, ਸਪੋਜ਼ ਕਰੋ ਸਕੂਲ ਯੂਨੀਫਾਰਮ ਦੀ ਗ੍ਰਾਂਟ ਖਰਚ ਰਹੇ ਆ, ਕੋਈ ਸਕੂਲ ਗ੍ਰਾਂਟ ਖਰਚ ਰਹੇ ਆ, ਜਾਂ ਕੋਈ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਦਾ ਪੈਸਾ ਖਰਚ ਰਹੇ ਆ, ਜਾਂ ਮਿਡ ਡੇ ਮੀਲ ਦੇ ਕੁੱਕਾਂ ਦੀ ਤਨਖਾਹ ਦੇ ਰਹੇ ਆ, ਤਾਂ ਉਹ ਸਾਰੇ ਦਾ ਸਾਰਾ ਪੈਸਾ ਅਸੀਂ ਇੱਕ ਚੈੱਕ ਰਾਹੀਂ ਬੈਂਕ ਨੂੰ ਇੰਸਟਰਕਸ਼ਨ ਦਿੰਦੇ ਸੀਗੇ ਕਿ ਆਹ ਚੈੱਕ ਦੇ ਵਿੱਚ ਦੇ ਥਰੂ ਜਿਹੜੀ ਪਾਰਟੀ ਉਹਨੂੰ ਪੇਮੈਂਟ ਕਰ ਦਿੱਤੀ ਜਾਵੇ। ਤੇ ਜਿਹੜਾ ਆਪਣਾ ਰੂਲ ਦੇ ਮੁਤਾਬਕ ਆਪਾਂ ਉਹਨਾਂ ਤੋਂ ਸਾਰਿਆਂ ਤੋਂ ਬਿੱਲ ਪ੍ਰਾਪਤ ਕਰਦੇ ਹੁੰਦੇ ਸੀ ਕਿ ਠੀਕ ਹੈ ਜੀ ਯੂਨੀਫਾਰਮ ਦੇ ਬਿੱਲ ਲੈ ਲਏ, ਉਹਦਾ ਬਿੱਲ ਜਿਹੜਾ ਹੈਗਾ ਵਾ ਉਸ ਤੋਂ ਬਾਅਦ ਫਰਮ ਦੇ ਨਾਂ ਦੇ ਉੱਤੇ ਚੈੱਕ ਕੱਟ ਕੇ ਫਰਮ ਦੇ ਨਾਂ ਤੇ ਅਦਾਇਗੀ ਕਰਤੀ, ਦੈਟਸ ਇਟ। ਇਹ ਕੰਮ ਪਹਿਲਾਂ ਚੱਲਦਾ ਹੁੰਦਾ, ਅੱਜ ਤੱਕ ਚੱਲਦਾ ਆ ਰਿਹਾ ਸੀ। ਹੈਲੋ ਤੇ ਹਾਂਜੀ ਆਵਾਜ਼ ਜਸਪ੍ਰੀਤ ਨਹੀਂ ਆ ਜੀ, ਰਹੀ ਆਵਾਜ਼ ਸਰ। ਆ ਰਹੀ ਹੈ ਜੀ? आ रही है सर, आ रही है। ਠੀਕ ਹੈ ਜੀ, ਪਲੀਜ਼ ਮਿਊਟ ਰੱਖੋ ਜੀ ਸਾਰੇ ਜਣੇ ਆਪਣੇ ਮਾਈਕ ਜਿਹੜੇ ਪਿੱਛੇ। ਤੇ ਇਹਦੇ ਰਿਲੇਟਡ ਮੈਂ ਤੁਹਾਨੂੰ ਦੱਸ ਰਿਹਾ ਕਿ ਹਾਂਜੀ ਹਾਂਜੀ ਸਰ ਆ ਰਹੀ ਹੈ ਜੀ ਆਵਾਜ਼। ਓਕੇ ਜੀ, ਓਕੇ। ਤੇ ਇਹਦੇ ਨਾਲ ਰਿਲੇਟਡ ਜਿਹੜਾ ਹੈਗਾ PFMS ਦਾ ਜਿਹੜੇ ਵਿੱਚ ਹੁਣ ਪ੍ਰੋਸੈਸ ਚੱਲ ਪਿਆ ਵਾ, ਇਹ ਆਪਾਂ ਖਰਚਾ ਜਿਹੜਾ ਸੀਗਾ ਸਾਰਾ ਦਾ ਸਾਰਾ ਚੈੱਕ ਰਾਹੀਂ ਕਢਾਉਂਦੇ ਸੀ ਪੇਮੈਂਟਾਂ। ਹੁਣ ਜਿਹੜਾ ਖਰਚਾ ਉਹ ਤੁਹਾਡਾ PFMS ਰਾਹੀਂ ਹੋਇਆ ਕਰੇਗਾ। ਤੁਸੀਂ PFMS ਦੇ ਵਿੱਚ ਜਿਵੇਂ ਮੋਸਟਲੀ ਸਕੂਲਾਂ ਨੂੰ ਪਤਾ ਕਿ ਜਿਵੇਂ ਤਨਖਾਹ ਦੇ ਬਿੱਲ ਬਣਦੇ ਆ IHRMS ਦੇ ਵਿੱਚ, ਸਿਮਿਲਰਲੀ PFMS ਦੇ ਵਿੱਚ ਬਿੱਲ ਜਨਰੇਟ ਹੋਏਗਾ, ਤੇ ਉਹ ਜਿਹੜਾ ਬਿੱਲ ਹੈ ਉਹ ਤੁਸੀਂ ਬੈਂਕ ਨੂੰ ਦੋਗੇ ਤੇ ਬੈਂਕ ਤੁਹਾਡੇ ਬਿਹਾਫ ਦੇ ਉੱਤੇ ਪੇਮੈਂਟ ਕਰ ਦੇਗਾ, ਦੈਟਸ ਇਟ। ਹੁਣ ਚੈੱਕ ਦਾ ਸਿਸਟਮ ਖਤਮ ਹੋ ਗਿਆ ਵਾ, ਆਪਾਂ ਨੂੰ ਚੈੱਕ ਬੁੱਕ ਨਹੀਂ ਮਿਲੇਗੀ, ਤੇ ਜੇ ਕਿਸੇ ਕੋ ਆਏਗੀ ਵੀ ਉਹ ਮਤਲਬ ਕਿ ਐਪਲੀਕੇਬਲ ਨਹੀਂ ਹੋਏਗੀ ਕਿ ਉਹਦੇ ਰਾਹੀਂ ਆਪਾਂ ਮਤਲਬ ਕਿ ਖਰਚਾ ਕਰ ਸਕੀਏ। ਤੇ ਸਾਰਾ ਖਰਚਾ ਹੁਣ PFMS ਰਾਹੀਂ ਹੋਏਗਾ। ਇਹਦੇ ਵਿੱਚ ਮਤਲਬ ਕਿ ਤੁਹਾਨੂੰ ਕੋਈ ਜ਼ਿਆਦਾ ਲੰਬਾ ਚੌੜਾ ਕੰਮ ਕਰਨ ਦੀ ਲੋੜ ਨਹੀਂ, ਕੋਈ ਘਬਰਾਉਣ ਦੀ ਲੋੜ ਨਹੀਂ। ਇਹ ਸਿੰਪਲ, ਆਪਾਂ ਜੇ ਆਸਾਨ ਸ਼ਬਦਾਂ 'ਚ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਇਹਦੇ ਵਿੱਚ ਹੁਣ ਪੇਮੈਂਟ ਕਿਵੇਂ ਹੋਇਆ ਕਰੇਗੀ। ਸਿਰਫ ਇੱਕ ਛੋਟੀ ਜਿਹੀ ਸਮਝਣ ਦੀ ਚੀਜ਼ ਇਹ ਹੈ ਕਿ ਜਿਵੇਂ ਆਪਾਂ ਬੈਂਕ ਅਕਾਊਂਟ, ਆਪਣਾ ਪਰਸਨਲ ਬੈਂਕ ਅਕਾਊਂਟ ਲੌਗਇਨ ਕਰਦੇ ਹਾਂ, ਪਰਸਨਲ ਜਿਵੇਂ ਸੇਵਿੰਗ ਅਕਾਊਂਟ ਚਲਾਉਂਦੇ ਆ, ਤਨਖਾਹ ਵਾਲਾ ਖਾਤਾ, ਜੇ ਆਪਾਂ ਕਿਸੇ ਨੂੰ ਆਨਲਾਈਨ ਪੇਮੈਂਟ ਕਰਦੇ ਆ, ਨੈਟ ਬੈਂਕਿੰਗ ਰਾਹੀਂ ਪੇਮੈਂਟ ਕਰਦੇ ਆ, ਉਦਾਂ ਹੀ ਪੇਮੈਂਟ ਇਹਦੇ ਵਿੱਚੋਂ ਇੱਕ ਆਪਸ਼ਨ ਮਿਲ ਜਾਏਗੀ ਆਪਾਂ ਨੂੰ PFMS ਰਾਹੀਂ ਪੇਮੈਂਟ ਕਰਨ ਦੀ, ਕਿ ਜਿਵੇਂ ਆਪਾਂ ਪਰਸਨਲ ਖਾਤੇ ਦੇ ਵਿੱਚੋਂ ਸੈਲਰੀ ਅਕਾਊਂਟ, ਸੇਵਿੰਗ ਅਕਾਊਂਟ ਦੇ ਵਿੱਚੋਂ, ਕਿਸੇ ਵੀ ਸੇਵਿੰਗ ਅਕਾਊਂਟ ਦੇ ਵਿੱਚੋਂ ਅਸੀਂ ਕੋਈ ਪੇ ਡਿਟੇਲ ਐਡ ਕਰਦੇ ਆ। ਪੇ ਡਿਟੇਲ ਦੇ ਵਾਸਤੇ ਸਾਨੂੰ ਕੀ ਚੀਜ਼ ਦੀ ਲੋੜ ਹੁੰਦੀ ਆ, ਉਹ ਜਿਹੜੇ ਬੰਦੇ ਨੂੰ ਪੇਮੈਂਟ ਕਰਨੀ ਹੈ ਉਹਦਾ ਅਕਾਊਂਟ ਨੰਬਰ, ਉਹਦਾ ਨਾਮ, ਉਹਦਾ ਬੈਂਕ ਦਾ IFSC ਕੋਡ, ਬੈਂਕ ਦਾ ਨਾਮ, ਆਹ ਚਾਰ ਚੀਜ਼ਾਂ ਦੀ ਲੋੜ ਹੁੰਦੀ ਹੈ। ਤੇ ਕਿੰਨੀ ਅਮਾਊਂਟ ਕਰਨੀ ਹੈ, ਡਿਜ਼ਾਇਰੇਬਲ ਅਮਾਊਂਟ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਜੀ, ਆਹ ਚੀਜ਼ ਹੈਗੀ ਹੈ। ਤੇ ਬਸ ਉਸ ਤੋਂ ਬਾਅਦ ਅਸੀਂ ਉਹਨੂੰ ਪੇਮੈਂਟ ਤੇ ਮਤਲਬ ਕਿ ਜਦੋਂ ਪੇਮੈਂਟ ਕਰਨੀ ਹੈ ਆਪਾਂ ਉਹਨਾਂ ਨੂੰ ਅਮਾਊਂਟ ਭਰ ਕੇ ਉਹਨਾਂ ਦੇ ਨਾਮ ਦੇ ਉੱਤੇ ਅੱਗੇ ਟ੍ਰਾਂਸਫਰ ਕਰ ਦੇਣੀ ਹੈ ਤੇ ਆਪਣੀ ਪੇਮੈਂਟ ਪ੍ਰੋਸੈਸ ਹੋ ਜਾਏਗੀ, ਦੈਟਸ ਇਟ। ਉਹਦੇ ਵਿੱਚ ਕੀ ਹੈ ਕਿ ਅਸੀਂ ਆਨਲਾਈਨ ਕਲਿੱਕ ਕਰਨ ਤੋਂ ਬਾਅਦ ਛੱਡ ਦਿੰਦੇ ਆ ਕਿ ਠੀਕ ਹੈ ਜੀ ਪੇਮੈਂਟ ਆਪਣੇ ਆਪ ਪ੍ਰੋਸੈਸ ਹੋ ਜਾਏਗੀ। ਬਟ ਇਹਦੇ ਵਿੱਚ ਕੀ ਹੋਏਗਾ, ਅਸੀਂ ਆਨਲਾਈਨ ਕਲਿੱਕ ਕਰਤਾ ਕਿ ਠੀਕ ਹੈ ਜੀ ਇਸ ਬੰਦੇ ਨੂੰ ਪੇਮੈਂਟ ਹੋ ਜਾਵੇ, ਬਸ ਉਸ ਤੋਂ ਬਾਅਦ ਕੀ ਹੈ ਕਿ ਉਹ ਇੱਕ ਡਾਕੂਮੈਂਟ ਪ੍ਰਿੰਟ ਆਊਟ ਕੱਢ ਕੇ ਅਸੀਂ ਬੈਂਕ ਨੂੰ ਵੀ ਨਾਲ ਦੇਣਾ ਹੁੰਦਾ ਵਾ, ਤਾਂ ਕਿ ਬੈਂਕ ਦੇ ਕੋਲ ਇਨਫੋਰਮੇਸ਼ਨ ਫਿਜ਼ੀਕਲੀ ਪਹੁੰਚੇਗੀ ਤੇ ਬੈਂਕ ਉਸ ਚੀਜ਼ ਨੂੰ ਪ੍ਰੋਸੈਸ ਕਰੇਗਾ। ਬਸ ਇੰਨਾ ਕਰ ਕੰਮ ਹੈ ਜੀ PFMS ਦੇ ਵਿੱਚ। ਤੇ ਹੁਣ ਇਹਦੇ ਵਿੱਚ ਜਿਹੜੀ ਤੁਹਾਡੇ ਨਾਲ ਅਸੀਂ ਸਕਰੀਨ ਸ਼ੇਅਰ ਕੀਤੀ ਹੈ, ਇਹ ਇੱਕ ਹੈਗੀ PPT ਦੀ। ਇਹ PPT ਕੀ ਹੈ ਕਿ ਇਹਦੇ ਵਿੱਚ ਡਿਟੇਲਡ ਇਨਫੋਰਮੇਸ਼ਨ ਹੈ ਸਾਰੀ, ਕਿ ਜਿਹੜੀ ਆਪਾਂ PFMS ਕੰਮ ਕੀ ਕਰਨਾ ਵਾ। ਇਹ ਲਗਭਗ 75 ਪੇਜਾਂ ਦੀ PPT ਹੈ, ਬਟ ਆਪਣੇ ਨਾਲ ਰਿਲੇਟਡ ਕੋਈ 5-7 ਪੇਜ ਹੀ ਨੇ ਜਿਹੜੇ ਸਕੂਲ ਲੈਵਲ ਤੇ ਵਰਕਿੰਗ ਹੋਣਗੇ। ਤੇ ਇਹਦੇ ਵਿੱਚ ਕੀ ਹੋਏਗਾ, ਜਿਹੜੇ ਤੁਸੀਂ 5-7 ਪੇਜ ਹੋਣਗੇ, ਇਹ ਅਸੀਂ ਸਾਰੀ PPT ਤੁਹਾਨੂੰ ਸ਼ੇਅਰ ਕਰ ਦਾਂਗੇ। ਤੇ
ਇਹਦਾ ਮਤਲਬ ਕਿ ਇਹ ਜਿਹੜੀ ਅੱਜ ਦੀ ਟ੍ਰੇਨਿੰਗ ਹੈ ਇੱਕ ਇੰਟਰੋਡਕਸ਼ਨ ਟ੍ਰੇਨਿੰਗ ਹੈ, ਠੀਕ ਹੈ ਜੀ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤੁਹਾਡੇ ਉੱਤੇ ਪੂਰਾ ਕੰਮ ਮਤਲਬ ਕਿ ਸੁੱਟਦਾ ਕਿ ਤੁਸੀਂ ਅੱਜ ਤੋਂ ਬਾਅਦ ਜੀ ਇਦਾਂ ਹੀ ਕਰਨਾ। ਜੇ ਕਿਸੇ ਨੂੰ ਕੋਈ ਦਿੱਕਤ ਆਏਗੀ ਤਾਂ ਜਗਜੀਤ ਸਰ ਸਾਡੇ ਨਾਲ ਹੈਗੇ ਨੇ ਤੇ ਅਵੇਲੇਬਲ ਹੈ, ਉਹ ਤੁਹਾਡੇ ਨਾਲ ਹਮੇਸ਼ਾ ਤੁਹਾਡੀ ਹੈਲਪ ਕਰਨਗੇ। ਜਾਂ ਬਲਾਕ ਪੱਧਰ ਤੇ ਕੋਈ ਹੋਰ ਅਧਿਕਾਰੀ ਅਲੋਟ ਕੀਤੇ ਹੋਏ ਨੇ ਜਿਹੜੇ ਕਿ ਤੁਹਾਡੇ ਨਾਲ ਜਿਹੜਾ ਕਦੀ ਫਿਊਚਰ 'ਚ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਨੂੰ ਦਿੱਕਤ ਆਉਂਦੀ ਕੰਮ ਕਰਨ ਦੇ ਵਿੱਚ, ਉਹ ਸਾਰਿਆਂ ਨੂੰ ਅਸੀਂ ਮਤਲਬ ਕਿ ਚੈੱਕ ਮਤਲਬ ਕਿ ਸਰਵਿਸ ਦੇਵਾਂਗੇ ਕਿ ਕਿਸੇ ਨੂੰ ਕੋਈ ਦਿੱਕਤ ਫਿਊਚਰ 'ਚ ਨਾ ਆਵੇ। ਤੇ ਜੇ ਸਾਡੇ ਲੈਵਲ ਦਾ ਕੰਮ ਨਹੀਂ ਹੋਏਗਾ ਅਸੀਂ ਅੱਗੇ ਸਟੇਟ ਤੋਂ ਹੀ ਮਦਦ ਲਵਾਂਗੇ। ਕੁਝ ਹਾਲੇ ਤੱਕ ਇਦਾਂ ਦੇ ਟੌਪਿਕ ਹੈਗੇ ਆ ਕਿ ਜਿਹੜੇ ਕਿ ਹਲੇ ਇਹਦੇ ਵਿੱਚ ਇੰਪਰੂਵ ਹੋਣ ਦੀ ਲੋੜ ਹੈਗੀ ਆ, ਠੀਕ ਹੈ ਜੀ। ਤੇ ਹੁਣ ਸਾਰਿਆਂ ਨੇ ਪਲੀਜ਼ ਇੱਕ ਗੱਲ ਦਾ ਧਿਆਨ ਰੱਖਣਾ, ਜਦੋਂ ਪੀਐਫਐਮ ਦੇ ਵਿੱਚ ਹੁਣ ਦੇਖੋ ਸਾਰਿਆਂ ਦਾ ਸਮਗਰਾ ਦੇ ਖਾਤੇ ਬੰਦ ਹੋ ਚੁੱਕੇ ਨੇ, ਸਾਰਿਆਂ ਨੂੰ ਪਤਾ ਵਾ ਸਮਗਰਾ ਦੇ ਅਕਾਊਂਟ ਬੰਦ ਹੋ ਚੁੱਕੇ ਨੇ। ਸਮਗਰਾ ਦੇ ਉਸ ਤੋਂ ਬਾਅਦ ਜਿਹੜੇ ਮਿਡ ਡੇ ਮੀਲ ਦੇ ਖਾਤੇ ਆ ਇਹਨਾਂ ਦੇ ਵੀ ਲੈਟਰ ਨਿਕਲ ਗਈ ਹੈ ਕਿ ਤੁਸੀਂ ਜਿਹੜੇ ਫੰਡਸ ਨੇ ਆਪਣੇ ਕਢਵਾ ਕੇ ਤੇ ਅੱਗੇ ਫਰਦਰ ਸਿਰਫ ਵਿਆਜ ਦਾ ਪੈਸਾ। ਸਰ ਆਵਾਜ਼ ਨਹੀਂ ਆ ਰਹੀ। ਆਵਾਜ਼ ਦੇਖੋ ਜੀ ਬਾਕੀ ਕਿਸੇ ਹੋਰ ਨੂੰ ਆ ਰਹੀ ਹੈ ਜੀ? ਸਾਰਿਆਂ ਨੂੰ ਆਵਾਜ਼? ਹਾਂਜੀ ਹਾਂਜੀ ਸਰ, ਸਾਫ਼ ਆ ਰਹੀ ਹੈ ਆਵਾਜ਼ ਜੀ ਐਨ। ਹੋ ਸਕਦਾ Okay ਮੈਡਮ ਹੈ ਹਾਂਜੀ ਆ ਰਹੀ ਹੈ ਸਰ ਜੀ। ਨੈਟਵਰਕ ਦੀ ਪ੍ਰੋਬਲਮ ਹੋਵੇ ਤਾਂ ਨਹੀਂ ਆਵਾਜ਼ ਆ ਸਕਦੀ ਹੈ, ਤੇ ਤੁਸੀਂ ਪਲੀਜ਼ ਨੈਟਵਰਕ ਦੇ ਏਰੀਆ 'ਚ ਜਾ ਕੇ ਕਨੈਕਟ ਕਰੋ ਜੀ। ਤੇ ਦੇਖੋ ਜੀ ਹੁਣ ਜਿਹੜਾ ਨੈਕਸਟ ਹੈਗਾ ਵਾ ਪ੍ਰੋਸੈਸ ਆਪਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਖਾਤਿਆਂ ਦੇ ਰਿਲੇਟਡ। ਸਮਗਰਾ ਦੇ ਖਾਤੇ ਸਾਰੇ ਬੰਦ ਹੋ ਚੁੱਕੇ ਨੇ, ਕਿਸੇ ਦੇ ਸਕੂਲ ਪੱਧਰ ਤੇ ਕੋਈ ਬਕਾਇਆ ਨਹੀਂ ਹੈਗਾ। ਹੁਣ ਸਮਗਰਾ ਦੇ ਖਾਤੇ ਦਾ ਲੈਟਰ ਨਿਕਲ ਚੁੱਕੇ, ਬੰਦ ਕਰਵਾ ਚੁੱਕੇ, ਸਕੂਲ ਵਾਲੇ ਸਾਰੇ ਐਕਟੀਵਿਟੀ ਕਰ ਚੁੱਕੇ ਆ। ਤੇ ਹੁਣ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਿੰਦਾ ਕਿ ਸਾਰਿਆਂ ਦੇ ਖਾਤੇ ਐਕਸਿਸ ਜਿਹੜਾ ਸਮਗਰਾ ਜਿਹੜੀ ਆਪਣੇ ਸਮਗਰਾ ਦੀ ਸਕੀਮ ਹੈ ਉਹਦੇ ਹੈਗੇ ਐਕਸਿਸ ਬੈਂਕ ਦੇ ਵਿੱਚ, ਮਿਡ ਡੇ ਮੀਲ ਦੇ ਹੈਗੇ ਆ ਕੈਨਰਾ ਬੈਂਕ ਦੇ ਵਿੱਚ। ਇਸ ਪੂਰੇ ਪੰਜਾਬ ਦੇ ਖਾਤੇ ਸਮਗਰਾ ਦੇ ਐਕਸਿਸ ਬੈਂਕ 'ਚ ਨੇ, ਪੂਰੇ ਪੰਜਾਬ ਦੇ ਲੈਵਲ ਤੇ ਮਿਡ ਡੇ ਮੀਲ ਦੇ ਖਾਤੇ ਕੈਨਰਾ ਬੈਂਕ 'ਚ ਨੇ। ਤੇ ਸਾਰਿਆਂ ਦੇ ਖਾਤੇ ਲਗਭਗ ਖੁੱਲ ਚੁੱਕੇ ਆ। ਕੋਈ ਹੋ ਸਕਦਾ ਬਾਈ ਚਾਂਸ ਕਿੱਦਾਂ ਸਕੂਲ ਪੈਂਡਿੰਗ ਹੋਵੇ, ਬਟ ਸਾਡੇ ਨੋਟਿਸ ਦੇ ਅਕੋਰਡਿੰਗ ਸਾਰੇ ਸਕੂਲਾਂ ਦੇ ਖਾਤੇ ਖੁੱਲ ਚੁੱਕੇ ਨੇ। ਤੇ ਸਿਰਫ ਉਹ ਕਈ ਸਕੂਲਾਂ ਦੇ ਐਕਟੀਵੇਟ ਵੀ ਹੋ ਚੁੱਕੇ ਹੋਣਗੇ। ਜੇ ਨਹੀਂ ਵੀ ਹੋਏ ਹੋਣਗੇ ਤਾਂ ਮਤਲਬ ਅਸੀਂ ਬੈਂਕ ਵਾਲਿਆਂ ਨੇ ਸਾਡੇ ਨਾਲ ਟਾਈ ਅਪ ਕੀਤਾ ਹੋਇਆ ਵਾ, ਉਹ ਤੁਹਾਡੇ ਨਾਲ ਡਾਇਰੈਕਟ ਟਾਈ ਅਪ ਕਰਕੇ ਚੇਅਰਮੈਨ ਸਕੱਤਰ ਦੇ ਡਾਕੂਮੈਂਟ ਲਾ ਕੇ ਸਾਰਿਆਂ ਦੇ ਖਾਤੇ ਐਕਟੀਵੇਟ ਹੋਣਗੇ। ਮਤਲਬ ਕਿ ਖਾਤੇ ਸਾਰੇ ਖੁੱਲ ਚੁੱਕੇ ਨੇ, ਜਿਹੜੇ ਨਵੇਂ ਖਾਤੇ ਜਿਹੜੇ ਪੀਐਫਐਮ ਦੀ ਵਰਕਿੰਗ ਹੋਣੇ ਆ ਜੀ, ਸਾਰੇ ਖਾਤੇ ਖੁੱਲ ਚੁੱਕੇ ਹੋਏ ਨੇ। ਇਸ ਕਰਕੇ ਉਸ ਚੀਜ਼ ਦੇ ਲਈ ਕਿਸੇ ਸਕੂਲ ਨੂੰ ਮਤਲਬ ਕਿ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਅਸੀਂ ਬੈਂਕ ਜਾਈਏ ਆਪਣੇ ਖਾਤੇ ਖੁਲਾਈਏ ਜਾਂ ਕੁਝ ਇਦਾਂ ਦਾ ਕੰਮ ਕਰੀਏ, ਉਹਦੀ ਕੋਈ ਜ਼ਰੂਰਤ ਨਹੀਂ ਹੈਗੀ। ਸਾਰੇ ਖਾਤੇ ਖੁੱਲ ਚੁੱਕੇ ਹੋਏ ਨੇ। ਹੁਣ ਆਪਾਂ ਨੈਕਸਟ ਪ੍ਰੋਸੈਸ ਜਿਹੜਾ ਮੀਟਿੰਗ ਦਾ ਏਜੰਡਾ ਵਾ ਉਹ ਸ਼ੁਰੂ ਕਰੀਏ ਜੀ। ਹੁਣ ਦੇਖੋ ਜੀ ਸਾਰਿਆਂ ਨੂੰ ਪੀਐਫਐਮਐਸ ਦੀ ਜਿਹੜੀ ਵੈਲਕਮ ਸਕਰੀਨ ਹੈ ਸ਼ੋ ਹੋ ਰਹੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸੀ ਜਾਊਂਗਾ ਕਿ ਇੱਕ ਮਿੰਟ ਹੋਲਡ ਕਰਿਓ ਜੀ ਪਲੀਜ਼ ਸਾਰਿਆਂ ਨੇ। ਸਕਰੀਨ ਸ਼ੇਅਰ ਸ਼ੋ ਹੋ ਰਹੀ ਹੈ ਜੀ ਜਿਹੜੀ ਨਵੀਂ ਚਾਲੂ ਕੀਤੀ ਹੈ ਜੀ? ਹਾਂਜੀ 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 ਸਰ ਹੋ ਰਹੀ ਹੈ ਜੀ। ਠੀਕ ਹੈ ਜੀ। ਹੁਣ ਆਪਾਂ ਸ਼ੁਰੂ ਕਰਦੇ ਹਾਂ ਦੁਬਾਰਾ। ਹੁਣ ਇਹਦੇ ਵਿੱਚ ਜਿਹੜਾ ਕੰਮ ਹੈਗਾ ਜੀ, ਤੁਹਾਨੂੰ ਪੀਐਫਐਮਐਸ ਦੇ ਵਿੱਚ ਇੱਕ ਹਰੇਕ ਸਕੂਲ ਦਾ ਐਡਮਿਨ ਲੌਗਇਨ ਆਈਡੀ ਪਾਸਵਰਡ ਹੋਏਗਾ, ਹਰੇਕ ਸਕੂਲ ਦਾ। ਉਹੀ ਪਾਸਵਰਡ ਜਿਹੜਾ ਹੈਗਾ ਵਾ ਸਾਰਿਆਂ ਦਾ ਮਿਡ ਡੇ ਮੀਲ ਲਈ ਵੀ ਕੰਮ ਕਰੇਗਾ, ਤੇ ਉਹੀ ਐਡਮਿਨ ਆਈਡੀ ਜਿਹੜੀ ਹੈਗੀ ਹੈ ਸਾਰਿਆਂ ਲਈ ਸਮਗਰਾ ਲਈ ਵੀ ਕੰਮ ਕਰੇਗੀ ਜੀ। ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਕਿ ਮਿਡ ਡੇ ਮੀਲ ਦਾ ਸਾਨੂੰ ਅਲੱਗ ਐਡਮਿਨ ਆਈਡੀ ਪਾਸਵਰਡ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੁਬਾਰਾ ਮਤਲਬ ਜਿਵੇਂ ਦੱਸ ਦਿੰਦਾ ਕਿ ਜਿਵੇਂ ਇਹ ਜਿਹੜੇ ਪੀਐਫਐਮਐਸ ਦੇ ਵਿੱਚ ਖਾਤੇ ਖੁੱਲੇ ਨੇ, ਇਹਦੇ ਵਿੱਚ ਆਪਾਂ ਨੂੰ ਜਿਹੜੇ ਐਕਸਪੈਂਡੀਚਰ ਨੇ ਉਹ ਸਾਰੇ ਦੇ ਸਾਰੇ ਐਸਐਨਏ ਰਾਹੀਂ ਹੋਣੇ ਆ। ਮਤਲਬ ਕਿ ਐਸਐਨਏ ਦਾ ਮਤਲਬ ਹੈਗਾ ਵਾ ਸਟੇਟ ਨੋਡਲ ਅਕਾਊਂਟ। ਸਟੇਟ ਨੋਡਲ ਅਕਾਊਂਟ ਹੈ ਜਿਵੇਂ ਆਪਾਂ ਗੱਲ ਕਰੀਏ ਤਾਂ ਇੱਕ ਸਿੰਗਲ ਨੋਡਲ ਸਰ ਅਕਾਊਂਟ। ਆਵਾਜ਼ ਨਹੀਂ ਆ ਰਹੀ ਮੈਡਮ ਆਵਾਜ਼ ਸਾਰਿਆਂ ਨੂੰ ਆ ਰਹੀ ਹੈ ਜੀ? ਤੁਸੀਂ ਪਲੀਜ਼ ਆਪਣਾ ਕਿਸੇ ਨੈਟਵਰਕ ਸਰ ਏਰੀਆ ਚੈੱਕ ਬਹੁਤ ਕਰੋ। ਸਲੋ ਹੈ, ਬਹੁਤ ਜ਼ਿਆਦਾ ਸਲੋ। ਫਿਰ ਸਕਰੀਨ ਤੋਂ ਪਰੇ ਹੋ ਕੇ ਕੰਨਾਂ ਨਾਲ ਲਗਾਉਣਾ ਪੈ ਰਿਹਾ ਹੈ। ਆ ਰਹੀ ਹੈ ਜੀ, ਉਹਨਾਂ ਦੇ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਸਰ। ਆਵਾਜ਼ ਤਾਂ ਕਲੀਅਰ ਹੈ ਬਿਲਕੁਲ।
ਠੀਕ ਹੈ ਜੀ, ਪਲੀਜ਼ ਨੈਟਵਰਕ ਏਰੀਆ ਚੈੱਕ ਕਰ ਲਓ ਜੀ। ਤੇ ਸਰ ਹੁਣ ਠੀਕ ਹੈ, ਓਕੇ ਸਰ। ਓਕੇ ਜੀ। ਤੇ ਹੁਣ ਤੁਸੀਂ ਚੈੱਕ ਕਰੋਗੇ ਜੀ, ਇਹਦੇ ਵਿੱਚ ਜਿਹੜੀ ਸਕਰੀਨ ਦੇ ਅੱਗੇ ਤੁਹਾਨੂੰ ਨਜ਼ਰ ਆ ਰਿਹਾ ਐਸਐਨਏ ਇੰਟਰੋਡਕਸ਼ਨ। ਐਸਐਨਏ ਦਾ ਮਤਲਬ ਹੈ ਸਟੇਟ ਨੋਡਲ ਅਕਾਊਂਟ ਜਾਂ ਸਿੰਗਲ ਨੋਡਲ ਅਕਾਊਂਟ ਵੀ ਆਪਾਂ ਕਹਿ ਸਕਦੇ ਹਾਂ ਇਹਨੂੰ, ਸਟੇਟ ਨੋਡਲ ਏਜੰਸੀ ਵੀ ਕਹਿ ਸਕਦੇ ਹਾਂ। ਤੇ ਇਹਦੇ ਵਿੱਚ ਜਿਹੜਾ ਹੈਗਾ ਖਾਤਾ, ਦੇਖੋ ਇਹਦਾ ਪ੍ਰੋਸੈਸ ਕੀ ਹੈ, ਜਿਹੜਾ ਹੁਣ ਪੀਐਫਐਮਐਸ ਦੇ ਵਿੱਚ ਜਿਹੜਾ ਆਪਾਂ ਜ਼ੀਰੋ ਬੈਲੈਂਸ ਅਕਾਊਂਟ ਜਾਂ ਸਟੇਟ ਨੋਡਲ ਅਕਾਊਂਟ ਖੁਲਾਇਆ ਆਪਣਾ, ਇਹਦੇ ਵਿੱਚ ਜਿਹੜਾ ਹੈਗਾ ਸਕੂਲਾਂ ਦਾ ਖਾਤਾ ਖੁੱਲਿਆ ਵਾ ਚਾਈਲਡ ਏਜੰਸੀ ਦੇ ਵਿੱਚ। ਚਾਈਲਡ ਏਜੰਸੀ ਦਾ ਮਤਲਬ ਕਿ ਜਿਹੜੀ ਪੇਰੈਂਟ ਏਜੰਸੀ ਹੈ ਉਹ ਹੈਗੀ ਹੈ ਸਾਡੀ ਬਲਾਕ ਦੀ ਏਜੰਸੀ। ਬਲਾਕ ਨੂੰ ਫੰਡ ਆਣਗੇ ਜ਼ਿਲ੍ਹੇ ਵੱਲੋਂ, ਜ਼ਿਲ੍ਹੇ ਨੇ ਅੱਗੇ ਸਕੂਲਾਂ ਨੂੰ ਆਪਣੇ ਚਾਈਲਡ ਏਜੰਸੀ ਨੂੰ ਖਾਤਾ, ਆਪਣਾ ਚਾਈਲਡ ਏਜੰਸੀ ਨੂੰ ਫੰਡ ਸਿਰਫ ਲਿਮਟ ਦੇਣੀ ਹੈ। ਠੀਕ ਹੈ, ਲਿਮਟ ਇੰਟਰੋਡਿਊਸ ਕਰਨੀ ਹੈ ਆਪਣਾ ਬਲਾਕ ਨੇ। ਤੇ ਬਲਾਕ ਤੋਂ ਬਾਅਦ ਅੱਗੇ ਜੀ ਜਿਹੜਾ ਹੈਗਾ ਵਾ ਸਟੇਟ ਨੇ ਅੱਗੇ, ਸੌਰੀ ਸਕੂਲ ਦੇ ਕੋਲ ਪੈਸਾ ਚਲਾ ਜਾਏਗਾ। ਸਕੂਲ ਦੇ ਕੋਲ ਜਿਹੜਾ ਪੈਸਾ ਜਾਏਗਾ ਉਹ ਪੈਸਾ ਤੁਹਾਨੂੰ ਅਕਾਊਂਟ ਦੇ ਵਿੱਚ ਇੱਕ ਲਿਮਟ ਇੰਟਰੋਡਿਊਸ ਹੋਏਗੀ, ਸਿਰਫ ਬਲਾਕ ਵੱਲੋਂ ਲਿਮਟ ਇੰਟਰੋਡਿਊਸ ਹੋਏਗੀ। ਤੇ ਲਿਮਟ ਦੇ ਵਿੱਚ ਜਿਹੜਾ ਹੈਗਾ ਵਾ, ਅਸੀਂ ਜਿਵੇਂ ਹੁਣ ਤੁਹਾਨੂੰ ਪੈਸੇ ਭੇਜਦੇ ਰਹੇ ਹਾਂ, ਜਿਵੇਂ ਅਸੀਂ ਤੁਹਾਨੂੰ ਪੈਸੇ ਪਹਿਲਾਂ ਭੇਜਦੇ ਸੀਗੇ ਉਹਦੀ ਇਨਫੋਰਮੇਸ਼ਨ ਆਉਂਦੀ ਸੀਗੀ, ਉਹ ਇਨਫੋਰਮੇਸ਼ਨ ਵੀ ਤੁਹਾਨੂੰ ਇਸ ਵਾਰੀ ਵੀ ਸਕੂਲ ਬਲਾਕ ਵੱਲੋਂ ਜਾਰੀ ਦਿੱਤੀ ਜਾਏਗੀ। ਤੇ ਤੁਹਾਡਾ ਕੰਮ ਹੈਗਾ ਜੀ, ਤੁਸੀਂ ਸਾਰੇ ਸਕੂਲਾਂ ਨੇ ਉਹਨਾਂ ਅਕਾਊਂਟਸ ਦੀ ਨੈਟ ਬੈਂਕਿੰਗ ਲੈ ਕੇ ਆਪਣਾ ਨਾਲ ਕਰ ਲੈਣਾ ਵਾ। ਤੇ ਨੈਟ ਬੈਂਕਿੰਗ ਤੋਂ ਬਾਅਦ ਜਿਹੜਾ ਹੈਗਾ ਵਾ ਪ੍ਰੋਸੈਸ, ਉਹ ਤੁਸੀਂ ਉਹਦੇ ਚੈੱਕ ਕਰਦੇ ਰਿਹਾ ਕਰੋਗੇ, ਹਾਂ ਸਾਡਾ ਖਾਤੇ 'ਚ ਪੈਸੇ ਆਏ ਹੈ ਨਹੀਂ ਆਏ ਹੈ। ਤਾਂ ਉਹ ਜਦੋਂ ਤੁਹਾਡੇ ਖਾਤੇ ਐਕਟੀਵੇਟ ਹੋ ਗਏ ਤੇ ਉਹਦੇ ਨਾਲ ਹੀ ਤੁਸੀਂ ਬੈਂਕ ਨੂੰ ਕਹਿ ਦੇਣਾ ਵਾ ਕਿ ਸਾਨੂੰ ਜੀ ਨੈਟ ਬੈਂਕਿੰਗ ਦੀ ਇਨਫੋਰਮੇਸ਼ਨ ਇਹਦੇ ਵਿੱਚ ਦਿੱਤੀ ਜਾਵੇ। ਸਕਰੀਨ ਰੋਟੇਟ ਨਹੀਂ ਹੋ ਰਹੀ। ਤੇ ਸਕਰੀਨ ਚੇਂਜ ਨਹੀਂ ਹੋ ਰਹੀ ਸੀਗੀ, ਹੁਣ ਮੈਂ ਤੁਹਾਨੂੰ ਦੇਖੋ ਜੀ ਇਹਦੇ ਸਕਰੀਨ ਚੇਂਜ ਹੋ ਰਹੀ ਹੈ। ਹਾਂ ਸਕਰੀਨ ਰੋਟੇਟ ਹੋ ਗਈ ਜੀ। ਹੁਣ ਆ ਦੇਖੋ ਤੁਹਾਨੂੰ ਸਕਰੀਨ ਨਜ਼ਰ ਆ ਰਹੀ ਹੋਏਗੀ ਸਾਰਿਆਂ ਨੂੰ, ਹੋ ਸਕਦਾ ਥੋੜਾ ਆਪਣਾ, ਹਾਂ ਇਹਦੇ ਵਿੱਚ ਸਾਰਿਆਂ ਨੂੰ ਜੀ ਐਡਮਿਨ ਆਈਡੀ ਪਾਸਵਰਡ ਮਿਲੇਗਾ। ਐਡਮਿਨ ਆਈਡੀ ਪਾਸਵਰਡ ਜਿਹੜਾ ਹੈਗਾ ਵਾ ਬਲਾਕ ਪੱਧਰ ਤੇ ਉਹ ਕ੍ਰੀਏਟ ਹੋ ਚੁੱਕਾ, ਹਰੇਕ ਸਕੂਲ ਦੀ ਏਜੰਸੀ ਕ੍ਰੀਏਟ ਹੋਈ ਹੋਈ ਪੀਐਫਐਮਐਸ ਦੇ ਵਿੱਚ, ਹਰੇਕ ਸਕੂਲ ਪੀਐਫਐਮਐਸ ਦੇ ਵਿੱਚ ਬੋਲਦਾ ਵਾ ਜੀ। ਤੇ ਕਿਸੇ ਨੂੰ ਉਸ ਚੀਜ਼ ਦੇ ਲਈ ਆਪਣਾ ਟੈਨਸ਼ਨ ਲੈਣ ਦੀ ਲੋੜ ਨਹੀਂ, ਉਹ ਸਾਰਾ ਤੁਹਾਨੂੰ ਸਿਰਫ ਸਕੂਲ ਬਲਾਕ ਪੱਧਰ ਤੋਂ ਇੱਕ ਆਈਡੀ ਪਾਸਵਰਡ ਸ਼ੇਅਰ ਕਰ ਦਿੱਤਾ ਜਾਏਗਾ। ਹੁਣ ਆਈਡੀ ਪਾਸਵਰਡ ਜਿਹੜਾ ਸ਼ੇਅਰ ਹੋਏਗਾ ਜੀ, ਉਹ ਤੁਸੀਂ ਕੀ ਕਰਨਾ ਵਾ, ਤੁਸੀਂ ਆਪਣਾ ਉਹਦੇ ਉਹ ਆਈਡੀ ਪਾਸਵਰਡ ਨਾ ਇੱਕ ਸਕੂਲ ਮੁਖੀਆਂ ਨੇ ਸੇਵ ਕਰਕੇ ਰੱਖਣਾ ਪਰਮਾਨੈਂਟਲੀ, ਉਹਦੇ ਵਿੱਚ ਵਰਕਿੰਗ ਨਹੀਂ ਹੋਏਗੀ ਕੋਈ ਵੀ। ਉਹ ਆਈਡੀ ਪਾਸਵਰਡ ਹੈਗਾ ਤੁਹਾਡੇ ਜਿਹੜੀਆਂ ਤੁਹਾਡਾ ਕੰਮ ਹੋਏਗਾ ਉਹਨੂੰ ਮੋਨੀਟਰ ਕਰਨ ਦੇ ਲਈ, ਉਹਦੇ ਵਿੱਚ ਕੋਈ ਐਡਮਿਨ ਲੈਵਲ ਦਾ ਕੋਈ ਕੰਮ ਹੁੰਦਾ ਵਾ, ਕੋਈ ਚੇਂਜਸ ਹੁੰਦੀਆਂ ਨੇ, ਕੋਈ ਐਡੀਟਿੰਗ ਹੁੰਦੀ ਹੈ, ਉਹ ਚੀਜ਼ ਕਰਨ ਦੇ ਵਾਸਤੇ ਐਡਮਿਨ ਆਈਡੀ ਚੱਲੇਗਾ। ਠੀਕ ਹੈ ਜੀ। ਤੇ ਹੁਣ ਇਹਦੇ ਵਿੱਚ ਦੇਖੋ ਤੁਹਾਡੇ ਸਕੂਲ ਪੱਧਰ ਦੇ ਉੱਤੇ ਵਨ ਟਾਈਮ ਐਕਟੀਵਿਟੀ ਹੋਏਗੀ। ਵਨ ਟਾਈਮ ਐਕਟੀਵਿਟੀ ਕੀ ਹੋਏਗੀ ਜੀ, ਛੋਟਾ ਜਿਹਾ ਕੰਮ ਹੈ, ਜ਼ਿਆਦਾ ਲੰਬਾ ਚੌੜਾ ਕੰਮ ਨਹੀਂ ਹੈਗਾ। ਮਤਲਬ ਕਿ ਵਨ ਟਾਈਮ ਐਕਟੀਵਿਟੀ ਕਿਵੇਂ ਹੋਏਗੀ ਜੀ, ਮੈਂ ਤੁਹਾਨੂੰ ਦੱਸ ਦਿੰਦਾ ਵਾ ਕਿ ਇਹਦੇ ਵਿੱਚ ਵਨ ਟਾਈਮ ਐਕਟੀਵਿਟੀ ਕੀ ਆਈਡੀ ਪਾਸਵਰਡ ਕ੍ਰੀਏਟ ਕਰਨੇ, ਆਈਡੀ ਪਾਸਵਰਡ ਕ੍ਰੀਏਟ ਕਰਨੇ ਕਿਹਦੇ, ਇੱਕ ਡਾਟਾ ਆਵਾਜ਼ ਨਹੀਂ ਆ ਰਹੀ ਜੀ, ਇੱਕ ਡਾਟਾ ਐਂਟਰੀ ਦੇ ਤੇ ਇੱਕ ਡਾਟਾ ਆਪਰੇਟਰ ਦੇ। ਠੀਕ ਹੈ ਜੀ, ਡਾਟਾ ਐਂਟਰੀ ਤੇ ਡਾਟਾ ਆਪਰੇਟਰ ਦੇ ਜਿਹੜੇ ਆਈਡੀ ਪਾਸਵਰਡ ਹੈਗੇ ਆ ਉਹ ਸ਼ੇਅਰ ਕਰਨੇ, ਮਤਲਬ ਕਿ ਤੁਹਾਨੂੰ ਕ੍ਰੀਏਟ ਕਰਨੇ ਪੈਣਗੇ ਵਨ ਟਾਈਮ ਓਨਲੀ। ਤੇ ਉਹਦੇ ਵਾਸਤੇ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਉਹ ਤੁਹਾਡਾ ਏਜੰਸੀ ਐਡਮਿਨ ਹੀ ਕ੍ਰੀਏਟ ਕਰ ਸਕਦਾ, ਜਿਹੜਾ ਅਸੀਂ ਤੁਹਾਨੂੰ ਆਈਡੀ ਪਾਸਵਰਡ ਦਿੰਦੇ ਸਕੂਲਾਂ ਦਾ। ਤੁਸੀਂ ਹੁਣ ਤੁਹਾਡੇ ਕੋਲ ਇੱਕ ਸਕਰੀਨ ਵਿਊ ਹੋ ਰਹੀ ਹੋਏਗੀ ਜਿੰਦੇ ਵਿੱਚ ਆਪਣਾ ਪੀਐਫਐਮਐਸ ਦਾ ਜਦੋਂ ਤੁਸੀਂ ਲੌਗਇਨ ਕਰੋਗੇ ਏਜੰਸੀ ਐਡਮਿਨ ਦੇ ਵਿੱਚੋਂ, ਏਜੰਸੀ ਐਡਮਿਨ ਦੇ ਵਿੱਚੋਂ ਲੌਗਇਨ ਕਰੋਗੇ ਤਾਂ ਤੁਹਾਨੂੰ ਉਹ ਸਕਰੀਨ ਜਿਹੜੀ ਹੈਗੀ ਆ, ਜਿਹੜੇ ਜਿਵੇਂ ਤੁਸੀਂ ਲੈਫਟ ਹੈਂਡ ਸਾਈਡ ਦੇਖੋ ਜੀ ਤੁਹਾਨੂੰ ਮੈਨੂ ਆਪਸ਼ਨ ਆ ਰਿਹਾ, ਇਹ ਮੈਨੂ ਆਪਸ਼ਨ ਖੁੱਲ ਜਾਏਗਾ, ਪਲੇਨ ਸਕਰੀਨ ਆਏਗੀ ਤੇ ਮੈਨੂ ਆਪਸ਼ਨ ਨਾਲ ਦੇ ਨਾਲ ਜਿਹੜੇ ਲੈਫਟ ਹੈਂਡ ਸਾਈਡ ਤੇ ਸ਼ੋ ਹੋ ਰਹੇ ਨੇ ਸਾਰੇ ਨਜ਼ਰ ਆਣਗੇ। ਸਾਰੇ ਸਕੂਲਾਂ ਦਾ ਇੱਕ ਛੋਟਾ ਜਿਹਾ ਕੰਮ ਇਹ ਹੈਗਾ ਵਾ, ਤੁਸੀਂ ਉਹਨਾਂ ਦਾ ਆਪਣੇ ਸਕੂਲ ਦਾ ਪੱਧਰ ਤੇ ਇੱਕ ਆਪਰੇਟਰ ਕ੍ਰੀਏਟ ਕਰ ਲੈਣਾ ਵਾ ਜੀ, ਇੱਕ ਅਪਰੂਵਰ ਹੋਏਗਾ ਮੋਸਟਲੀ ਜਿਹੜਾ ਸਕੂਲ ਹੈਡ ਹੋਏਗਾ, ਤੇ ਜਿਹੜਾ ਆਪਰੇਟਰ ਹੋਏਗਾ ਜਿਹੜੇ ਬੰਦੇ ਨੇ ਇਹਦੇ ਵਿੱਚ ਐਂਟਰੀ ਕਰਨੀ ਹੈ ਬਿੱਲਾਂ ਦੀ। ਤੇ ਮੈਂ ਤੁਹਾਨੂੰ ਬਰੀਫਲੀ ਪਹਿਲਾਂ ਹੀ ਦੱਸ ਚੁੱਕਾ ਵਾਂ, ਇਹਦੇ ਵਿੱਚ ਕੋਈ ਆਪਾਂ ਨੂੰ ਮਤਲਬ ਕਿ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਹੈਗੀ ਕਿ ਇਹ ਕੀ ਚੀਜ਼ ਹੈਗੀ ਹੈ, ਕਿਵੇਂ ਕਰਨਾ ਵਾ। ਇਹਦੇ ਵਿੱਚ ਆਪਾਂ ਜਿਵੇਂ ਪਹਿਲਾਂ ਕੰਮ ਕਰਦੇ ਆ ਰਹੇ ਹਾਂ, ਆਪਣਾ ਫਾਈਨਾਂਸ ਦੀ ਹਦਾਇਤਾਂ ਮੁਤਾਬਕ ਕਿ ਆਪਾਂ ਕੋਟੇਸ਼ਨਾਂ ਲੈ ਕੇ, ਪੱਕੇ ਬਿੱਲ ਲੈ ਕੇ, ਠੀਕ ਹੈ ਜੀ, ਸਮਾਨ ਖਰੀਦ ਲਿਆ।
ਜੇ ਕੋਈ ਦਿੱਕਤ ਆਉਂਦੀ ਪੇਮੈਂਟ ਨੂੰ, ਕੋਈ ਕਹਿੰਦਾ ਕਿ ਸਾਨੂੰ ਪੇਮੈਂਟ ਅਪਫਰੰਟ ਚਾਹੀਦੀ ਹੈ, ਤੁਸੀਂ ਉਹਨਾਂ ਤੋਂ ਇੱਕ ਬਿੱਲ ਲੈ ਲਓ ਤੇ ਬਿੱਲ ਲੈ ਕੇ ਉਹਨਾਂ ਨੂੰ ਕਹੋ ਕਿ ਅਸੀਂ ਤੁਹਾਡੇ ਖਾਤੇ 'ਚ ਪੇਮੈਂਟ ਟ੍ਰਾਂਸਫਰ ਕਰਨ ਜਾ ਰਹੇ ਹਾਂ, ਤੁਸੀਂ ਸਮਾਨ ਲੈ ਕੇ ਪੇਮੈਂਟ ਦੇ ਨਾਲ ਕਰ ਦਿਓ ਉਹਨਾਂ ਨੂੰ। ਉਹ ਕਿਵੇਂ ਹੈ ਕਿ ਜਿਵੇਂ ਆਪਾਂ ਪਹਿਲਾਂ ਆਪਾਂ ਮਤਾ ਪਾਉਂਦੇ ਆ, ਕੋਟੇਸ਼ਨਾਂ ਲੈਂਦੇ ਆ, ਕੋਟੇਸ਼ਨਾਂ ਪ੍ਰਵਾਨ ਕਰਕੇ ਬਿੱਲ ਲੈਂਦੇ ਆ, ਬਿੱਲ ਲੈ ਕੇ ਅਸੀਂ ਉਹ ਫਰਮ ਨੂੰ ਸਿਲੈਕਟ ਕਰ ਲੈਂਦੇ ਆ, ਠੀਕ ਹੈ ਜੀ, ਸਾਰੇ ਕਮੇਟੀ ਵੱਲੋਂ ਪ੍ਰਵਾਨਗੀ ਲੈ ਕੇ ਬਿੱਲ ਆ ਗਿਆ ਸਾਡੇ ਕੋਲ, ਸਮਾਨ ਆ ਗਿਆ। ਹੁਣ ਪੇਮੈਂਟ ਜਿਵੇਂ ਕਰਨੀ ਹੈ ਉਹ ਹੋਣੀ ਹੈ PFMS ਰਾਹੀਂ। ਆਪਾਂ ਉਹ ਜਿਹੜਾ ਬਿੱਲ ਆਏਗਾ, ਬਿੱਲ ਦੇ ਨੂੰ ਹੀ ਅੱਗੇ ਇੱਥੇ ਸਿਸਟਮ 'ਚ ਪ੍ਰੋਸੈਸ ਕਰਨਾ ਵਾ, ਬਾਕੀ ਜਿਹੜੀ ਪੇਮੈਂਟ ਚੈੱਕ ਰਾਹੀਂ ਨਹੀਂ ਹੋਣੀ। ਤੇ ਉਹਦੇ ਵਾਸਤੇ ਆਪਾਂ ਨੂੰ ਇੱਕ ਆਪਰੇਟਰ ਬਣਾਉਣਾ ਪਏਗਾ। ਆਪਰੇਟਰ ਕਿਵੇਂ ਬਣੇਗਾ? ਜਦੋਂ ਤੁਸੀਂ ਤੁਹਾਨੂੰ ਏਜੰਸੀ ਐਡਮਿਨ ਆਈਡੀ ਜਿਹੜੇ ਦਿੱਤੇ ਗਏ ਨੇ ਸਕੂਲ ਦੇ, ਜਿਹੜੇ ਤੁਹਾਨੂੰ ਬਲਾਕ ਪੱਧਰ ਵੱਲੋਂ ਪ੍ਰੋਵਾਈਡ ਹੋਣਗੇ, ਉਹ ਲਿਸਟ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਵੇਗੀ ਤੇ ਉਹ ਆਈਡੀ ਹਰੇਕ ਸਕੂਲ ਆਪਣਾ ਲੌਗਇਨ PFMS ਦੀ ਵੈਬਸਾਈਟ ਦੇ ਉੱਤੇ ਕਰੇਗਾ। ਇਹਦੇ ਵਾਸਤੇ ਕੋਈ ਐਪ ਨਹੀਂ ਹੈਗੀ, ਤੁਹਾਨੂੰ PFMS ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਉੱਥੇ ਲੌਗਇਨ ਆਈਡੀ ਪਾਸਵਰਡ ਭਰ ਕੇ ਆਪਣਾ ਆਈਡੀ ਖੋਲਣਾ ਪਏਗਾ। ਜਦੋਂ ਤੁਸੀਂ ਆਈਡੀ ਖੋਲ ਲਿਆ, ਠੀਕ ਹੈ, ਲੌਗਇਨ ਆਈਡੀ ਪਾਸਵਰਡ ਭਰ ਲਿਆ ਇਹਦੇ ਵਿੱਚ, ਤੇ ਤੁਹਾਨੂੰ ਆ ਲੈਫਟ ਹੈਂਡ ਜਿਹੜੀ ਸਕਰੀਨ ਸ਼ੋ ਹੋ ਰਹੀ ਹੈ ਇਹ ਨਜ਼ਰ ਆਏਗੀ। ਇਹਦੇ ਵਿੱਚ ਆਪਾਂ ਤੁਸੀਂ ਨੋਟ ਕਰ ਸਕਦੇ ਹੋ, ਜੇ ਕਰਨਾ ਨਹੀਂ ਵੀ ਹੈਗਾ ਤੁਹਾਨੂੰ ਇਹ PPT ਸ਼ੇਅਰ ਹੋ ਜਾਏਗੀ ਤੇ ਤੁਸੀਂ ਉਸ ਚੀਜ਼ ਦੇ ਨਾਲ ਆਪਣਾ ਇੱਥੋਂ ਦੀ PPT ਦੀ ਆ ਪੇਜ ਚੈੱਕ ਕਰ ਸਕਦੇ ਹੋ 13 ਨੰਬਰ ਪੇਜ ਦੇ ਉੱਤੇ, ਤੇ ਇਹ ਚੈੱਕ ਕਰ ਲਓਗੇ, ਤੁਹਾਨੂੰ ਇੱਥੋਂ ਵੀ ਡਿਟੇਲ ਸ਼ੇਅਰ ਹੋ ਜਾਏਗੀ। ਉੱਪਰ ਲਿਖਿਆ ਵੀ ਹੋਇਆ ਵਰਡਾਂ ਦੇ ਵਿੱਚ ਕਿ ਹਾਂ ਵੀ ਕੀ ਕਿਵੇਂ ਕੰਮ ਕਰਨਾ ਵਾ। ਜੇ ਬਾਅਦ ਚੋਂ ਫਿਰ ਦਿੱਕਤ ਆਏਗੀ ਤਾਂ ਤੁਸੀਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਹੋ ਤੇ ਅਸੀਂ ਤੁਹਾਡੇ ਉਹ ਅਪਰੂਵਰ ਕ੍ਰੀਏਟ ਕਰਵਾ ਦਾਂਗੇ। ਮੇਨਲੀ ਹੈ ਕਿ ਪਹਿਲੇ ਦੁਬਾਰਾ ਤੁਹਾਨੂੰ ਦੱਸ ਰਿਹਾ ਕਿ ਜਦੋਂ ਤੁਸੀਂ ਏਜੰਸੀ ਦਾ ਐਡਮਿਨ ਆਈਡੀ ਖੋਲਿਆ ਤੇ ਉਦੋਂ ਤੁਹਾਨੂੰ ਲੈਫਟ ਹੈਂਡ ਸਾਈਡ ਤੇ ਆ ਸਕਰੀਨ ਨਜ਼ਰ ਆਏਗੀ। ਇਹਦੇ ਵਿੱਚ ਇੱਕ ਮਾਸਟਰ ਟੈਬ ਯੂਜ਼ ਕਰਨੀ ਹੈ। ਮਾਸਟਰ ਟੈਬ ਦੀ ਆਪਸ਼ਨ ਆ ਰਹੀ ਹੈ, ਉਹਦੇ ਵਿੱਚ ਯੂਜ਼ਰ ਤੇ ਜਾਣਾ ਵਾ। ਯੂਜ਼ਰ ਤੇ ਜਾ ਕੇ ਅੱਗੇ ਮੈਨੇਜ ਤੇ ਐਡ ਨਿਊ ਦੀ ਆਪਸ਼ਨ ਆਏਗੀ। ਯੂਜ਼ਰ ਤੇ ਜਾ ਕੇ ਮੈਨੇਜ ਦੇ ਨਾਲ ਐਡ ਨਿਊ ਦੀ ਟੈਬ ਨਜ਼ਰ ਆਏਗੀ। ਇਹਦੇ ਵਿੱਚ ਦੇਖੋ ਕਿਸੇ ਸਕੂਲ ਦਾ ਹੱਲੇ ਕੋਈ ਵੀ ਐਡਮਿਨ ਆਪਰੇਟਰ ਨਹੀਂ ਬਣਿਆ ਹੋਇਆ, ਕਿਸੇ ਵੀ ਸਕੂਲ ਦਾ ਆਪਰੇਟਰ ਨਹੀਂ। ਪਲੀਜ਼ ਮਿਊਟ ਕਰੋ ਜੀ। ਤੇ ਕਿਸੇ ਵੀ ਸਕੂਲ ਦਾ ਹੱਲੇ ਤੱਕ ਆਪਰੇਟਰ ਤੇ ਅਪਰੂਵਰ ਨਹੀਂ ਕ੍ਰੀਏਟ ਹੋਇਆ ਹੈ। ਜੇ ਕਿਸੇ ਦਾ ਹੋਇਆ ਹੋਇਆ ਤਾਂ ਤੁਸੀਂ ਮਾਸਟਰ, ਯੂਜ਼ਰ ਤੇ ਮੈਨੇਜ ਦੀ ਟੈਬ ਤੇ ਕਲਿੱਕ ਕਰੋਗੇ। ਜਿੰਨੇ ਤੁਹਾਡੇ ਕੋਲੇ ਉੱਥੇ ਸਰਚ ਦੀ ਆਪਸ਼ਨ ਆਏਗੀ, ਉੱਥੇ ਸਰਚ ਤੇ ਕਲਿੱਕ ਕਰੋਗੇ, ਜਿੰਨੇ ਤੁਹਾਡੇ ਉੱਥੇ ਯੂਜ਼ਰ ਪਹਿਲੇ ਬਣੇ ਹੋਏ ਨੇ ਉਹ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ। ਜੇ ਨਹੀਂ ਹੈਗੇ ਤਾਂ ਤੁਸੀਂ ਸਿੰਪਲ ਕੁਝ ਵੀ ਨਹੀਂ ਕਰਨਾ ਜੀ, ਆਪਣਾ ਨੈਕਸਟ ਟੈਬ ਤੇ ਜਾਣਾ ਵਾ, ਮਾਸਟਰ ਯੂਜ਼ਰ ਐਡ ਨਿਊ ਤੇ। ਮਾਸਟਰ ਯੂਜ਼ਰ ਐਡ ਨਿਊ ਦੀ ਟੈਬ ਨਜ਼ਰ ਆ ਰਹੀ ਹੈ, ਇਹਦੇ ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜੀ ਪਿੱਛੇ ਵਿੰਡੋ ਖੁੱਲੀ ਨਜ਼ਰ ਆ ਰਹੀ ਹੈ ਇਹ ਸ਼ੋ ਹੋਣੀ ਸ਼ੁਰੂ ਹੋ ਜਾਏਗੀ। ਇਹਦੇ ਵਿੱਚ ਤੁਸੀਂ ਟਾਈਪ ਆਫ ਯੂਜ਼ਰ ਦੇ ਵਿੱਚ ਦੇਖੋ ਸਕੂਲ ਲੈਵਲ ਤੇ 3 ਆਈਡੀ ਸ਼ੋ ਹੋਣਗੇ, ਇੱਕ ਏਜੰਸੀ ਡਾਟਾ ਐਡਮਿਨਿਸਟ੍ਰੇਟਰ, ਇੱਕ ਏਜੰਸੀ ਡਾਟਾ ਆਪਰੇਟਰ ਤੇ ਅਪਰੂਵਰ ਦਾ 3 ਆਈਡੀ ਸ਼ੋ ਹੋਣਗੇ। ਆਪਾਂ ਏਜੰਸੀ ਡਾਟਾ ਐਡਮਿਨਿਸਟ੍ਰੇਟਰ ਦਾ ਆਈਡੀ ਨਹੀਂ ਛੇੜਨਾ, ਨਾ ਹੀ ਬਣਾਉਣਾ ਵਾ। ਸਾਰਿਆਂ ਨੇ ਧਿਆਨ ਰੱਖਣਾ ਜੀ, ਏਜੰਸੀ ਡਾਟਾ ਐਡਮਿਨਿਸਟ੍ਰੇਟਰ ਦਾ ਆਈਡੀ ਨਹੀਂ ਬਣਾਉਣਾ ਕਿਸੇ ਨੇ। ਜੇ ਤੁਸੀਂ ਬਣਾਉਂਦੇ ਹੋ ਤਾਂ ਕੱਲ ਨੂੰ ਤੁਸੀਂ ਮਤਲਬ ਇੱਥੇ ਇਹਦੇ ਜਿਹੜੀ ਸਿਕਿਉਰਿਟੀ ਨੂੰ ਬ੍ਰੀਚ ਕਰਨ ਦੇ ਵਾਸਤੇ ਉਹ ਆਈਡੀ ਯੂਜ਼ ਹੋ ਸਕਦਾ ਵਾ। ਇਸ ਕਰਕੇ ਏਜੰਸੀ ਡਾਟਾ ਐਡਮਿਨਿਸਟ੍ਰੇਟਰ ਨਹੀਂ ਬਣਾਉਣਾ ਕਿਸੇ ਨੇ ਵੀ, ਇਹ ਬਾਰ-ਬਾਰ ਧਿਆਨ ਦੇਣ ਦੀ ਗੱਲ ਹੈ। ਤੇ ਇਹਦਾ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਵਾ ਕਿ ਜਿਹੜੇ ਵੀ ਇਹਦੇ ਤੁਸੀਂ ਆਈਡੀ ਪਾਸਵਰਡ ਬਣਾਉਣੇ ਆ ਜਾਂ ਇਹਦਾ ਐਡਮਿਨ ਆਈਡੀ ਹੈ ਉਹ ਬਹੁਤ ਸਿਕਿਉਰਲੀ ਰੱਖਣਾ ਵਾ। ਇਹਦੇ ਵਿੱਚੋਂ ਫੰਡ ਟ੍ਰਾਂਸਫਰ ਹੋ ਸਕਦੇ ਨੇ, ਪੈਸੇ ਸ਼ਿਫਟ ਹੋ ਸਕਦੇ ਆ, ਨਹੀਂ ਵੀ ਹੋਏਗਾ ਤੁਹਾਡੇ ਸਕੂਲ ਦਾ ਰਿਕਾਰਡ ਗਲਤ ਮਲਤ ਹੋ ਸਕਦਾ ਵਾ। ਪੈਸੇ ਦੀ ਮਤਲਬ ਕਿ ਜਿਵੇਂ ਇਹਦੇ ਤੁਹਾਨੂੰ ਲਿਮਿਟ ਅਸਾਈਨ ਕੀਤੀ ਗਈ ਹੈ, ਉਹ ਕਿਤੇ ਗਲਤੀ ਨਾਲ ਕਿਸੇ ਨੇ ਕਿਸੇ ਖਾਤੇ ਦੇ ਵਿੱਚ ਪੈਸੇ ਗਲਤੀ ਸ਼ੋ ਕਰਤੇ, ਇਹਦੇ ਵਿੱਚ ਐਂਟਰੀ ਪੈ ਗਈ, ਉਹ ਕਦੀ ਡਿਲੀਟ ਨਹੀਂ ਹੁੰਦੀ। PFMS ਐਂਟਰੀ ਕੋਈ ਡਿਲੀਟ ਨਹੀਂ ਹੁੰਦੀ। ਉਹ ਪੈਸਾ ਜੇ ਕਿਤੇ ਮਿਸਯੂਜ਼ ਹੋ ਗਿਆ ਤਾਂ ਮਤਲਬ ਕਿ ਕੱਲ ਨੂੰ ਤੁਹਾਨੂੰ ਮਤਲਬ ਕਿਸੇ ਪ੍ਰੋਬਲਮ ਆ ਸਕਦੀ ਹੈ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਆਪਾਂ ਨੂੰ ਭੱਜ ਨੱਠ ਕਰਨੀ ਪੈਗੀ। ਇਸ ਤੋਂ ਪਹਿਲਾਂ ਹੀ ਹੈ ਕਿ ਆਪਣੇ ਆਈਡੀ ਪਾਸਵਰਡ ਸਿਕਿਉਰਲੀ ਰੱਖਣੇ ਆ, ਕਿਸੇ ਨਾਲ ਜ਼ਿਆਦਾ ਸ਼ੇਅਰ ਨਹੀਂ ਕਰਨੇ, ਸਿਰਫ ਉਹੀ ਬੰਦੇ ਯੂਜ਼ ਕਰਨ ਜਿਹੜੇ ਬੰਦੇ ਨੇ ਕੰਮ ਕਰਨਾ ਵਾ। ਤੇ ਜਦੋਂ ਆਪਾਂ ਏਜੰਸੀ ਡਾਟਾ ਆਪਰੇਟਰ ਦਾ ਆਈਡੀ ਬਣਾਵਾਂਗੇ ਤਾਂ ਸਾਨੂੰ ਜਿਹੜੀ ਸਕਰੀਨ ਪਿੱਛੇ ਹੈ ਜੀ, ਨਿਊ ਤੇ ਜਾ ਕੇ ਸਰਚ ਕਰਨੀ ਪੈਗੀ, ਮਾਸਟਰ ਯੂਜ਼ਰ ਮੈਨੇਜ ਦੇ ਨੀਚੇ ਐਡ ਨਿਊ ਦੇ ਉੱਤੇ। ਜਦੋਂ ਐਡ ਨਿਊ ਤੇ ਕਲਿੱਕ ਕਰੋਗੇ ਤੇ ਤੁਹਾਨੂੰ ਇੱਕ ਆਪਸ਼ਨ ਨਜ਼ਰ ਆਏਗੀ ਜਿਹੜੀ ਆ ਸਕਰੀਨ ਪਿੱਛੇ ਨਜ਼ਰ ਆ ਰਹੀ ਹੈ, ਠੀਕ ਹੈ ਜੀ। ਇਹ ਸਕਰੀਨ ਦੇ ਵਿੱਚ ਦੇਖੋ ਟਾਈਪ ਆਫ ਯੂਜ਼ਰ, ਆਪਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਟਾਈਪ ਆਫ ਯੂਜ਼ਰ ਜਦੋਂ ਤੁਸੀਂ ਪਹਿਲੇ ਆਪਰੇਟਰ ਦਾ ਆਈਡੀ ਬਣਾ ਲਿਆ ਤਾਂ ਆਪਰੇਟਰ ਸਿਲੈਕਟ ਕਰੋਗੇ, ਫਿਰ ਉਹਦਾ ਨਾਮ ਡਿਟੇਲ ਪਰਸਨਲ ਡਿਟੇਲ ਭਰੋਗੇ। ਉਸ ਤੋਂ ਬਾਅਦ ਨੀਚੇ ਲੌਗਇਨ ਆਈਡੀ ਦੀ ਆਪਸ਼ਨ ਆ ਰਹੀ ਹੈ ਜਿਹਦੇ ਉੱਤੇ ਰੈੱਡ ਮਾਰਕ ਕੀਤਾ ਹੋਇਆ ਵਾ, ਰੈੱਡ ਸਕੁਏਅਰ ਬਣਾਇਆ ਹੋਇਆ ਵਾ। ਤੇ ਇਹ ਇਹਦੇ ਵਿੱਚ ਜਿਹੜਾ ਲੌਗਇਨ ਆਈਡੀ ਹੈ ਤੁਸੀਂ ਸਿੰਪਲ ਜਿਹਾ ਲੌਗਇਨ ਆਈਡੀ ਰੱਖਣਾ ਵਾ ਤਾਂ ਕਿ ਤੁਹਾਨੂੰ ਕੱਲ ਨੂੰ ਇਹ ਆਈਡੀ ਭੁੱਲੇ ਨਾ। ਤੇ ਜੇ ਤੁਸੀਂ ਇੱਥੇ ਜਿਹੜਾ ਆਈਡੀ ਰੱਖੋਗੇ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ, ਠੀਕ ਹੈ ਜੀ। ਤੇ ਜਦੋਂ ਸਬਮਿਟ ਤੇ ਕਲਿੱਕ ਕਰੋਗੇ, ਜਦੋਂ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਤਾਂ ਉਹ ਆਈਡੀ ਕ੍ਰੀਏਟ ਹੋ ਜਾਏਗੀ। ਦੇਖੋ ਜੀ ਇੱਥੇ ਜਿਵੇਂ ਆ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ, ਰਿਕਾਰਡ ਸੇਵ ਸਕਸੈਸਫੁਲੀ, ਯੂਰ ਪਾਸਵਰਡ ਹੈਜ਼ ਬੀਨ ਸੈਂਟ ਟੂ ਯੂਰ ਈਮੇਲ ਐਡਰੈਸ।
ਜਿਹੜੀ ਡਿਟੇਲ ਤੁਸੀਂ ਉੱਥੇ ਭਰੀ ਹੋਏਗੀ, ਜਿਵੇਂ ਕਿ ਫੋਨ ਨੰਬਰ ਤੇ ਮੋਬਾਈਲ ਨੰਬਰ, ਫੋਨ ਨੰਬਰ ਤੇ ਜਿਹੜਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਭਰੀ ਹੋਏਗੀ, ਉਹਦੇ ਵਿੱਚ ਉਹਦੇ ਤੇ ਪਾਸਵਰਡ ਆਟੋਮੈਟਿਕਲੀ ਚਲਾ ਜਾਏਗਾ। ਤੁਹਾਡਾ ਆਈਡੀ ਕ੍ਰੀਏਟ ਹੋ ਚੁੱਕਾ ਵਾ, ਪਾਸਵਰਡ ਤੁਹਾਡਾ ਉਸ ਈਮੇਲ ਆਈਡੀ ਤੇ ਫੋਨ ਨੰਬਰ ਤੇ ਚਲਾ ਜਾਏਗਾ। ਇਹ ਤੁਸੀਂ ਜਿਹੜੀ ਆਈਡੀ ਹੈਗੀ ਆਪਣੀ ਸਕੂਲ ਦੀ ਆਈਡੀ ਹੀ ਰੱਖਣੀ ਹੈ, ਤੇ ਫੋਨ ਨੰਬਰ ਕੋਈ ਆਪਣਾ ਪਰਸਨਲ ਰੱਖ ਸਕਦੇ ਹੋ। ਤੇ ਇਹਦੇ ਵਿੱਚ ਜਿਹੜਾ ਆਪਰੇਟਰ ਬਣ ਗਿਆ, ਉਹ ਬੰਦੇ ਦਾ ਨਾਮ, ਮੋਬਾਈਲ ਨੰਬਰ, ਈਮੇਲ ਆਈਡੀ, ਤੇ ਉਹ ਤੁਸੀਂ ਮਤਲਬ ਕਿ ਉੱਥੇ ਪਰਸਨਲ ਡਿਟੇਲ ਭਰ ਕੇ ਜਦੋਂ ਤੁਸੀਂ ਸਬਮਿਟ ਕਰੋਗੇ ਤਾਂ ਤੁਹਾਡਾ ਉਹ ਆ ਜਾਏਗਾ। ਹੁਣ ਇੱਕ ਚੀਜ਼ ਧਿਆਨ ਇਹਦੇ ਵਿੱਚ ਤੁਹਾਨੂੰ ਮੈਂ ਕਲੀਅਰ ਕਰਦਾ ਪਹਿਲਾਂ ਹੀ, ਕਿ ਕਈ ਸਕੂਲਾਂ ਨੂੰ ਮਤਲਬ ਕਿ ਇੱਕ ਜਿਵੇਂ ਕੋਈ ਤੁਸੀਂ ਕਿਸੇ ਨੂੰ ਆਪਰੇਟਰ ਬਣਾਓਗੇ ਤੇ ਤੁਹਾਨੂੰ ਇਹ ਵੀ ਹੋ ਜਾਂਦਾ ਕਿ ਕੱਲ ਨੂੰ ਉਹ ਬੰਦਾ ਚਲਾ ਜਾਵੇ ਤੇ ਉਹਦਾ ਆਈਡੀ ਪਾਸਵਰਡ ਤਾਂ ਉਹਦੇ ਕੋਲ ਚਲਾ ਜਾਏਗਾ। ਨਹੀਂ, ਇਦਾਂ ਦਾ ਕੋਈ ਇਹਦੇ ਵਿੱਚ ਇਸ਼ੂ ਨਹੀਂ ਹੈਗਾ ਜੀ। ਇਹਦੇ ਵਿੱਚ ਜਿਹੜਾ ਬੰਦਾ ਆਈਡੀ ਦਾ ਕ੍ਰੀਏਟਰ ਹੈਗਾ ਵਾ, ਮਤਲਬ ਕਿ ਜਿਹੜੀ ਡਿਟੇਲ ਹੈ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਡਿਟੇਲ ਹੈ ਇਹਦੇ ਵਿੱਚ ਸਿਰਫ ਇੱਕ ਉਹਦਾ ਰੋਲ, ਜਿਵੇਂ ਕਿ ਜੇ ਕਿਸੇ ਨੂੰ ਤੁਸੀਂ ਆਪਰੇਟਰ ਬਣਾਇਆ ਵਾ ਤੇ ਉਹਦਾ ਲੌਗਇਨ ਆਈਡੀ, ਜਿਹੜਾ ਕਿ ਤੁਹਾਨੂੰ ਮੈਂ ਦੁਬਾਰਾ ਦਿਖਾਣਾ ਵਾ ਜੀ। ਆ ਦੇਖੋ ਜਿਹੜੇ ਦੋ ਸਰਕਲ ਕੀਤੇ ਹੋਏ ਨੇ ਰੈੱਡ ਕਲਰ ਦੇ, ਜਿਹੜੇ ਇਹ ਰੈੱਡ ਕਲਰ ਦੇ ਸਕੇਅਰ ਕੀਤੇ, ਟਾਈਪ ਆਫ ਯੂਜ਼ਰ ਤੇ ਲੌਗਇਨ ਆਈਡੀ, ਇਹ ਪਰਮਾਨੈਂਟ ਸੇਵ ਰਹਿੰਦੇ ਆ। ਉਸ ਤੋਂ ਬਾਅਦ ਆਪਾਂ ਐਡਿਟ ਵਿਚਕਾਰ ਲਈ ਇਨਫੋਰਮੇਸ਼ਨ ਕਦੀ ਵੀ ਕਰ ਸਕਦੇ ਹਾਂ। ਨਾਮ, ਲਾਸਟ ਨਾਮ, ਈਮੇਲ ਆਈਡੀ, ਫੋਨ ਨੰਬਰ, ਮੋਬਾਈਲ ਨੰਬਰ, ਇਹ ਕਦੀ ਵੀ ਚੇਂਜ ਹੋ ਸਕਦੇ ਨੇ। ਜਿਹੜਾ ਬੰਦਾ ਕੰਮ ਕਰ ਰਿਹਾ ਵਾ ਐਟ ਪ੍ਰੈਜ਼ੈਂਟ, ਉਹ ਬੰਦੇ ਦਾ ਤੁਸੀਂ ਮਤਲਬ ਕਿ ਇੱਥੇ ਡਿਟੇਲ ਭਰ ਦੋਗੇ, ਸਬਮਿਟ ਕਰ ਦੋਗੇ, ਐਡਿਟ ਤੇ ਜਾ ਕੇ ਮਤਲਬ ਕਿ ਇਹਨੂੰ ਸੇਵ ਕਰ ਦੋਗੇ, ਤੁਹਾਡਾ ਉਹ ਬੰਦੇ ਦਾ ਨਾਮ ਡਿਟੇਲ ਐਡ ਹੋ ਜਾਏਗੀ ਉਹਦੇ ਵਿੱਚ। ਜ਼ਰੂਰੀ ਨਹੀਂ ਕਿ ਜਿਹੜਾ ਪੁਰਾਣਾ ਬੰਦਾ ਉਹਨੂੰ ਲੱਭ ਕੇ ਲਿਆਉਣਾ ਪਏਗਾ, ਜਾਂ ਕਿਸੇ ਦੀ ਬਦਲੀ ਹੋ ਜਾਂਦੀ ਹੈ ਤੇ ਆਪਾਂ ਆਪਣਾ ਪੀਐਫਐਮ ਵਿੱਚ ਕੰਮ ਨਹੀਂ ਕਰਦੇ ਤੇ ਪੀਐਫ ਉਹਨਾਂ ਦੀ ਬਦਲੀ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਜਿਹੜਾ ਬੰਦਾ ਨਵਾਂ ਆਏਗਾ, ਤੁਸੀਂ ਜਿਹੜੇ ਬੰਦੇ ਨੂੰ ਆਪਰੇਟਰ ਬਣਾਉਣਾ ਵਾ ਉਹਦਾ ਆਈਡੀ, ਲੌਗਇਨ ਆਈਡੀ ਸੇਮ ਰਹੇਗਾ, ਵਿਚਕਾਰਲੀ ਡਿਟੇਲ ਚੇਂਜ ਹੋ ਜਾਏਗੀ ਬਸ। ਤੇ ਸਿਮਿਲਰਲੀ ਹੋਏਗਾ ਅਪਰੂਵਰ ਦਾ, ਜਿਹੜਾ ਅਪਰੂਵਰ ਬੰਦਾ ਹੋਏਗਾ ਉਹਦਾ ਵੀ ਆਈਡੀ ਉੱਥੋਂ ਹੀ ਕ੍ਰੀਏਟ ਹੋਏਗਾ। ਜਦੋਂ ਆਪਾਂ ਮਾਸਟਰ ਟੈਬ ਤੇ ਗਏ, ਅੱਗੇ ਯੂਜ਼ਰ ਤੇ ਗਏ, ਆਪਣਾ ਜਿਹੜੇ ਵੀ ਆਈਡੀ ਬਣਨੇ ਆ ਮਾਸਟਰ ਟੈਬ ਤੋਂ ਹੀ ਬਣਨੇ ਆ। ਮਾਸਟਰ ਟੈਬ ਤੇ ਜਾ ਕੇ ਯੂਜ਼ਰ ਤੇ ਜਾ ਕੇ ਐਡ ਨਿਊ ਤੇ ਕਲਿੱਕ ਕਰਾਂਗੇ, ਫਿਰ ਆਪਾਂ ਉੱਥੇ ਟਾਈਪ ਆਫ ਯੂਜ਼ਰ ਦੀ ਜਗ੍ਹਾ ਤੇ ਡਾਟਾ ਅਪਰੂਵਰ ਬਣਾਵਾਂਗੇ। ਜਦੋਂ ਆਪਾਂ ਡਾਟਾ ਅਪਰੂਵਰ ਬਣਾਵਾਂਗੇ ਤਾਂ ਉੱਥੇ ਲੈਵਲ 1 ਆਟੋਮੈਟਿਕਲੀ ਫੀਲਡ ਆਏਗਾ, ਤੇ ਉਸ ਤੋਂ ਬਾਅਦ ਉਹਦਾ ਵੀ ਫਸਟ ਨੇਮ, ਲਾਸਟ ਨੇਮ, ਈਮੇਲ ਆਈਡੀ, ਫੋਨ ਨੰਬਰ, ਮੋਬਾਈਲ ਨੰਬਰ ਭਰਤਾ ਤੇ ਲੌਗਇਨ ਆਈਡੀ ਭਰਤੀ, ਤੇ ਤੁਹਾਨੂੰ ਉੱਥੇ ਜਦੋਂ ਸਬਮਿਟ ਕਰੋਗੇ ਤਾਂ ਇੱਕ ਅਪਰੂਵਰ ਦਾ ਆਈਡੀ ਕ੍ਰੀਏਟ ਹੋ ਜਾਏਗਾ। ਹੁਣ ਤੁਹਾਡੇ ਸਕੂਲ ਦੇ ਲੈਵਲ ਤੇ ਦੋ ਆਈਡੀ ਕ੍ਰੀਏਟ ਹੋ ਚੁੱਕੇ ਆ, ਇੱਕ ਆਪਰੇਟਰ ਦੇ ਤੇ ਇੱਕ ਅਪਰੂਵਰ ਦੇ। ਹੁਣ ਦੇਖੋ ਜੀ, ਪਹਿਲਾ ਸਟੈਪ ਅਸੀਂ ਕਲੀਅਰ ਕਰ ਲਿਆ, ਆਈਡੀ ਅਪਰੂਵਰ ਬਣਾ ਲਏ। ਇਹ ਵਨ ਟਾਈਮ ਪ੍ਰੋਸੈਸ ਹੈ, ਇਹ ਤੁਹਾਨੂੰ ਬਾਰ-ਬਾਰ ਨਹੀਂ ਕਰਨਾ ਪਏਗਾ until and unless ਤੁਹਾਡੇ ਮਤਲਬ ਕਿ ਇਹਦੇ ਵਿੱਚ ਜਿਹੜਾ ਐਡਮਿਨ ਆਈਡੀ ਪਾਸਵਰਡ ਹੈ, ਜਿਵੇਂ ਜਿਹੜਾ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ, ਉਹਦੇ ਵਿੱਚ ਉਹਦੇ ਕੋਲ ਰਾਈਟ ਹੈਗੇ ਆ ਕਿ ਉਹ ਪਾਸਵਰਡ ਰੀਸੈਟ ਜਿੰਨੀ ਮਰਜ਼ੀ ਵਾਰੀ ਕਰ ਸਕਦਾ, ਜੇ ਬਾਈ ਚਾਂਸ ਉਹਨੂੰ ਪਾਸਵਰਡ ਭੁੱਲ ਜਾਂਦਾ ਵਾ, ਤੇ ਇਸ ਕਰਕੇ ਆਪਾਂ ਨੂੰ ਦੁਬਾਰਾ ਆਈਡੀਆਂ ਕ੍ਰੀਏਟ ਨਹੀਂ ਕਰਨੀਆਂ ਪੈਣਗੀਆਂ। ਤੇ ਇਹਦਾ ਜਿਹੜੇ ਅਪਰੂਵਰ ਤੇ ਆਪਰੇਟਰ ਦੀ ਜਿਹੜੀ ਮੈਂ ਆਈਡੀ ਤੁਹਾਨੂੰ ਦੱਸ ਰਿਹਾ ਵਾ, ਇਹਦਾ ਇੱਕ ਇਹ ਮਕਸਦ ਹੈ ਕਿ ਜਦੋਂ ਕੱਲ ਨੂੰ ਕੋਈ ਵੀ ਆਪਾਂ ਜਿਹੜਾ ਬੰਦਾ ਕੰਮ ਕਰ ਰਿਹਾ ਇਸ ਦੇ ਵਿੱਚ, ਉਹਦੇ ਆਈਡੀ ਦੇ ਵਿੱਚ ਰਿਕਾਰਡ ਰਹੇਗਾ ਸਾਰਾ। ਠੀਕ ਹੈ ਜੀ, ਜਿਹੜਾ ਵੀ ਕੰਮ ਕੀਤਾ ਵਾ, ਜੇ ਆਪਾਂ ਰਿਕਾਰਡ ਚੈੱਕ ਕਰਨਾ, ਉਹ ਪਰਟੀਕੂਲਰ ਬੰਦੇ ਦੀ ਆਈਡੀ ਦੇ ਵਿੱਚ ਰਿਕਾਰਡ ਰਹੇਗਾ, ਉਹਨੂੰ ਉੱਥੋਂ ਚੈੱਕ ਕਰਨਾ ਈਜ਼ੀ ਰਹੇਗਾ ਸਾਨੂੰ। ਤੇ ਜੇ ਆਪਾਂ ਇਹ ਆਈਡੀਆਂ ਨਵੀਆਂ ਬਣਾ ਕੇ ਦੁਬਾਰਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਿਹੜਾ ਪੁਰਾਣੇ ਆਈਡੀ 'ਚ ਕੰਮ ਹੋਇਆ ਵਾ ਉਹ ਆਪਾਂ ਨਹੀਂ ਦੇਖ ਸਕਦੇ, ਉਹ ਨਵੇਂ ਆਈਡੀ ਤੇ ਦੁਬਾਰਾ ਸ਼ੁਰੂ ਹੋ ਜਾਏਗਾ। ਇਸ ਕਰਕੇ ਆਪਾਂ ਆਈਡੀ ਬਾਰ-ਬਾਰ ਨਹੀਂ ਬਦਲਣੀ, ਇੱਕ ਜਿਹੜੀ ਆਈਡੀ ਬਣ ਗਈ ਅਪਰੂਵਰ ਤੇ ਆਪਰੇਟਰ ਦੀ, ਉਹੀ ਕੰਟੀਨਿਊ ਰੱਖਣੀ ਹੈ। ਤੇ ਕੋਈ ਬੰਦਾ ਚਲਾ ਗਿਆ ਜਾਂ ਜਿਵੇਂ ਮਤਲਬ ਕੋਈ ਛੱਡ ਕੇ ਚਲਾ ਜਾਂਦਾ ਵਾ, ਜਾਂ ਕਿਤੇ ਬਦਲੀ ਕਰਾ ਕੇ ਚਲਾ ਜਾਂਦਾ ਵਾ, ਕਿਸੇ ਹੋਰ ਸਕੂਲ 'ਚ ਡੈਪੂਟੇਸ਼ਨ ਲੱਗ ਜਾਂਦੀ ਹੈ, ਕੋਈ ਵੀ ਕਿਸੇ ਤਰੀਕੇ ਨਾਲ ਵੀ ਉਹ ਬੰਦਾ ਸਕੂਲ 'ਚ ਅਵੇਲੇਬਲ ਨਹੀਂ ਹੈ, ਉਹਦੀ ਜਗ੍ਹਾ ਤੇ ਕੋਈ ਹੋਰ ਕੰਮ ਕਰ ਰਿਹਾ ਵਾ, ਤਾਂ ਉਹਦੀ ਵਿਚਕਾਰਲੀ ਇਨਫੋਰਮੇਸ਼ਨ ਚੇਂਜ ਕਰਕੇ ਤੁਸੀਂ ਕੰਮ ਉਸੇ ਆਈਡੀਆਂ ਤੋਂ ਕਰਨਾ ਵਾ। ਪਹਿਲਾ ਸਟੈਪ ਕਲੀਅਰ ਹੋ ਗਿਆ। ਇੱਕ ਵਾਰ ਬਣਾਉਣਾ ਪੂਰੇ ਮਤਲਬ ਕਿ ਟਾਈਮ ਸਪੈਨ ਦੇ ਵਿੱਚ, ਕਿ ਆਪਾਂ ਦੁਬਾਰਾ ਆਈਡੀ ਨਹੀਂ ਬਣਾਉਣੇ। ਇਹ ਦੋ ਆਈਡੀਆਂ ਬਣ ਗਈਆਂ ਜੀ, ਉਸ ਤੋਂ ਬਾਅਦ ਆਪਣਾ ਕੰਮ ਅਗਲਾ ਸਟੈਪ ਸ਼ੁਰੂ ਹੋਏਗਾ। ਇਸ ਤੋਂ ਬਾਅਦ ਮਤਲਬ ਕਿ ਤੁਹਾਨੂੰ ਫਿਰ ਅਗਲਾ ਹਰ ਵਾਰੀ ਜਦੋਂ ਤੁਸੀਂ ਖਰਚਾ ਕਰਨਾ ਵਾ ਤਾਂ ਇਹ ਆਈਡੀਆਂ ਦੇ ਵਿੱਚੋਂ ਕਰਨਾ ਵਾ। ਜਿਹੜਾ ਆਪਰੇਟਰ ਦਾ ਆਈਡੀ ਬਣ ਗਿਆ ਜੀ, ਹੁਣ ਜਿਹੜਾ ਆਪਰੇਟਰ ਦਾ ਆਈਡੀ ਬਣ ਗਿਆ ਉਹੀ ਕੰਮ ਕਰੇਗਾ ਅੱਗੇ ਸਾਰੇ। ਆਪਰੇਟਰ ਦੇ ਆਈਡੀ ਤੋਂ ਬਾਅਦ ਆਪਾਂ, ਹੁਣ ਮੈਂ ਤੁਹਾਨੂੰ ਉਹੀ ਪਹਿਲੇ ਸਟਾਰਟਿੰਗ ਦੱਸਿਆ ਜਾ ਕਿ ਆਪਾਂ ਬਿੱਲ ਨੂੰ ਪੇਮੈਂਟ ਕਿਵੇਂ ਕਰਨੀ ਹੈ। ਹੁਣ ਉਹਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀਗੀ ਕਿ ਆਪਣੇ ਪਰਸਨਲ ਲੌਗਇਨ ਦੇ ਵਿੱਚੋਂ ਆਪਾਂ ਸੇਵਿੰਗ ਅਕਾਊਂਟ ਦੇ ਵਿੱਚੋਂ ਕੋਈ ਪੇਈ ਡਿਟੇਲ ਐਡ ਕਰਦੇ ਆ, ਤਾਂ ਹੁਣ ਆਪਰੇਟਰ ਦਾ ਆਈਡੀ ਬਣ ਗਿਆ, ਉਹ ਬੰਦਾ ਪੇਈ ਡਿਟੇਲ ਐਡ ਕਰੇਗਾ ਜਿਹਨੂੰ ਪੇਮੈਂਟ ਕਰਨੀ ਹੈ ਫਰਮ ਦੇ ਨਾਮ ਦੇ ਉੱਤੇ। ਨੈਕਸਟ ਸਟੈਪ ਹੈਗਾ ਫਰਮ ਦੇ ਨਾਮ ਦੇ ਉੱਤੇ ਪੇਮੈਂਟ ਕਰਨੀ ਹੈ। ਤੇ ਇੱਕ ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਉਹਨੂੰ ਕਹਿੰਦੇ ਨੇ ਵੈਂਡਰ ਕ੍ਰੀਏਸ਼ਨ, ਜਿਹੜਾ ਪੇਈ ਡਿਟੇਲ ਐਡ ਕਰਨੀ ਉਹਨੂੰ ਕਹਿੰਦੇ ਵੈਂਡਰ ਕ੍ਰੀਏਸ਼ਨ। ਉਹਦੇ ਵਾਸਤੇ ਵੀ ਕੋਈ ਜ਼ਿਆਦਾ ਲੰਬਾ ਚੌੜਾ ਪ੍ਰੋਸੈਸ ਨਹੀਂ ਹੈਗਾ ਜੀ। ਜਿਵੇਂ ਆਪਾਂ ਆਪਰੇਟਰ ਦੀ ਆਈਡੀ ਕ੍ਰੀਏਟ ਕੀਤੀ, ਏਦਾਂ ਹੀ ਵੈਂਡਰ ਦੀ ਆਈਡੀ ਕ੍ਰੀਏਟ ਹੋਏਗੀ। ਤੇ ਵੈਂਡਰ ਦੀ ਆਈਡੀ ਜਿਹੜੀ ਕ੍ਰੀਏਟ ਹੋਣੀ ਹੈ ਉਹਦੇ ਵਿੱਚ ਨਹੀਂ ਆਹੀ ਹੈ,
ਇਹ ਦੇਖੋ ਜੀ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਰਿਹਾ ਵਾਂ ਕਿ ਇਹਦੇ ਵਿੱਚ ਜਿਹੜੇ ਬੈਂਕ ਅਕਾਊਂਟ ਤੁਹਾਡੇ ਖੁੱਲੇ ਨੇ, ਤੁਸੀਂ ਐਡਮਿਨ ਦੇ ਆਈਡੀ ਦੇ ਵਿੱਚੋਂ, ਆਪਣੀ ਏਜੰਸੀ ਦੀ ਐਡਮਿਨ ਦੇ ਆਈਡੀ ਚੋਂ ਇੱਕ ਸਟੈਪ ਇਹ ਨੋਟ ਕਰ ਲਿਓ। ਵੈਸੇ ਤਾਂ ਜੇ ਤੁਸੀਂ ਸਿਰਫ ਚੈੱਕ ਕਰਨਾ ਵਾ ਕਿ ਪੇਮੈਂਟ ਕਰਨ ਤੋਂ ਪਹਿਲਾਂ ਚੈੱਕ ਕਰਨਾ ਵਾ ਕਿ ਤੁਹਾਡੇ ਜਿਹੜੇ ਖਾਤੇ ਨੇ ਸਾਰੇ, ਜਿਹੜੇ ਮਿਡ ਡੇ ਮੀਲ ਦਾ ਤੇ ਸਮਗਰਾ ਦਾ ਜਿਹੜਾ ਖਾਤਾ ਵਾ, ਉਹ ਤੁਹਾਡਾ ਐਕਟੀਵੇਟ ਹੈਗਾ ਕਿ ਨਹੀਂ ਹੈਗਾ। ਮਤਲਬ ਤੁਸੀਂ ਕੀ ਕਰੋਗੇ, ਜਦੋਂ ਤੁਸੀਂ ਐਡਮਿਨ ਦੇ ਆਈਡੀ 'ਚ ਲੌਗਇਨ ਕਰੋਗੇ, ਉੱਥੇ ਬੈਂਕ ਵਾਲੀ ਟੈਬ ਆਏਗੀ। ਬੈਂਕ ਵਾਲੀ ਟੈਬ ਦੇ ਵਿੱਚ ਅਕਾਊਂਟ ਐਕਟੀਵੇਟ ਫॉर ਈ ਪੇਮੈਂਟ ਦੇ ਉੱਤੇ ਸਭ ਤੋਂ ਲਾਸਟ, ਸੈਕੰਡ ਲਾਸਟ ਆਪਸ਼ਨ ਆਏਗੀ ਤੁਹਾਨੂੰ। ਉਹਦੇ ਵਿੱਚ ਚੈੱਕ ਕਰੋਗੇ, ਜਦੋਂ ਤੁਸੀਂ ਲੌਗਇਨ ਕੀਤਾ ਉਦੋਂ ਲੈਫਟ ਹੈਂਡ ਸਾਈਡ ਜਿਹੜਾ ਮੈਨੂ ਬਟਨ ਆਏਗਾ, ਉਹਦੇ ਵਿੱਚ ਬੈਂਕ ਦੀ ਟੈਬ ਆਏਗੀ। ਬੈਂਕ ਦੀ ਟੈਬ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਅਕਾਊਂਟ ਐਕਟੀਵੇਟ ਫॉर ਈ ਪੇਮੈਂਟ ਦੇ ਉੱਤੇ ਕਲਿੱਕ ਕਰੋਗੇ ਤਾਂ ਜਿੰਨੇ ਅਕਾਊਂਟ ਉੱਥੇ ਐਕਟੀਵੇਟਡ ਹੈਗੇ ਉਹ ਆਟੋਮੈਟਿਕਲੀ ਵਿਊ ਹੋ ਜਾਣਗੇ। ਤੁਹਾਨੂੰ ਕਿਸੇ ਵੀ ਸਕੀਮ ਦੇ ਅੰਡਰ ਹੈਗੇ ਨੇ, ਆਟੋਮੈਟਿਕਲੀ ਵਿਊ ਹੋ ਜਾਣਗੇ। ਜੇ ਬਾਈ ਚਾਂਸ ਨਹੀਂ ਆਂਦਾ ਤਾਂ ਉੱਥੇ ਉੱਪਰ ਸਕੀਮ ਤੇ ਸਰਚ ਦੀ ਆਪਸ਼ਨ ਆਏਗੀ। ਸਰਚ ਸਕੀਮ ਦੇ ਉੱਤੇ ਸਰਚ ਦੀ ਆਪਸ਼ਨ ਆਏਗੀ, ਉੱਥੇ ਸਿਲੈਕਟ ਸਕੀਮ ਕਰਕੇ ਨੋਟ ਕਰ ਲਓ ਜੀ। ਤੁਹਾਨੂੰ ਮੈਂ ਦੱਸ ਦਿੰਦਾ, ਪੰਜਾਬ ਸਰਕਾਰ ਦੀ ਜਿਹੜੀਆਂ ਸਕੀਮਾਂ ਨੇ ਉਹਦੇ ਵਿੱਚ ਦੋ ਨੇ, ਸਮਗਰਾ ਤੇ ਮਿਡ ਡੇ ਮੀਲ। ਮਿਡ ਡੇ ਮੀਲ ਦਾ ਆਈਡੀ ਹੈਗਾ PB 67 ਤੇ ਸਮਗਰਾ ਦਾ ਹੈਗਾ PB 262। PB 262 ਸਮਗਰਾ ਦੀ ਆਈਡੀ ਹੈ, PB 67 ਮਿਡ ਡੇ ਮੀਲ ਦੀ ਆਈਡੀ ਹੈ। ਜੋ ਤੁਸੀਂ ਇਹ ਦੋਨੋਂ ਸਕੀਮਾਂ ਭਰੋਗੇ ਤੇ ਇੱਥੇ ਸਰਚ ਕਰੋਗੇ, ਅਕਾਊਂਟ ਨੰਬਰ ਭਰਨ ਦੀ ਲੋੜ ਨਹੀਂ, ਤੇ ਤੁਸੀਂ ਸਿੱਧਾ ਸਰਚ ਤੇ ਕਲਿੱਕ ਕਰ ਦਿਓ। ਤੁਹਾਨੂੰ ਉੱਥੇ ਜਿਹੜਾ ਤੁਹਾਡੇ ਸਕੂਲ ਦਾ ਖਾਤਾ ਹੋਏਗਾ ਉਹ ਪਹਿਲਾਂ ਹੀ ਉੱਥੇ ਲਿਖਿਆ ਆਏਗਾ। ਉਹਦੇ ਵਿੱਚ ਕੀ ਹੈ ਜੀ, ਤੁਸੀਂ ਚੈੱਕ ਕਰੋਗੇ ਜਦੋਂ, ਤਾਂ ਉੱਥੇ ਆਪਸ਼ਨ ਆਏਗੀ ਕਿ ਅਕਾਊਂਟ ਹਲੇ ਰਜਿਸਟਰ ਨਹੀਂ ਹੋਇਆ। ਜਿਵੇਂ ਆਹ ਵਾਲੀ ਸਕਰੀਨ ਹੈ, ਇਦਾਂ ਸ਼ੋ ਹੋਏਗਾ ਤੁਹਾਨੂੰ। ਇਹਦੇ ਜਾ ਕੇ ਜਦੋਂ ਤੁਸੀਂ ਸਕੀਮ ਸਿਲੈਕਟ ਕਰ ਲਈ, ਸਕੀਮ ਤੋਂ ਬਾਅਦ ਤੁਸੀਂ ਜਿੱਥੇ ਸਿਲੈਕਟ ਦੀ ਆਪਸ਼ਨ ਆਉਂਦੀ ਹੈ, ਸਿਲੈਕਟ ਰੇਡੀਓ ਬਟਨ ਦੇ ਉੱਤੇ ਕਲਿੱਕ ਕਰੋਗੇ। ਉੱਥੇ ਇਫੈਕਟਿਵ ਡੇਟ ਅੱਜ ਦੀ ਡੇਟ ਹੀ ਆਏਗੀ। ਅਕਾਊਂਟ ਐਕਟੀਵੇਸ਼ਨ ਫॉर ਪ੍ਰਿੰਟਿੰਗ ਐਡਵਾਈਸ, ਇੱਥੇ ਟੈਬ ਦੇ ਵਿੱਚ ਨਜ਼ਰ ਆਏਗਾ ਤੁਹਾਨੂੰ। ਅਕਾਊਂਟ ਇੱਥੇ ਐਕਟੀਵੇਸ਼ਨ ਟਾਈਪ ਕਿਵੇਂ ਕਰਨੀ ਹੈ, ਸਾਰਿਆਂ ਨੇ ਈ ਪੇਮੈਂਟ ਯੂਜ਼ਿੰਗ ਪ੍ਰਿੰਟਿੰਗ ਐਡਵਾਈਸ ਹੀ ਕਲਿੱਕ ਹੋਣਾ ਚਾਹੀਦਾ। ਇੱਥੇ ਡਿਜੀਟਲ ਸਿਗਨੇਚਰ ਨਹੀਂ ਕਰਨਾ ਨੀਚੇ ਵਾਲਾ। ਤੇ ਇਹਦੇ ਵਿੱਚ ਦੇਖੋ ਜੀ, ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ, ਬੈਂਕ ਦੀ ਟੈਬ ਤੇ ਜਾ ਕੇ ਉੱਥੇ ਜਦੋਂ ਨੀਚੇ ਤੁਸੀਂ ਉਹਦੇ ਤੇ ਫਰਦਰ ਆਪਸ਼ਨ ਆਏਗੀ ਬੈਂਕ ਦੀ ਟੈਬ ਤੋਂ ਬਾਅਦ, ਉੱਥੇ ਤੁਹਾਨੂੰ ਅਕਾਊਂਟ ਐਕਟੀਵੇਸ਼ਨ ਈ ਪੇਮੈਂਟ ਕਲਿੱਕ ਕਰੋਗੇ। ਉੱਥੇ ਤੁਸੀਂ ਅਕਾਊਂਟ ਸਰਚ ਕਰਕੇ ਉੱਥੇ ਸਕੀਮ ਭਰ ਕੇ, ਦੋਨੋਂ ਸਕੀਮਾਂ ਭਰਨੀਆਂ, ਮਿਡ ਡੇ ਮੀਲ ਤੇ ਸਮਗਰਾ ਦੀ ਭਰ ਕੇ ਸਰਚ ਕਰੋਗੇ ਤਾਂ ਤੁਹਾਨੂੰ ਉਹਨਾਂ ਨਾਲ ਜੁੜੇ ਹੋਏ ਖਾਤੇ ਨਜ਼ਰ ਆ ਜਾਣਗੇ। ਜੋ ਖਾਤੇ ਨਜ਼ਰ ਆ ਜਾਣਗੇ ਤਾਂ ਉੱਥੇ ਤੁਸੀਂ ਜਦੋਂ ਕਲਿੱਕ ਕੀਤਾ ਤਾਂ ਤੁਹਾਨੂੰ ਈ ਪੇਮੈਂਟ ਯੂਜ਼ਿੰਗ ਪ੍ਰਿੰਟਿੰਗ ਐਡਵਾਈਸ ਤੇ ਕਲਿੱਕ ਕਰਨਾ ਵਾ ਅਕਾਊਂਟ ਐਕਟੀਵੇਸ਼ਨ ਟਾਈਪ ਦੇ ਉੱਤੇ ਜਾ ਕੇ। ਫਿਰ ਤੁਸੀਂ ਸਬਮਿਟ ਕਰੋਗੇ, ਤੁਹਾਡਾ 5 ਮਿੰਟ ਦੇ ਬਾਅਦ ਉੱਥੇ ਸਟੇਟਸ ਐਕਟੀਵੇਟ ਆ ਜਾਏਗਾ। ਜੇ ਤੁਸੀਂ ਐਕਟੀਵੇਟ ਨਹੀਂ ਆਏਗਾ ਤਾਂ ਉੱਥੇ ਆ ਜਾਏਗਾ ਅਕਾਊਂਟ ਜਿਹੜਾ ਹੈਗਾ ਵਾ ਤੁਹਾਡਾ ਐਕਟੀਵੇਟ ਨਹੀਂ ਹੋਇਆ। ਉੱਥੇ ਇਹ ਆਪਸ਼ਨ ਆਏਗੀ। ਤੇ ਉਹ 5 ਮਿੰਟ ਬਾਅਦ ਦੁਬਾਰਾ ਚੈੱਕ ਕਰੋਗੇ ਤਾਂ ਤੁਹਾਨੂੰ ਉੱਥੇ ਉਹੀ ਸੇਮ ਸਕਰੀਨ ਵਿਊ ਹੋਣੀ ਸ਼ੁਰੂ ਹੋ ਜਾਏਗੀ ਕਿ ਅਕਾਊਂਟ ਐਕਟੀਵੇਟ ਫॉर ਈ ਪੇਮੈਂਟ। ਇਹ ਹੋਣਾ ਜ਼ਰੂਰੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਇਹ ਬਲਾਕ ਲੈਵਲ ਤੇ ਹੋ ਸਕਿਆ ਕੰਮ ਤਾਂ ਅਸੀਂ ਉਹ ਕਰਵਾ ਕੇ ਤੁਹਾਨੂੰ ਆਈਡੀ ਪਾਸਵਰਡ ਸਬਮਿਟ ਕਰਾਂਗੇ ਜੀ। ਠੀਕ ਹੈ ਜੀ, ਇਹ ਮਤਲਬ ਕਿ ਐਕਟੀਵੇਟ ਹੋਣਾ ਜ਼ਰੂਰੀ ਹੈ। ਜਦੋਂ ਆਪਾਂ ਈ ਪੇਮੈਂਟ ਵਾਸਤੇ ਬੈਂਕ ਨੂੰ ਦੇਣੀ ਹੈ ਪੇਮੈਂਟ ਤਾਂ ਉਹ ਉੱਥੇ ਐਕਟੀਵੇਸ਼ਨ ਹੋਣਾ ਜ਼ਰੂਰੀ ਹੈ। ਨੈਕਸਟ ਆਪਸ਼ਨ ਹੈਗੀ ਜੀ ਆਪਣਾ ਵੈਂਡਰ ਕ੍ਰੀਏਸ਼ਨ ਦੀ। ਵੈਂਡਰ ਜਿਵੇਂ ਕਿਵੇਂ ਕ੍ਰੀਏਟ ਕਰਨੇ ਆਪਾਂ, ਵੈਂਡਰ ਕ੍ਰੀਏਟ ਕਰਨ ਵਾਸਤੇ ਆਪਾਂ ਨੂੰ ਵੈਂਡਰ ਦੇ ਵਾਸਤੇ ਕੀ ਹੈਗੀ, ਜਿਹੜਾ ਆਪਣਾ ਕੋਲੇ ਆਪਰੇਟਰ ਦਾ ਆਈਡੀ ਹੈ, ਆਪਰੇਟਰ ਦੇ ਆਈਡੀ ਦੇ ਵਿੱਚੋਂ ਹੀ ਵੈਂਡਰ ਕ੍ਰੀਏਟ ਹੋਏਗਾ। ਆਪਰੇਟਰ ਦੇ ਆਈਡੀ ਦੇ ਵਿੱਚ ਜਿਹੜਾ ਆਪਰੇਟਰ ਦਾ ਤੁਸੀਂ ਸਕੂਲ ਲੈਵਲ ਦਾ ਆਈਡੀ ਬਣਾਇਆ ਵਾ ਤੇ ਉੱਥੇ ਹੀ ਹੋਏਗਾ। ਉਹਦੇ ਵਾਸਤੇ ਆਪਾਂ ਨੂੰ ਕੁਝ ਵੀ ਨਹੀਂ ਜਾਣਦੇ। ਹੁਣ ਵੈਂਡਰ ਕੀ ਚੀਜ਼ ਹੈ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਤੁਹਾਡੇ ਕੋਲੇ ਜਿੰਨੇ ਵੀ ਉਹਨੇ ਪੇਮੈਂਟ ਕਰਨੀ ਹੈ, ਆਪਾਂ ਪੇਮੈਂਟ ਕਿਵੇਂ ਕਰਾਂਗੇ, ਆਪਾਂ ਸਾਰਾ ਕੁਝ ਸੇਮ ਕਰਾਂਗੇ ਜੀ। ਬੈਂਕ ਦੇ ਬਿੱਲ ਲਿਆਂਦੇ, ਕੋਟੇਸ਼ਨਾਂ ਲੈ ਕੇ ਬਿੱਲ ਲਿਆਂਦੇ, ਉਸ ਤੋਂ ਬਾਅਦ ਜਿਹੜਾ ਬਿੱਲ ਨੂੰ ਆਪਾਂ ਅਪਰੂਵ ਕਰਕੇ ਜਿਹਨੂੰ ਪੇਮੈਂਟ ਕਰਨੀ ਆ, ਉਹ ਬਿੱਲ ਦਾ ਜਿਹੜਾ ਮਾਲਕ ਦੁਕਾਨ ਦਾ ਨਾਮ ਹੋਏਗਾ, ਉਹ ਦੁਕਾਨ ਅਸੀਂ PFMS ਦੇ ਵਿੱਚ ਰਜਿਸਟਰ ਕਰਾਂਗੇ। ਸਿੰਪਲ, ਜਿਵੇਂ ਆਪਾਂ ਪੇਈ ਡਿਟੇਲ ਐਡ ਕਰਦੇ ਆ ਉਦਾਂ ਹੀ ਉਹਨੂੰ ਵੈਂਡਰ ਕਿਹਾ ਜਾਂਦਾ ਵਾ। ਜਿਹੜੇ ਬੰਦੇ ਦੇ ਨਾਂ ਤੇ ਪੇਮੈਂਟ ਕਰਨੀ ਉਹਨੂੰ ਆਪਾਂ ਵੈਂਡਰ ਕਹਿੰਦੇ ਆ। ਤੇ ਇੱਕ ਗੱਲ ਦਾ ਤੁਹਾਨੂੰ ਮੈਂ ਦੱਸ ਦੇਣਾ, ਇਹਦੇ ਵਿੱਚ ਹਾਲੇ ਤੱਕ ਇਦਾਂ ਦੀ ਕੋਈ ਆਪਸ਼ਨ ਨਹੀਂ ਹੈਗੀ ਕਿ ਆਪਾਂ ਕਿਸੇ ਨੂੰ ਕੈਸ਼ ਪੇਮੈਂਟ ਕਰ ਸਕੀਏ। ਸੋ ਇਸ ਕਰਕੇ ਧਿਆਨ ਰੱਖਣਾ, ਆਪਾਂ ਕਿਸੇ ਨੂੰ ਵੀ ਕੈਸ਼ ਪੇਮੈਂਟ ਨਹੀਂ ਕਰਨੀ। ਇਹਦੇ ਵਿੱਚੋਂ ਆਪਸ਼ਨ ਹੀ ਨਹੀਂ ਹੈਗੀ ਹਾਲੇ ਤੱਕ, ਹਾਲ ਦੀ ਘੜੀ ਕਿਸੇ ਨੂੰ ਕੈਸ਼ ਪੇਮੈਂਟ ਦੇਣ ਦੀ ਆਪਸ਼ਨ ਨਹੀਂ ਹੈਗੀ। ਤੇ ਨਾ ਕੋਈ ਇਦਾਂ ਦੀ ਆਪਸ਼ਨ ਹੈਗੀ ਕਿ ਕੋਈ ਬੰਦਾ ਆਪਣੇ ਨਾਂ ਤੇ ਪੇਮੈਂਟ ਕਢਾ ਲਵੇ ਤੇ ਬਾਅਦ ਚੋਂ ਕੈਸ਼ ਵੰਡੀ ਚੱਲੇ। ਉਹ ਕੰਮ ਗਲਤ ਹੈ, ਇਹਦੇ ਰੂਲ ਦੇ ਮੁਤਾਬਕ ਨਹੀਂ ਹੈਗਾ ਜੀ। ਤੇ ਇਸ ਕਰਕੇ ਜਿਹੜੇ ਬੰਦੇ ਦਾ ਵੈਲਿਡ ਬਿੱਲ ਹੋਏਗਾ
ਤੇ ਉਹ ਬੰਦੇ ਨੂੰ ਤੁਸੀਂ ਇੱਥੇ ਰਜਿਸਟਰ ਕਰੋਗੇ, ਰਜਿਸਟਰ ਕਰਨ ਤੋਂ ਬਾਅਦ ਉਹਦੇ ਨਾਂ ਤੇ ਪੇਮੈਂਟ ਬਣਾਓਗੇ ਤੇ ਉਹੀ ਪੇਮੈਂਟ ਆਪਾਂ ਕਰ ਸਕਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ ਆਪਾਂ। ਪਲੀਜ਼ ਇਸ ਗੱਲ ਦਾ ਧਿਆਨ ਰੱਖਣਾ ਜੀ ਹਾਲ ਦੀ ਘੜੀ। ਤੇ ਜੇ ਕੋਈ ਇਹਦੇ ਵਿੱਚ ਕੋਈ ਚੇਂਜਸ ਆਉਂਦੀਆਂ ਨੇ, ਕੋਈ ਅਮੈਂਡਮੈਂਟ ਹੁੰਦੀ ਹੈ, ਤੁਹਾਨੂੰ ਕਨਵੇ ਕਰ ਦਿੱਤੀ ਜਾਵੇਗੀ। ਬਟ ਫॉर ਦਾ ਟਾਈਮਿੰਗ ਇਹੀ ਇਨਸਟਰਕਸ਼ਨਸ ਨੇ ਕਿ ਆਪਾਂ ਜਿਹੜੀ ਬਿੱਲ ਲਿਆਂਦਾ, ਬਿੱਲ ਲਿਆਉਣ ਤੋਂ ਬਾਅਦ ਇੱਥੇ ਵੈਂਡਰ ਰਜਿਸਟਰ ਕਰਕੇ ਉਹਨੂੰ ਉਹਦਾ ਅਕਾਊਂਟ ਨੰਬਰ ਐਡ ਕਰਕੇ ਉਸ ਤੋਂ ਬਾਅਦ ਉਹਨੂੰ ਪੇਮੈਂਟ ਕਰਨੀ ਹੈ। ਤੇ ਕੋਈ ਵੀ ਪੇਮੈਂਟ ਕਿਸੇ ਤਰੀਕੇ ਦੀ ਕੈਸ਼ ਨਹੀਂ ਹੋਏਗੀ, ਚਾਹੇ ਮਿਡ ਡੇ ਮੀਲ ਹੈ ਚਾਹੇ ਸਮਗਰਾ ਵਾ। ਇਹ ਬਾਕੀ ਐਂਡ ਦੇ ਵੀ ਤੁਹਾਡੀ ਕੁਐਰੀਜ਼ ਆਪਾਂ ਚੈੱਕ ਕਰ ਲਾਂਗੇ ਮਿਡ ਡੇ ਮੀਲ ਨਾਲ ਰਿਲੇਟਡ, ਪਰ ਫॉर ਦਾ ਟਾਈਮਿੰਗ ਹਲੇ ਤੁਸੀਂ ਸਿਰਫ ਇਹਦੇ ਤੇ ਕੰਸੈਂਟਰੇਟ ਕਰੋ ਜੀ ਕਿ ਆਪਾਂ ਵੈਂਡਰ ਕਿਵੇਂ ਐਡ ਕਰਨਾ ਵਾ। ਜਦੋਂ ਤੁਸੀਂ ਆਪਰੇਟਰ ਦਾ ਆਈਡੀ ਲੌਗਇਨ ਕਰਤਾ, ਆਪਰੇਟਰ ਦੇ ਆਈਡੀ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਸਿਮਿਲਰ ਜਿੰਨੇ ਉਹੀ ਲੈਫਟ ਹੈਂਡ ਸਾਈਡ ਦੇ ਉੱਤੇ ਸਾਰੇ ਮੈਨੂ ਸ਼ੋ ਹੋਏਗਾ, ਮੈਨੂ ਸ਼ੋ ਹੋਏਗਾ। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮਾਸਟਰ ਦੇ ਵਿੱਚ ਸਾਰੇ ਯੂਜ਼ਰ ਕ੍ਰੀਏਟ ਹੋਣੇ ਨੇ। ਮਾਸਟਰ ਤੇ ਜਾ ਕੇ ਯੂਜ਼ਰ ਦੇ ਬਾਅਦ ਨੀਚੇ ਸੈਕੰਡ ਲਾਸਟ ਆਪਸ਼ਨ ਹੈ ਵੈਂਡਰ ਦੀ। ਵੈਂਡਰ ਦੇ ਵਿੱਚ ਜਾ ਕੇ ਤੁਸੀਂ ਦੇਖੋ ਜੀ, ਇਹਦੇ ਵਿੱਚ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜੇ ਵੈਂਡਰ ਨੇ ਇਹ ਸਾਰੇ ਵੈਂਡਰ ਕਿਤੇ ਨਾ ਕਿਤੇ ਕ੍ਰੀਏਟ ਹੋਏ ਹੁੰਦੇ। ਜੇ ਕਿਤੇ ਕ੍ਰੀਏਟ ਨਹੀਂ ਹੋਇਆ ਤਾਂ ਤੁਸੀਂ ਕ੍ਰੀਏਟ ਕਰੋਗੇ, ਅਦਰਵਾਈਜ਼ ਜੇ ਤੁਸੀਂ ਨਵਾਂ ਵੈਂਡਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋਗੇ ਤੇ ਆਲਰੇਡੀ ਪੀਐਫਐਮਐਸ ਹੋਇਆ ਤੇ ਉਹ ਉਹਨੂੰ ਕ੍ਰੀਏਟ ਨਹੀਂ ਕਰੇਗਾ। ਉਹ ਤੁਹਾਨੂੰ ਦੱਸੇਗਾ ਕਿ ਇਹ ਆਲਰੇਡੀ ਵੈਂਡਰ ਇੱਥੇ ਐਡ ਹੈਗਾ ਵਾ। ਅਕਾਊਂਟ ਨੰਬਰ ਦੀ ਗੱਲ ਕਰ ਰਹੇ ਹਾਂ, ਜੇ ਅਕਾਊਂਟ ਨੰਬਰ ਉਹ ਆਲਰੇਡੀ ਸਿਸਟਮ 'ਚ ਹੋਇਆ ਤਾਂ ਮਤਲਬ ਕਿ ਉਹ ਬੰਦਾ ਤੁਹਾਨੂੰ ਪੀਐਫਐਮਐਸ ਤੁਹਾਨੂੰ ਇਨਸਟਰਕਸ਼ਨ ਦੇ ਦੇਗਾ ਕਿ ਭਾਈ ਇੱਥੇ ਆਲਰੇਡੀ ਉਹ ਬੰਦਾ ਐਡ ਹੈਗਾ ਵਾ ਤੇ ਉਹਨੂੰ ਪੇਮੈਂਟ ਕਿਵੇਂ ਕਰਨੀ ਹੈ ਮੈਂ ਤੁਹਾਨੂੰ ਦੱਸ ਦਿੰਦਾ। ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਵਾ ਕਿ ਜਦੋਂ ਤੁਸੀਂ ਪੀਐਫਐਮਐਸ ਦੇ ਵਿੱਚ ਵੈਂਡਰ ਦੇ ਉੱਤੇ ਜਾ ਕੇ ਮਾਸਟਰ ਦੇ ਟੈਬ ਦੇ ਉੱਤੇ ਜਾ ਕੇ ਆਪਰੇਟਰ ਦੇ ਆਈਡੀ ਦੇ ਵਿੱਚੋਂ ਮਾਸਟਰ ਟੈਬ ਤੇ ਜਾ ਕੇ ਵੈਂਡਰ ਤੇ ਕਲਿੱਕ ਕਰੋਗੇ, ਵੈਂਡਰ ਤੋਂ ਬਾਅਦ ਸਭ ਤੋਂ ਪਹਿਲੇ ਮੈਨੇਜ ਤੇ ਕਲਿੱਕ ਕਰੋਗੇ। ਮੈਨੇਜ ਦੇ ਉੱਤੇ ਕਲਿੱਕ ਕਰਨ ਨਾਲ ਕੀ ਹੋਏਗਾ ਕਿ ਜਿੰਨੇ ਆਈਡੀ ਹੁਣ ਉੱਥੇ ਸਰਚ ਕ੍ਰਾਈਟੇਰੀਆ ਸ਼ੋ ਕਰ ਦੇਗਾ ਤੁਹਾਨੂੰ, ਸਰਚ ਕ੍ਰਾਈਟੇਰੀਆ ਵੈਂਡਰ ਨੇਮ, ਯੂਨੀਕ ਕੋਡ, ਅਕਾਊਂਟ ਨੰਬਰ। ਤੇ ਇਹਦੇ ਵਿੱਚ ਜਿਹੜਾ ਸ਼ੋ ਕਰੇਗਾ ਤੁਸੀਂ ਪਹਿਲੇ ਇੱਥੇ ਟਾਈਪ ਕਰਨਾ ਸਿਲੈਕਟ ਵੈਂਡਰ ਰਜਿਸਟਰਡ ਬਾਈ ਮੀ, ਮਤਲਬ ਕਿ ਜਿਹੜਾ ਤੁਹਾਡੇ ਏਜੰਸੀ ਦੁਆਰਾ ਰਜਿਸਟਰਡ ਹੋਇਆ ਵਾ ਉਹ ਵੈਂਡਰ ਜਿਹੜਾ ਹੈਗਾ ਵਾ ਉਹ ਤੁਸੀਂ ਸਰਚ ਕਰੋ। ਤਾਂ ਜਿੰਨੇ ਤੁਸੀਂ ਪਿੱਛੇ ਟੈਬ ਦੇਖੋਗੇ, ਆ ਟੈਬ ਦੇ ਵਿੱਚ ਜਿੰਨੇ ਵੈਂਡਰ ਨਜ਼ਰ ਆ ਰਹੇ ਨੇ ਇਹ ਸਾਰੇ ਵੈਂਡਰ ਤੁਹਾਨੂੰ ਉੱਥੇ ਦਿਖਣੇ ਸ਼ੁਰੂ ਹੋ ਜਾਣਗੇ। ਆ ਦੇਖੋ ਜੀ ਪਿੱਛੇ ਜਿਹੜੀ ਸਕਰੀਨ ਨਜ਼ਰ ਆ ਰਹੀ ਹੈ ਇਹਦੇ ਵਿੱਚ ਜਿਹੜੇ ਵੈਂਡਰ ਨਜ਼ਰ ਆ ਰਹੇ ਜਿਵੇਂ ਤੁਸੀਂ ਲਿਖਿਆ ਹੋਇਆ ਵਾ ਨੇਮ, ਵੈਂਡਰ ਟਾਈਪ, contact detail, unique code, account number, created by, created date, status, ਬੈਂਕ ਸਟੇਟਸ ਤੇ ਅਕਾਊਂਟ ਸਟੇਟਸ। ਆਪਾਂ ਉਹ ਸਾਰੇ ਸਰਚ ਕਰਾਂਗੇ। ਉਹਨਾਂ ਦਾ ਆਪਾਂ ਨੂੰ ਸਿਰਫ 3 ਚੀਜ਼ਾਂ ਧਿਆਨ ਦੇਣ ਦੀ ਲੋੜ ਹੈ। ਇੱਕ ਤਾਂ ਪਹਿਲੇ ਨੰਬਰ ਤੇ ਆਪਾਂ ਨਾਮ ਚੈੱਕ ਕਰਾਂਗੇ ਵੈਂਡਰ ਦਾ ਕੀ ਹੈ ਜੀ, ਉਹਦੇ ਉੱਤੇ ਰੈੱਡ ਕਲਰ ਦਾ ਆਪਣਾ ਨਜ਼ਰ ਆ ਰਿਹਾ ਵਾ, ਇਹ ਹਾਈਪਰਲਿੰਕ ਬਣਿਆ ਹੋਇਆ ਵਾ ਵੈਂਡਰ ਦੇ ਨਾਮ ਦੇ ਉੱਤੇ। ਨੀਚੇ ਚੈੱਕ ਕਰੋਗੇ ਕਿ ਜਿਵੇਂ ਪ੍ਰਦਿਮਨ ਭੱਲਾ ਦੇ ਨਾਮ ਤੋਂ ਨਜ਼ਰ ਆ ਰਿਹਾ, ਸਭ ਤੋਂ ਲਾਸਟ ਵਾਲਾ ਵੈਂਡਰ ਹੈ, ਉਸ ਤੋਂ ਉੱਪਰ ਨੀਲਮ ਵਰਮਾ ਦੇ ਨਾਮ ਤੇ ਨਜ਼ਰ ਆ ਰਿਹਾ। ਤੇ ਇਹ ਜਿਹੜੇ ਵੈਂਡਰ ਨੇ ਇਹ ਇਹਦੇ ਤੁਸੀਂ ਦੇਖੋਗੇ ਇੱਕ ਰੈੱਡ ਕਲਰ ਦੇ ਵੈਂਡਰ ਹੋਏ ਨੇ, ਇਹਦਾ ਮਤਲਬ ਹੈ ਕਿ ਇਹ ਹਾਈਪਰਲਿੰਕ ਹੈ, ਤੁਸੀਂ ਕਲਿੱਕ ਕਰਕੇ ਇਹਨਾਂ ਦੀ ਡਿਟੇਲ ਚੈੱਕ ਕਰ ਸਕਦੇ ਹੋ। ਪਰ ਆਪਾਂ ਨਾਲ ਦੇ ਨਾਲ ਇੱਕ ਵੈਂਡਰ ਟਾਈਪ, ਕੰਟੈਕਟ ਡਿਟੇਲ, ਯੂਨੀਕ ਕੋਡ, ਅਕਾਊਂਟ ਨੰਬਰ ਮਸਟ ਹੈ, ਅਕਾਊਂਟ ਨੰਬਰ ਚੈੱਕ ਕਰਾਂਗੇ। ਉਸ ਤੋਂ ਬਾਅਦ ਅਸੀਂ ਇਹਨਾਂ ਦਾ ਬੈਂਕ ਸਟੇਟਸ ਤੇ ਅਕਾਊਂਟ ਸਟੇਟਸ ਆ ਦੋਨੋਂ ਸਕਸੈਸ ਇਨ ਬੈਂਕ ਤੇ ਐਕਟੀਵੇਟ, ਆ 3 ਚੀਜ਼ਾਂ ਜ਼ਰੂਰ ਚੈੱਕ ਕਰਨੀਆਂ ਨੇ। ਇੱਕ ਅਕਾਊਂਟ ਨੰਬਰ ਤੁਹਾਡਾ ਮਿਲਣਾ ਚਾਹੀਦਾ ਵਾ, ਬੈਂਕ ਸਟੇਟਸ ਉਹਦੇ ਸਕਸੈਸ ਇਨ ਬੈਂਕ ਹੋਣਾ ਚਾਹੀਦਾ ਵਾ ਤੇ ਅਕਾਊਂਟ ਸਟੇਟਸ ਐਕਟੀਵੇਟ ਹੋਣਾ ਚਾਹੀਦਾ ਵਾ। ਫਿਰ ਹੀ ਆਪਾਂ ਉਹ ਵੈਂਡਰ ਨੂੰ ਪੇਮੈਂਟ ਕਰ ਸਕਦੇ ਹਾਂ। ਤੇ ਜੇ ਮੰਨ ਲਓ ਤੁਹਾਨੂੰ ਵੈਂਡਰ ਨਹੀਂ ਲੱਭਦਾ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਜ਼ਰੂਰੀ ਨਹੀਂ ਹੈ ਕਿ ਹਰੇਕ ਸਕੂਲ ਨੂੰ ਅਲੱਗ ਵੈਂਡਰ ਕ੍ਰੀਏਟ ਕਰਨ ਦੀ ਲੋੜ ਪਏਗੀ। ਇੱਕ ਅਕਾਊਂਟ ਨੰਬਰ ਪਰਟੀਕੂਲਰ ਵੈਂਡਰ ਦਾ ਇੱਕ ਅਕਾਊਂਟ ਨੰਬਰ, ਸਪੋਜ਼ ਕਰੋ ਜਿਵੇਂ ਕੋਈ ਰਾਮ ਸਿੰਘ ਹਲਵਾਈ ਹੈ ਜਾਂ ਰਾਮ ਸਿੰਘ ਕੱਪੜਿਆਂ ਵਾਲਾ ਜਿਹੜਾ ਵਰਦੀਆਂ ਦੀ ਵੰਡ ਕਰਦਾ ਹਰੇਕ ਸਕੂਲ ਦੇ ਵਿੱਚ, ਉਹਦਾ ਨਾਮ ਹੈ ਰਾਮ ਸਿੰਘ ਐਂਡ ਕੰਪਨੀ ਤੇ ਉਹਦਾ ਅਕਾਊਂਟ ਨੰਬਰ ਹੈਗਾ ਵਾ 12345 12345 ਨਾਮ ਤੋਂ ਅਕਾਊਂਟ ਨੰਬਰ ਹੈ। ਜੇ ਕਿਸੇ ਵੀ ਸਕੂਲ ਨੇ ਇੱਕ ਵਾਰੀ ਐਡ ਕਰ ਲਿਆ ਤਾਂ ਪੀਐਫਐਮਐਸ ਵਿੱਚ ਲਾਈਫ ਟਾਈਮ ਲਈ ਐਡ ਰਹੇਗਾ, ਚਾਹੇ ਉਹ ਆਲਰੇਡੀ ਹੋ ਵੀ ਸਕਦਾ। ਤੁਸੀਂ ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਐਡ ਕਰਨਾ ਪਏਗਾ, ਉਹ ਵਿੱਚ ਹੋ ਵੀ ਸਕਦਾ, ਤੁਸੀਂ ਸਿਰਫ ਉਹਨੂੰ ਸਰਚ ਕਰਨਾ ਵਾ। ਉਹ ਸਰਚ ਕਿਵੇਂ ਕਰੋਗੇ, ਮੈਨੇਜ ਤੇ ਜਾ ਕੇ ਅਗਲਾ ਆਪਸ਼ਨ ਹੈਗਾ ਜੀ, ਇੱਥੇ ਆਪਾਂ ਸਰਚ ਕ੍ਰਾਈਟੇਰੀਆ ਚੇਂਜ ਕਰਾਂਗੇ। ਪਹਿਲਾ ਕ੍ਰਾਈਟੇਰੀਆ ਸੀਗਾ ਸਰਚ ਕ੍ਰਾਈਟੇਰੀਆ ਵੈਂਡਰ ਰਜਿਸਟਰਡ ਬਾਈ ਮੀ ਤੇ ਸੈਕੰਡ ਕ੍ਰਾਈਟੇਰੀਆ ਹੈਗਾ ਵੈਂਡਰ ਨਾਟ ਮੈਪਡ ਵਿਦ ਮੀ। ਠੀਕ ਹੈ ਜੀ, ਵੈਂਡਰ ਨਾਟ ਮੈਪਡ ਵਿਦ ਮੀ, ਵੈਂਡਰ ਮੈਪਡ ਵਿਦ ਮੀ ਕਰੋਗੇ ਤਾਂ ਤੁਹਾਡੇ ਨਾਲ ਜਿਹੜੇ ਮੈਪਿੰਗ ਹੋਈ ਉਹ ਵੀ ਨਜ਼ਰ ਆ ਜਾਏਗੀ। ਬਟ ਜਿਹੜੇ ਮੈਪਡ ਨਾਟ ਵਿਦ ਮੀ ਹੈਗਾ ਵਾ ਉਸ ਤੋਂ ਬਾਅਦ ਤੁਸੀਂ ਉੱਤੇ ਜਿਹੜੇ ਬੰਦੇ ਨੂੰ ਐਡ ਕਰਨਾ ਚਾਹੁੰਦੇ ਹੋ ਉਹਦਾ ਅਕਾਊਂਟ ਨੰਬਰ ਇੱਕ ਪਾ ਕੇ ਇੱਕ ਵਾਰੀ ਸਰਚ ਕਰ ਲੈਣਾ ਵਾ, ਕਿਤੇ ਪਹਿਲਾਂ ਬਣਿਆ ਤਾਂ ਨਹੀਂ ਹੋਇਆ। ਜੇ ਬਣਿਆ ਹੋਏਗਾ ਤੁਸੀਂ ਸਰਚ ਕਰੋਗੇ, ਤੁਸੀਂ ਦੇਖੋ ਜੀ ਕਿਸੇ ਨੇ ਸਰਚ ਕੀਤਾ ਸੀ ਅਕਾਊਂਟ ਨੰਬਰ ਤੇ ਇੱਥੇ ਰਮਨ ਨਾਮ ਦਾ ਵੈਂਡਰ ਪਹਿਲੇ ਹੀ ਕ੍ਰੀਏਟ ਕੀਤਾ ਹੋਇਆ ਵਾ ਕਿਸੇ ਨੇ, ਉਹ ਰਮਨ ਨਾਮ ਦੇ ਵੈਂਡਰ ਦਾ ਤੁਸੀਂ ਸਿਰਫ ਉਸ ਤੋਂ ਬਾਅਦ ਇੱਕ ਚੀਜ਼ ਚੈੱਕ ਕਰਨੀ ਹੈ, ਜਿਹੜਾ ਉਹਦਾ ਜਿਹੜੇ ਖਾਤੇ 'ਚ ਪੇਮੈਂਟ ਕਰਨੀ ਹੈ ਉਹਦਾ ਅਕਾਊਂਟ ਨੰਬਰ ਚੈੱਕ ਕਰ ਲੈਣਾ ਜੀ, ਬੈਂਕ ਸਟੇਟਸ ਚੈੱਕ ਕਰ ਲੈਣਾ, ਅਕਾਊਂਟ ਸਟੇਟਸ ਚੈੱਕ ਕਰ ਲੈਣਾ ਵਾ। ਆ 2 ਚੀਜ਼ਾਂ ਚੈੱਕ ਕਰ ਲਈਆਂ ਤੁਸੀਂ, ਤਿੰਨ ਚੀਜ਼ਾਂ ਚੈੱਕ ਹੋ ਗਈਆਂ ਤਾਂ ਮਤਲਬ ਕਿ ਤੁਹਾਡਾ ਵੈਂਡਰ ਉਹ ਸਿਸਟਮ 'ਚ ਮੌਜੂਦ ਹੈ। ਤੁਸੀਂ ਕੀ ਕਰੋਗੇ, ਉਹਤੇ ਜਿਹੜਾ ਰੇਡੀਓ ਬਟਨ ਨਜ਼ਰ ਆ ਰਿਹਾ ਵਾ ਆਪਾਂ ਨੂੰ ਨਾਲ ਸਾਈਡ ਤੇ, ਤੁਸੀਂ ਦੇਖੋ ਸਿਲੈਕਟ ਦੀ ਨਾਮ ਦੇ ਨਾਲ ਉਸ ਰੇਡੀਓ ਬਟਨ ਨਜ਼ਰ ਆ ਰਿਹਾ, ਇਹਨੂੰ ਕਲਿੱਕ ਕਰਕੇ ਮੈਪ ਵੈਂਡਰ ਕਰ ਦੋਗੇ। ਕਲਿੱਕ ਕਰਕੇ ਮੈਪ ਦੀ ਕਲਿੱਕ ਕਰੋਗੇ, ਖਤਮ ਕਹਾਣੀ,
ਤੁਹਾਡਾ ਵੈਂਡਰ ਵੀ ਐਡ ਹੋ ਗਿਆ ਜੀ। ਠੀਕ ਹੈ ਜੀ, ਕੋਈ ਇਹਦੇ ਵਿੱਚ ਔਖਾ ਕੰਮ ਨਹੀਂ ਹੈਗਾ। ਆਪਾਂ ਵੈਂਡਰ ਸਰਚ ਕਰਾਂਗੇ, ਸਰਚ ਕਰਕੇ ਲੱਭ ਗਿਆ ਤਾਂ ਉੱਥੇ ਰੇਡੀਓ ਬਟਨ ਲੱਗਾ ਹੋਇਆ ਵਾ, ਉਹਨੂੰ ਕਲਿੱਕ ਕਰਕੇ ਮੈਪ ਵੈਂਡਰ ਦੀ ਆਪਸ਼ਨ ਤੇ ਕਲਿੱਕ ਕਰਤਾ, ਦੈਟਸ ਇਟ, ਆਵਰ ਵਰਕ ਇਜ਼ ਡਨ। ਅਸੀਂ ਉਹਨੂੰ ਪੇਮੈਂਟ ਕਰਨ ਦੇ ਮਤਲਬ ਕਿ ਹੋ ਗਿਆ ਕਿ ਅਸੀਂ ਪੇਮੈਂਟ ਕਰ ਸਕਦੇ ਹਾਂ, ਹੀ ਇਜ਼ ਐਲੀਜੀਬਲ ਫॉर ਪੇਮੈਂਟ। ਤੇ ਆਪਾਂ ਨੂੰ ਜਿਹੜਾ ਵੈਂਡਰ ਪਹਿਲਾਂ ਕ੍ਰੀਏਟ ਹੋਇਆ ਵਾ, ਜੇ ਮੰਨ ਲਓ ਸਪੋਜ਼ ਕਰੋ ਜਿਵੇਂ ਖੰਨਾ 1 ਸਕੂਲ ਨੇ ਇੱਕ ਵੈਂਡਰ ਕ੍ਰੀਏਟ ਕਰਤਾ ਤੇ ਖੰਨਾ 2 ਸਕੂਲ ਨੇ ਵੀ ਉਹ ਵੈਂਡਰ ਨੂੰ ਪੇਮੈਂਟ ਕਰਨੀ ਆ, ਉਹਨੂੰ ਸਿਰਫ ਵੈਂਡਰ ਤੇ ਜਾ ਕੇ ਸਰਚ ਕਰਕੇ ਉਹਨੂੰ ਮੈਪ ਕਰਨ ਦੀ ਲੋੜ ਪੈਗੀ ਆਪਣੇ ਸਕੂਲ ਦੇ ਆਈਡੀ ਨਾਲ। ਸਕੂਲ ਦੇ ਆਈਡੀ ਨਾਲ ਮੈਪ ਕਰਨ ਦੀ ਲੋੜ ਸਾਰਿਆਂ ਨੂੰ ਪੈਣੀ ਹੈ। ਤੁਸੀਂ ਇੱਕ ਵਾਰੀ ਮੈਪ ਕਰਤਾ, ਫਿਰ ਉਹਨੂੰ ਪੇਮੈਂਟ ਜਿੰਨੀ ਮਰਜ਼ੀ ਵਾਰੀ ਰਿਪੀਟ ਕਰੀ ਚੱਲੋ। ਜਦੋਂ ਤੁਸੀਂ ਬਿੱਲ ਲਈ ਜਾਓਗੇ, ਮੰਨ ਲਓ ਕੋਈ ਇਦਾਂ ਦਾ ਵੈਂਡਰ ਹੈ ਜਿੰਦੇ ਚ ਦੋ ਤਿੰਨ ਆਈਟਮਾਂ ਡੀਲ ਕਰਦੇ, ਜਿਵੇਂ ਸਕੂਲ ਗ੍ਰਾਂਟ ਦੇ ਵਿੱਚ ਵੀ ਉਹਦੇ ਤੋਂ ਆਪਾਂ ਸਮਾਨ ਲੈ ਲੈਂਦੇ ਆ। ਕੋਈ ਸਟੇਸ਼ਨਰੀ ਦੀ ਆਈਟਮਾਂ ਕੋਈ ਇਦਾਂ ਦੀ ਹੁੰਦੀਆਂ, ਕਿਸੇ ਮਤਲਬ ਕਿ ਸਟੇਸ਼ਨਰੀ ਦੀ ਆਈਟਮਾਂ ਅਸੀਂ 3-4 ਗ੍ਰਾਂਟਾਂ ਦੇ ਵਿੱਚ ਉਹ ਸਟੇਸ਼ਨਰੀ ਆਈਟਮ ਲੈਣੀ ਹੁੰਦੀ ਹੈ, ਤਾਂ ਉਹ 3-4 ਗ੍ਰਾਂਟਾਂ ਦੇ ਵਿੱਚੋਂ ਆਪਾਂ ਸਟੇਸ਼ਨਰੀ ਦੀ ਪੇਮੈਂਟ ਉਹਨੂੰ ਕਰਨੀ ਹੈ। ਤਾਂ ਮਤਲਬ ਕਿ ਹਰ ਗ੍ਰਾਂਟ ਦੇ ਵਿੱਚ ਤੁਹਾਨੂੰ ਬਾਰ-ਬਾਰ ਤੁਹਾਨੂੰ ਐਡ ਕਰਨ ਦੀ ਲੋੜ ਨਹੀਂ ਪੈਗੀ। ਇੱਕ ਵਾਰੀ ਤੁਸੀਂ ਐਡ ਕਰਤਾ ਤੇ ਨੈਕਸਟ ਟਾਈਮ ਤੁਸੀਂ ਉਹਨੂੰ ਸਿਰਫ ਉੱਥੇ ਵੈਂਡਰ ਦੇ ਉੱਤੇ ਸਰਚ ਕਰਕੇ ਉਹਨੂੰ ਪੇਮੈਂਟ ਕਰੀ ਚੱਲੋਗੇ। ਤੇ ਉਸ ਤੋਂ ਬਾਅਦ ਜੀ ਜਿਵੇਂ ਜੋ ਤੁਸੀਂ ਵੈਂਡਰ ਇਹ ਸਰਚ ਮੈਪ ਕਰਤਾ, ਉਸ ਤੋਂ ਅਗਲਾ ਆਪਸ਼ਨ ਹੈਗਾ ਕਿ ਆਪਾਂ ਨੂੰ ਵੈਂਡਰ ਕ੍ਰੀਏਟ ਨਹੀਂ ਹੋਇਆ, ਤੁਸੀਂ ਸਰਚ ਕਰ ਲਿਆ, ਲੱਭ ਲਿਆ, ਉਹ ਅਕਾਊਂਟ ਨੰਬਰ ਨਹੀਂ ਲੱਭਿਆ, ਤਾਂ ਫਿਰ ਕੀ ਕਰਨਾ ਵਾ, ਤੁਸੀਂ ਅਕਾਊਂਟ ਉਹ ਵੈਂਡਰ ਨੂੰ ਕ੍ਰੀਏਟ ਕਰ ਦੇਣਾ ਵਾ। ਤੇ ਕ੍ਰੀਏਟ ਕਰਨ ਤੋਂ ਪਹਿਲਾਂ ਸਰਚ ਜ਼ਰੂਰ ਕਰਨਾ ਵਾ, ਤਾਂ ਕਿ ਤੁਹਾਨੂੰ ਦੁਬਾਰਾ ਮਿਹਨਤ ਨਾ ਕਰਨੀ ਪਵੇ। ਉਹਦੇ ਵਾਸਤੇ ਦੇਖੋ ਜੀ ਕੀ ਕਰਨਾ ਪਏਗਾ। ਸਿਮਿਲਰਲੀ ਜਿਵੇਂ ਪਹਿਲੇ ਸ਼ੁਰੂ ਤੋਂ ਮੈਂ ਦੱਸਦਾ ਆ ਰਿਹਾ ਵਾਂ ਕਿ ਏਜੰਸੀ ਐਡਮਿਨ ਦੀ ਆਈਡੀ ਤੋਂ ਨਹੀਂ, ਆਪਰੇਟਰ ਦੀ ਆਈਡੀ ਤੁਸੀਂ ਕਲਿੱਕ ਕਰੋਗੇ। ਆਪਰੇਟਰ ਦੀ ਆਈਡੀ ਜਾ ਕੇ ਮਾਸਟਰ ਟੈਬ ਦੇ ਬਾਅਦ ਯੂਜ਼ਰ ਤੋਂ ਬਾਅਦ ਵੈਂਡਰ ਤੋਂ ਬਾਅਦ ਤੁਸੀਂ ਐਡ ਨਿਊ ਤੇ ਕਲਿੱਕ ਕਰੋਗੇ। ਮੈਨੇਜ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ, ਐਡ ਨਿਊ ਤੇ ਨਵਾਂ ਵੈਂਡਰ ਹੀ ਐਡ ਹੋਏਗਾ। ਐਡ ਨਿਊ ਤੇ ਕਲਿੱਕ ਕੀਤਾ ਤਾਂ ਜਿਹੜੀ ਪਿੱਛੇ ਸਕਰੀਨ ਨਜ਼ਰ ਆ ਰਹੀ ਹੈ, ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਵਿੰਡੋ ਤੁਹਾਨੂੰ ਖੁੱਲ ਜਾਏਗੀ। ਹੁਣ ਆਪਾਂ ਕੁਝ ਵੀ ਨਹੀਂ ਕਰਨਾ, ਇੰਨੀ ਡਿਟੇਲ ਦੇਖ ਕੇ ਤੁਸੀਂ ਘਬਰਾਣਾ ਨਹੀਂ ਕਿ ਭਾਈ ਸਾਨੂੰ ਇੰਨੀ ਲੋੜ ਹੈਗੀ ਸਮਾਨ ਦਾ ਭਰਨ ਦੀ। ਜਿਹੜੀ ਦੇਖੋ ਜੀ ਉਹਨਾਂ ਇਨਫੋਰਮੇਸ਼ਨ ਭਰੀ ਹੋਈ ਹੈ, ਮੋਸਟਲੀ ਇਹੀ ਇਨਫੋਰਮੇਸ਼ਨ ਰਿਕੁਆਇਰਡ ਹੁੰਦੀ ਹੈ। ਜੇ ਨਹੀਂ ਵੀ ਹੈਗਾ ਤੁਹਾਨੂੰ ਨਜ਼ਰ ਆ ਰਿਹਾ, ਤਾਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਇੱਥੇ ਸਭ ਤੋਂ ਪਹਿਲਾਂ ਆਪਾਂ ਸੇਵ ਤੇ ਕਲਿੱਕ ਕਰਨਾ ਵਾ। ਉਹਨੂੰ ਖੋਲਦੇ ਸਾਰ ਸੇਵ ਤੇ ਕਲਿੱਕ ਕਰ ਦਿਓ। ਜਦੋਂ ਤੁਸੀਂ ਸੇਵ ਬਟਨ ਤੇ ਕਲਿੱਕ ਕਰੋਗੇ ਸੇਵ ਦੇ ਉੱਤੇ, ਤਾਂ ਤੁਸੀਂ ਸੇਵ ਤੇ ਕਲਿੱਕ ਕਰਨ ਤੋਂ ਬਾਅਦ ਉਹ ਜਿਹੜੇ ਫੀਲਡ ਰਿਕੁਆਇਰਡ ਹੋਏਗੇ ਉਹ ਉੱਥੇ ਸ਼ੋ ਕਰ ਦੇਗਾ ਕਿ ਆਹ ਫੀਲਡ ਭਰੋ, ਫਿਰ ਸੇਵ ਹੋਏਗਾ। ਠੀਕ ਹੈ ਜੀ, ਤਾਂ ਤੁਸੀਂ ਉੱਥੇ ਸੇਵ ਤੇ ਕਲਿੱਕ ਕਰਕੇ ਉਹ ਫੀਲਡ ਦੇਖ ਲੈਣੇ ਆ। ਉਹਦੇ ਵਿੱਚ ਫੀਲਡ ਦੇ ਵਿੱਚ ਆਏਗਾ ਇੱਕ ਤਾਂ ਫਰਮ ਦਾ ਨਾਮ, ਫਰਮ ਦਾ ਐਡਰੈਸ, ਤੇ ਉਸ ਤੋਂ ਬਾਅਦ ਮੋਬਾਈਲ ਨੰਬਰ ਤੇ ਅਕਾਊਂਟ ਨੰਬਰ। ਬਸ ਆਹ 4-5 ਇਨਫੋਰਮੇਸ਼ਨ ਦਾ ਪੁੱਛੇਗਾ ਤੁਹਾਡੇ ਤੋਂ। ਨਾਮ ਤਾਂ ਜ਼ਰੂਰ ਪੁੱਛੇਗਾ ਜੀ, ਤੇ ਉਹਦਾ ਜਿਹੜਾ ਹੈਗਾ ਐਡਰੈਸ ਪੁੱਛੇਗਾ, ਐਡਰੈਸ ਔਰ ਮੋਬਾਈਲ ਨੰਬਰ। ਤੇ ਇਹ ਚੀਜ਼ਾਂ ਪੁੱਛਣ ਤੋਂ ਬਾਅਦ ਤੁਹਾਡਾ ਵੈਂਡਰ ਜਿਹੜਾ ਹੈ ਕ੍ਰੀਏਟ ਹੋ ਸਕਦਾ ਵਾ। ਇੰਨੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ। ਹੁਣ ਦੇਖੋ ਜੀ ਇਹਦੇ ਵਿੱਚ ਇਹ ਹੁਣ ਪਹਿਲਾਂ ਜਿਹੜਾ ਸਿਸਟਮ ਸੀਗਾ ਚੈੱਕ ਕੱਟ ਕੇ ਦੇਣ ਦਾ, ਉਹ ਖਤਮ ਹੋ ਚੁੱਕਾ ਵਾ। ਇਹ ਨਹੀਂ ਹੈਗਾ ਆਪਾਂ ਕਿਸੇ ਨੂੰ ਚੈੱਕ ਕੱਟ ਕੇ ਦੇਤਾ ਤੇ ਉਹ ਬੰਦੇ ਨੇ ਉਸ ਫਰਮ ਦੇ ਖਾਤੇ ਲਾਇਆ ਕਿ ਨਹੀਂ ਲਾਇਆ, ਇਹ ਆਪਾਂ ਦੇਖ ਸਕਦੇ ਹਾਂ। ਹੁਣ ਆਪਾਂ ਨੂੰ ਇੱਥੇ ਐਡ ਕਰਕੇ ਹੀ ਹੁਣ ਪੇਮੈਂਟ ਕਰਨੀ ਪਏਗੀ। ਤੇ ਇਸ ਕਰਕੇ ਆਪਾਂ ਉਹ ਬੰਦੇ ਦਾ ਜਿਹੜਾ ਹੈਗਾ ਨਾਮ ਸਹੀ ਭਰਾਂਗੇ, ਬਿੱਲ ਦੇ ਉੱਤੇ ਦੇਖ ਕੇ ਜਿਹੜਾ ਬੈਂਕ ਦੇ ਵਿੱਚ ਬੋਲਦਾ ਵਾ ਉਹ ਮੈਚ ਕਰਨਾ ਚਾਹੀਦਾ ਵਾ। ਤੇ ਉਸ ਤੋਂ ਬਾਅਦ ਬਿੱਲ ਤੇ ਬੈਂਕ ਦਾ ਨਾਮ ਮੋਸਟਲੀ ਮੈਚ ਕਰਨਾ ਚਾਹੀਦਾ ਵਾ। ਉਸ ਤੋਂ ਬਾਅਦ ਤੁਸੀਂ ਉਹਦਾ ਡਿਟੇਲ ਭਰ ਕੇ ਨੀਚੇ ਤੁਸੀਂ ਦੇਖੋ ਜੀ ਆਪਣਾ ਬੈਂਕ ਦੀ ਆਪਸ਼ਨ ਆ ਰਹੀ ਹੈ। ਹੁਣ ਇਸ ਸਕਰੀਨ ਦੇ ਵਿੱਚ ਦੇਖੋ, ਜਦੋਂ ਆਪਾਂ ਟਾਈਪ ਆਫ ਵੈਂਡਰ ਕਲਿੱਕ ਕਰਾਂਗੇ ਤਾਂ ਪਹਿਲੇ 4-5 ਵੈਂਡਰ ਹੀ ਆਪਾਂ ਕ੍ਰੀਏਟ ਕਰਨੇ ਆ, ਉਸ ਤੋਂ ਲਾਸਟ ਵਾਲੇ 3 ਨਹੀਂ ਕਰਨੇ। ਹਾਲੇ ਤੱਕ ਆਪਣੇ ਕੋਲ ਇਹਨਾਂ ਨੂੰ ਕ੍ਰੀਏਟ ਕਰਨ ਦੀ ਆਪਸ਼ਨ ਨਹੀਂ ਹੈਗੀ। ਮਤਲਬ ਕਿ ਇਹ ਆਪਾਂ ਵੈਂਡਰ ਨਹੀਂ ਕ੍ਰੀਏਟ, ਇਹਦਾ ਇੰਸਟਰਕਸ਼ਨ ਨਹੀਂ ਹੈਗੀ ਆਪਾਂ ਇਹ 3 ਵੈਂਡਰ ਕ੍ਰੀਏਟ ਕਰੀਏ। ਤੇ ਜਦੋਂ ਤੁਸੀਂ ਇੱਥੇ ਕਲਿੱਕ ਕਰਤਾ ਸੇਵ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜੇ ਰਿਕੁਆਇਰਡ ਫੀਲਡ ਆ ਉਹ ਦੱਸੇਗਾ। ਤੇ ਰਿਕੁਆਇਰਡ ਫੀਲਡ ਭਰਨ ਤੋਂ ਬਾਅਦ ਤੁਹਾਨੂੰ ਇੱਥੇ ਦੇਖੋ ਜੀ ਰਿਕੁਆਇਰਡ ਫੀਲਡ ਭਰਨ ਤੋਂ ਬਾਅਦ ਤੁਹਾਨੂੰ ਇੱਥੇ ਆਪਸ਼ਨ ਆ ਗਏ। ਉਸ ਤੋਂ ਬਾਅਦ ਬੈਂਕ ਦੀ ਡਿਟੇਲ, ਜਦੋਂ ਤੁਸੀਂ ਉਹਨਾਂ ਦੇ ਨਾਮ ਭਰਤਾ, ਉਹਨਾਂ ਦਾ ਐਡਰੈਸ ਭਰਤਾ, ਫੋਨ ਨੰਬਰ ਭਰਤਾ, ਉਸ ਤੋਂ ਬਾਅਦ ਅੱਗੇ ਦੇਖੋ ਬੈਂਕ ਡਿਟੇਲ ਦਾ ਕਾਲਮ ਹੈ। ਬੈਂਕ ਡਿਟੇਲ ਥੋੜਾ ਧਿਆਨ ਨਾਲ ਭਰਨ ਵਾਲੀ ਚੀਜ਼ ਹੈ ਕਿ ਤੁਸੀਂ ਬੈਂਕ ਡਿਟੇਲ ਧਿਆਨ ਨਾਲ ਤਾਂ ਭਰਨੀ ਹੈ ਕਿ ਜੇ ਕੋਈ ਬੈਂਕ ਡਿਟੇਲ ਗਲਤ ਐਡ ਹੋਗੀ ਤਾਂ ਉਸ ਕਿਸੇ ਹੋਰ ਦਾ ਖਾਤਾ ਲਿੰਕ ਬਾਈ ਚਾਂਸ ਕਿਸੇ ਹੋਰ ਕੋਈ ਅੱਖਰ ਅੱਗੇ ਪਿੱਛੇ ਹੋ ਗਿਆ ਤਾਂ ਉੱਥੇ ਤੁਹਾਨੂੰ ਮਤਲਬ ਕਿ ਉਹ ਵੈਂਡਰ ਜਿਹੜਾ ਹੈਗਾ ਬਾਕੀ ਸਕੂਲਾਂ ਨੂੰ ਐਡ ਨਹੀਂ ਕਰ ਪਾਣਗੇ ਉਹਨੂੰ। ਸਪੋਜ਼ ਕਰੋ ਤੁਸੀਂ A ਦੁਕਾਨ ਦਾ ਖਾਤਾ B ਦੁਕਾਨ 'ਚ ਚੜਾਤਾ ਗਲਤੀ ਨਾਲ, ਕੋਈ ਇੱਕ ਏਦਾਂ ਦਾ ਡਿਜਿਟ ਸੀਗਾ, ਉਹਦਾ ਖਾਤਾ ਨੰਬਰ ਸੇਮ ਹੀ ਸੀਗਾ, ਆਲਮੋਸਟ 2-4 ਡਿਜਿਟ ਦਾ ਫਰਕ ਹੋਏਗਾ। ਤੁਸੀਂ ਗਲਤੀ ਨਾਲ ਖਾਤਾ ਨੰਬਰ ਗਲਤ ਚੜਾਤਾ ਤੇ ਉੱਥੇ ਨਾਮ ਬੋਲੇਗਾ ਕਿਸੇ ਹੋਰ ਦਾ, ਖਾਤਾ ਨੰਬਰ ਬੋਲੇਗਾ ਕਿਸੇ ਹੋਰ ਦਾ। ਤੇ ਜੇ ਕਿਸੇ ਦੁਕਾਨਦਾਰ ਨੇ ਪੇਮੈਂਟ ਕਰਨੀ ਹੋਏ, ਕਿਸੇ ਉਹਨੂੰ ਪੇਮੈਂਟ ਕਰਨੀ ਹੋਏ ਤਾਂ ਉਹ ਉੱਥੇ ਕਨਫਿਊਜ਼ਨ ਹੋ ਜਾਏਗੀ ਤੇ ਪੇਮੈਂਟ ਗਲਤ ਹੋਣੀ ਸ਼ੁਰੂ ਹੋ ਜਾਣਗੀਆਂ। ਇਸ ਕਰਕੇ ਧਿਆਨ ਰੱਖਣਾ ਕਿ ਜਿਹੜਾ ਉੱਥੇ ਬੈਂਕ ਦੇ ਵਿੱਚ ਨਾਮ ਬੋਲਦਾ ਪਿਆ ਵਾ ਤੇ ਬੈਂਕ ਅਕਾਊਂਟ ਨੇਮ ਧਿਆਨ ਨਾਲ ਭਰਨਾ ਵਾ। ਇੱਥੇ ਤੁਸੀਂ ਜੋ ਬੈਂਕ ਦਾ ਨਾਮ ਭਰੋਗੇ ਤਾਂ ਉੱਥੇ ਆਟੋਮੈਟਿਕਲੀ ਬੈਂਕ ਦੀ ਡਿਟੇਲ ਜਿਹੜੀ ਹੈਗੀ ਆ ਉਹ ਨੀਚੇ ਸ਼ੋ ਹੋਣੀ ਸ਼ੁਰੂ, ਜਿਵੇਂ ਸਟੇਟ ਬੈਂਕ ਦਾ ਖਾਤਾ ਤੁਸੀਂ ਸਟੇਟ ਬੈਂਕ ਸਿੱਧਾ ਹੀ ਲਿਖਿਆ ਆ ਜਾਏਗਾ, ਤੁਸੀਂ ਸਿਲੈਕਟ ਕਰ ਲੈਣਾ ਉੱਥੋਂ ਦੀ। ਉਸ ਤੋਂ ਬਾਅਦ ਉਹਦਾ ਜਿਹੜਾ IFSC ਕੋਡ ਭਰੋਗੇ, IFSC ਕੋਡ ਧਿਆਨ ਨਾਲ ਭਰਨਾ ਜੀ।
ਅਕਾਊਂਟ ਨੰਬਰ ਭਰੋਗੇ, ਇਹ ਵੀ ਧਿਆਨ ਨਾਲ ਚੈੱਕ ਕਰ ਲੈਣਾ 2-3 ਵਾਰੀ, ਠੀਕ ਹੈ ਜੀ। ਜਦੋਂ ਤੁਸੀਂ ਐਡ ਬੈਂਕ ਡਿਟੇਲ ਕਰੋਗੇ ਤਾਂ ਨੀਚੇ ਦੇਖੋ ਬੈਂਕ ਦਾ ਨਾਮ, ਬ੍ਰਾਂਚ ਨੇਮ, ਅਕਾਊਂਟ ਨੰਬਰ, ਸਟੇਟਸ ਐਕਟਿਵ, ਤੇ ਇਹ ਨਜ਼ਰ ਆ ਰਿਹਾ ਵਾ ਨਾ, ਡਿਲੀਟ ਦਾ ਬਟਨ ਵੀ ਦਿੱਤਾ ਹੋਇਆ ਵਾ। ਤੇ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਖਾਤਾ ਜੋ ਬੈਂਕ ਡਿਟੇਲ ਐਡ ਕਰ ਦਿੱਤੀ ਤੇ ਤੁਸੀਂ ਚੈੱਕ ਕੀਤਾ ਕਿ ਅਕਾਊਂਟ ਨੰਬਰ ਗਲਤ ਭਰਿਆ ਗਿਆ ਤਾਂ ਡਿਲੀਟ ਤੇ ਕਲਿੱਕ ਕਰਕੇ ਦੁਬਾਰਾ ਭਰ ਦਿਓ। ਜੇ ਤੁਹਾਨੂੰ ਲੱਗਦਾ ਸਹੀ ਹੈ ਤਾਂ ਸੇਵ ਕਰ ਦਿਓ, ਠੀਕ ਹੈ ਜੀ। ਵੈਂਡਰ ਦੀ ਡਿਟੇਲ ਭਰਨ ਲੱਗੇ ਆ ਤਾਂ ਆਪਾਂ ਉੱਥੇ ਮਾਸਟਰ ਤੇ ਜਾ ਕੇ ਵੈਂਡਰ ਦੇ ਉੱਤੇ ਕਲਿੱਕ ਕਰਾਂਗੇ। ਵੈਂਡਰ ਤੋਂ ਬਾਅਦ ਐਡ ਨਿਊ ਤੇ ਕਲਿੱਕ ਕਰਕੇ ਆਹ ਡਿਟੇਲ ਭਰ ਕੇ ਸਾਰੀ ਉਹਦਾ ਖਾਤਾ ਨੰਬਰ ਭਰ ਕੇ ਸੇਵ ਕਰਾਂਗੇ। ਸੇਵ ਕਰਨ ਤੋਂ ਬਾਅਦ ਕੀ ਹੋਏਗਾ ਜੀ, ਤੁਹਾਡਾ ਵੈਂਡਰ ਜਿਹੜਾ ਹੈਗਾ ਵਾ ਉਹ ਕ੍ਰੀਏਟ ਹੋ ਜਾਏਗਾ, ਸਿਸਟਮ ਦੇ ਵਿੱਚ ਕ੍ਰੀਏਟ ਹੋ ਜਾਏਗਾ। ਹੁਣ ਕ੍ਰੀਏਟ ਹੋਣ ਤੋਂ ਬਾਅਦ ਆਪਾਂ ਫਿਰ ਮੈਨੇਜ ਟੈਬ ਤੇ ਜਾਵਾਂਗੇ, ਜਿਵੇਂ ਉੱਥੇ ਕਰਾਂਗੇ ਸਰਚ ਕ੍ਰਾਈਟੇਰੀਆ ਵੈਂਡਰ ਰਜਿਸਟਰਡ ਬਾਈ ਮੀ, ਫਿਰ ਮੈਨੇਜ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਤਾਂ ਲਾਸਟ ਵਾਲਾ ਵੈਂਡਰ ਤੁਸੀਂ ਦੇਖੋਗੇ ਜਾਂ ਜਿਹੜਾ ਵੀ ਉੱਥੇ ਵੈਂਡਰ ਵਿਊ ਹੋਏਗਾ ਉਹ ਤੁਹਾਡਾ ਐਡ ਕੀਤਾ ਹੋਇਆ ਵੈਂਡਰ ਉੱਥੇ ਨਜ਼ਰ ਆ ਜਾਏਗਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਤੇ ਉਸ ਤੋਂ ਬਾਅਦ ਜੇ ਤੁਸੀਂ ਉਸ ਡਿਟੇਲ ਦੇ ਉੱਤੇ ਦੇਖੋਗੇ, ਤੁਸੀਂ ਸਿਰਫ ਇੱਕ ਗੱਲ ਦਾ ਚੈੱਕ ਕਰਨਾ ਵਾ ਕਿ ਉੱਥੇ ਦੇਖੋ ਸਟੇਟਸ ਇਨ ਬੈਂਕ, ਜਦੋਂ ਤੁਸੀਂ ਕਲਿੱਕ ਕਰਨ ਤੋਂ ਬਾਅਦ ਚੈੱਕ ਕਰੋਗੇ ਨਾ, ਸਕਸੈਸ ਇਨ ਬੈਂਕ ਆ ਰਿਹਾ ਵਾ, ਸਟੇਟਸ ਸਕਸੈਸ ਇਨ ਬੈਂਕ, ਇਹ ਤੁਹਾਡਾ ਜਿਹੜਾ ਹੈਗਾ ਵਾ ਨਜ਼ਰ ਆਏਗਾ, ਤੁਹਾਨੂੰ ਉੱਥੇ ਘੜੀ ਬਣੀ ਨਜ਼ਰ ਆਏਗੀ ਜਦੋਂ ਤੁਸੀਂ ਔਨ ਦਾ ਸਪੋਟ ਚੈੱਕ ਕਰੋਗੇ। ਕਿਉਂਕਿ ਜਿਹੜਾ ਇਹ ਬੈਂਕ ਅਕਾਊਂਟ ਨੰਬਰ ਹੈ ਅਸੀਂ ਭਰਤਾ, ਮਤਲਬ ਇਹ ਨਹੀਂ ਹੈਗਾ ਕਿ ਉਹ ਬੈਂਕ ਨੇ ਚੱਕ ਕੇ PFMS ਚੱਕ ਕੇ ਉਦੋਂ ਹੀ ਓਕੇ ਕਰਤਾ। PFMS ਸਿਸਟਮ ਇਦਾਂ ਦਾ ਵਾ ਜਿਹੜਾ ਬੈਂਕ ਦੇ ਨਾਲ ਡਾਇਰੈਕਟ ਲਿੰਕ ਹੈਗਾ ਵਾ, ਤੇ ਉਹ ਡਿਟੇਲ ਬੈਂਕ ਕੋਲੋਂ ਵੈਰੀਫਾਈ ਕਰੇਗਾ ਪਹਿਲੇ, ਤੇ ਘੜੀ ਦਾ ਨਿਸ਼ਾਨ ਬਣਿਆ ਆਏਗਾ। ਘੜੀ ਦਾ ਨਿਸ਼ਾਨ ਜਦੋਂ ਬਣਿਆ ਹੋਣ ਤੋਂ ਬਾਅਦ ਜਦੋਂ ਉੱਥੇ ਨਜ਼ਰ ਮੈਂ ਕਿ ਤੁਹਾਡਾ ਜਿਹੜਾ ਹੈਗਾ ਵਾ ਸਕਸੈਸ ਇਨ ਬੈਂਕ ਹਟ ਜਾਏਗਾ, ਤੇ ਘੜੀ ਦਾ ਨਿਸ਼ਾਨ ਹਟ ਜਾਏਗਾ, ਸਕਸੈਸ ਇਨ ਬੈਂਕ ਸ਼ੋ ਹੋ ਜਾਏਗਾ। ਆਪਣੇ ਆਪ ਤੁਸੀਂ ਚੈੱਕ ਕਰੋਗੇ 2-3 ਘੰਟਿਆਂ ਬਾਅਦ ਉੱਥੇ ਘੜੀ ਦੇ ਨਿਸ਼ਾਨ ਤੋਂ ਬਾਅਦ ਸਕਸੈਸ ਇਨ ਬੈਂਕ ਆ ਜਾਏਗਾ ਜਾਂ ਨਾਟ ਵੈਰੀਫਾਈਡ ਆ ਜਾਏਗਾ। ਜੋ ਵੀ ਉੱਥੇ ਆਪਸ਼ਨ ਆਏਗੀ ਸਕਸੈਸ ਇਨ ਬੈਂਕ ਤੋਂ ਇਲਾਵਾ ਜਿਹੜੀ ਆਪਸ਼ਨ ਆਏਗੀ, ਮਤਲਬ ਉਹ ਜਿਹੜਾ ਹੈਗਾ ਖਾਤਾ ਤੁਹਾਡਾ ਵੈਰੀਫਾਈ ਨਹੀਂ ਹੋਇਆ, ਕੋਈ ਗਲਤੀ ਹੈਗੀ, ਤੁਹਾਨੂੰ ਦੁਬਾਰਾ ਐਡ ਕਰਨਾ ਪਏਗਾ। ਪਰ ਜਦੋਂ ਉਹ ਸਕਸੈਸ ਇਨ ਬੈਂਕ ਹੋ ਗਿਆ, ਐਕਟੀਵੇਟ ਹੋ ਗਿਆ, ਤਾਂ ਤੁਹਾਡਾ ਉਹ ਜਿਹੜਾ ਹੈਗਾ ਸਾਰਾ ਕੁਝ ਸਹੀ ਹੈ, ਮਤਲਬ ਤੁਸੀਂ ਉਹਨੂੰ ਪੇਮੈਂਟ ਕਰਨ ਦੇ ਮਤਲਬ ਉਹ ਐਲੀਜੀਬਲ ਹੋ ਗਿਆ ਵੈਂਡਰ ਪੇਮੈਂਟ ਕਰਨ ਦੇ ਲਈ। ਹੁਣ ਇਹ ਦੂਜਾ ਕੰਮ ਹੈ ਜਿਹੜਾ ਤੁਹਾਡਾ ਵਨ ਟਾਈਮ ਪ੍ਰੋਸੈਸ ਹੈ। ਪਰ ਜੇ ਕੋਈ ਵੈਂਡਰ ਨਵਾਂ ਵਾ, ਸਾਨੂੰ ਹਰ ਵਾਰੀ ਨਵਾਂ ਐਡ ਕਰ, ਜੇ ਨਵਾਂ ਵੈਂਡਰ ਹੈ ਤਾਂ ਐਡ ਕਰਨਾ ਪਏਗਾ। ਮੰਨ ਲਓ ਕੋਈ ਰਿਪੀਟਿਵ ਵੈਂਡਰ ਹੈ ਜਿਹਨੂੰ ਆਪਾਂ ਦੁਬਾਰਾ ਬਾਰ-ਬਾਰ ਪੇਮੈਂਟ ਕਰ ਰਹੇ ਹਾਂ, ਆਪਾਂ ਨੂੰ ਐਡ ਨਹੀਂ ਕਰਨਾ ਪਏਗਾ। ਮੈਂ ਬਾਰ-ਬਾਰ ਦੱਸ ਰਿਹਾ, ਦੁਬਾਰਾ ਐਡ ਨਹੀਂ ਕਰਨਾ ਪਏਗਾ, ਸਿਰਫ ਮੈਨੇਜ ਜਾ ਕੇ ਚੈੱਕ ਕਰਨਾ ਪਏਗਾ ਕਿ ਉਹ ਵੈਂਡਰ ਸਾਡੇ ਨਾਲ ਰਜਿਸਟਰਡ ਹੈਗਾ ਕਿ ਨਹੀਂ ਹੈਗਾ, ਦੈਟਸ ਇਟ। ਨਹੀਂ ਹੈਗਾ ਤਾਂ ਉਹਨੂੰ ਮੈਪ ਕਰ ਲਓ ਲੱਭ ਕੇ। ਮੈਂ ਤੁਹਾਨੂੰ ਦੱਸ ਦਿੰਦਾ ਕਿ ਕਈ ਵਾਰੀ ਇਦਾਂ ਹੁੰਦਾ, ਜਿਵੇਂ ਹੁਣ ਬਲਾਕ ਹੈਗਾ ਖੰਨਾ 1-2 ਤਾਂ ਦੁਕਾਨ ਪਿੰਡ ਏਰੀਆ ਇੱਕੋ ਹੀ ਹੈ, ਤੇ ਉਹਦੇ ਵਿੱਚ ਜਿਹੜਾ ਅਲੱਗ-ਅਲੱਗ ਹੈਗਾ ਵਾ ਉਹ ਸਾਰੇ ਅਲੱਗ-ਅਲੱਗ ਚੱਲਦੇ ਆ ਰਹੇ ਆ, ਸਾਰੇ ਅਲੱਗ-ਅਲੱਗ ਮਤਲਬ ਕਿ ਬਲਾਕ ਅਲੱਗ-ਅਲੱਗ ਹੋਣ ਦੇ ਵਜ੍ਹਾ ਨਾਲ, ਪਰ ਦੁਕਾਨ ਏਰੀਆ ਤਾਂ ਸੇਮ ਹੀ ਹੈ, ਵੈਂਡਰ ਸੇਮ ਰਹਿਣਗੇ। ਤੇ ਜੇ ਇੱਕ ਸਕੂਲ ਹੈ ਐਡ ਕਰ ਲਿਆ ਤਾਂ ਦੂਜੇ ਸਕੂਲ ਨੂੰ ਸਿਰਫ ਉਹਨੂੰ ਮੈਪ ਕਰਨਾ ਪਏਗਾ। ਮੈਂ ਵਾਰ-ਵਾਰ ਦੱਸ ਰਿਹਾ ਕਿ ਸਿਰਫ ਮੈਪਿੰਗ ਕਰਨੀ ਪਏਗੀ। ਜੇ ਆਲਰੇਡੀ ਵੈਂਡਰ ਐਗਜ਼ਿਸਟ ਕਰਦਾ ਵਾ, ਆਪਾਂ ਨੂੰ ਮੈਪਿੰਗ ਸਾਰਿਆਂ ਨੂੰ ਕਰਨੀ ਪੈਣੀ ਹੈ। ਜੇ ਕਿਸੇ ਨੇ ਪੇਮੈਂਟ ਕਰਨੀ ਹੈ ਤਾਂ ਉਹਨੂੰ ਮੈਪਿੰਗ ਕਰਨੀ ਪਏਗੀ ਪਹਿਲਾਂ, ਬਸ ਆਹ ਚੀਜ਼ ਕੰਮ ਕਰਨਾ ਪਏਗਾ ਜੇ ਵੈਂਡਰ ਆਲਰੇਡੀ ਐਗਜ਼ਿਸਟ ਹੈਗਾ ਵਾ। ਹੁਣ ਇਹ ਆਪਣਾ ਦੇਖੋ ਜੀ 3 ਪ੍ਰੋਸੈਸ ਸੀਗੇ। ਇੱਕ ਤਾਂ ਅਕਾਊਂਟ ਬਣਾਉਣਾ, ਅਕਾਊਂਟ ਅਸੀਂ ਬਣਾ ਕੇ ਦੇ ਚੁੱਕੇ ਆ, ਸਾਨੂੰ PFMS ਬਣਾ ਕੇ ਤੁਹਾਨੂੰ ਦੇ ਦੇਵਾਂਗੇ, ਮਤਲਬ ਕਿ ਪਾਸਵਰਡ ਤੁਹਾਡਾ ਸ਼ੇਅਰ ਕਰ ਦਾਂਗੇ, ਆਈਡੀ ਸ਼ੇਅਰ ਕਰ ਦਾਂਗੇ ਐਡਮਿਨ ਦੇ। ਉਸ ਤੋਂ ਬਾਅਦ ਸੈਕੰਡ ਪ੍ਰੋਸੈਸ ਸੀਗਾ ਜੀ ਖਾਤਿਆਂ ਨੂੰ ਐਕਟੀਵੇਟ ਕਰਨਾ। ਜੇ ਉਹ ਅਸੀਂ ਮਤਲਬ ਕਿ ਕੋਸ਼ਿਸ਼ ਕਰਾਂਗੇ ਬਲਾਕ ਪੱਧਰ ਤੇ ਐਕਟੀਵੇਟ ਕਰ ਦਈਏ, ਨਹੀਂ ਹੋਇਆ ਤਾਂ ਤੁਹਾਨੂੰ ਮੈਂ ਦੱਸਤਾ ਕਿ ਕਿਵੇਂ ਐਕਟੀਵੇਟ ਹੋਣਗੇ ਖਾਤੇ। ਥਰਡ ਹੈ ਜੀ ਯੂਜ਼ਰ ਕ੍ਰੀਏਟ ਕਰਨੇ, ਯੂਜ਼ਰ ਕ੍ਰੀਏਟ ਕਰਨ ਬਾਰੇ ਦੱਸਦੇ ਜਿਹੜੇ ਵੈਂਡਰ ਆਪਣਾ ਆਪਰੇਟਰ ਤੇ ਅਪਰੂਵਰ। ਤੀਸਰਾ ਹੈਗਾ ਵੈਂਡਰ, ਇਹ ਵੈਂਡਰ ਜਿਹੜਾ ਤੁਹਾਨੂੰ ਹੈਗਾ ਜੀ ਇਹ ਵੀ ਕ੍ਰੀਏਟ ਕਰਨ ਦੱਸਦਾ ਕਿ ਕਿਵੇਂ ਵੈਂਡਰ ਕ੍ਰੀਏਟ ਹੋਗਾ। ਇਹ ਵਨ ਟਾਈਮ ਪ੍ਰੋਸੈਸ ਹੈ। ਨੈਕਸਟ ਪ੍ਰੋਸੈਸ ਜਿਹੜਾ ਰਿਪੀਟਿਵ ਪ੍ਰੋਸੈਸ ਸ਼ੁਰੂ ਹੋਏਗਾ ਹੁਣ, ਜਿਹੜਾ ਆਪਾਂ ਕਰਨਾ ਵਾ ਇਹ ਹੈ ਅਗਲਾ ਪ੍ਰੋਸੈਸ ਹੈ, ਧਿਆਨ ਨਾਲ ਸਮਝ ਲਿਓ ਜੀ ਸਾਰਿਆਂ ਨੇ। ਇੱਥੇ ਤੱਕ ਜਿਹੜਾ ਸੀਗਾ ਆਪਣਾ ਕੰਮ ਵਨ ਟਾਈਮ ਸੀਗਾ। ਤੇ ਹੁਣ ਇੱਕ ਚੀਜ਼ ਹੋਰ ਹੈ ਕਿ ਜਿਹੜਾ ਆਪਣਾ ਵੈਂਡਰ ਹੈ ਉੱਥੇ ਤੁਸੀਂ ਜਦੋਂ ਉਹਦੇ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਵੈਂਡਰ ਦਾ ਜਿਹੜਾ ਹੈਗਾ ਉੱਥੇ ਨਾਮ ਨਜ਼ਰ ਆ ਰਿਹਾ, ਨਾਮ ਰਮਨ ਦੇਖੋ ਨਜ਼ਰ ਆ ਰਿਹਾ ਸਕਰੀਨ ਦੇ ਵਿੱਚ। ਜੇ ਤੁਸੀਂ ਇਹ ਹਾਈਪਰ ਲਿੰਕ ਹੈ ਇਹਦੇ ਕਲਿੱਕ ਕਰੋਗੇ ਤੁਹਾਨੂੰ ਆਹ ਵਿੰਡੋ ਨਜ਼ਰ ਆਏਗੀ। ਨਾਮ ਦੇ ਉੱਤੇ ਕਹਿ ਰਿਹਾ ਮੈਂ, ਨਾਮ ਦੇ ਉੱਤੇ ਕਲਿੱਕ ਕਰੋਗੇ ਤੁਹਾਨੂੰ ਆਹ ਵਿੰਡੋ ਨਜ਼ਰ ਆਏਗੀ ਜਿਹੜੀ ਮੈਂ ਹੁਣ ਖੋਲਣ ਜਾ ਰਿਹਾ। ਆਹ ਦੇਖੋ ਇਹਦੇ ਚ ਸਾਰੀ ਡਿਟੇਲ ਨਜ਼ਰ ਆ ਰਹੀ ਹੈ, ਉਹਦਾ ਅਕਾਊਂਟ ਨੰਬਰ, ਬ੍ਰਾਂਚ ਕੀ ਹੈ, ਸਕਸੈਸ ਇਨ ਬੈਂਕ, ਅਕਾਊਂਟ ਸਟੇਟਸ ਐਕਟਿਵ ਹੈ, ਤਾਂ ਹੀ ਤੁਸੀਂ ਉਹਨੂੰ ਮਤਲਬ ਕਿ ਉਹ ਹੈਗਾ ਵਾ ਕਿ ਇਹਨੂੰ ਪੇਮੈਂਟ ਕਰਨੀ ਡਿਟੇਲ ਚੈੱਕ ਕਰਨ ਵਾਸਤੇ। ਅੱਗੇ ਤੁਹਾਨੂੰ ਮੈਂ ਦੱਸਦਾ ਕਿ ਇਹ ਆਪਸ਼ਨ ਹੈਗੀ ਆ। ਤੇ ਇੱਕ ਗੱਲ ਹੋਰ ਹੈ, ਜੇ ਮੰਨ ਲਓ ਤੁਹਾਡੇ ਕੋਲ ਆਲਰੇਡੀ ਵੈਂਡਰ ਉੱਥੇ ਐਗਜ਼ਿਸਟ ਨਜ਼ਰ ਆ ਰਿਹਾ ਵਾ ਤੇ ਤੁਹਾਨੂੰ ਪਤਾ ਲੱਗਾ ਕਿ ਸਪੋਜ਼ ਕਰੋ ਖੰਨਾ 1 ਸਕੂਲ ਨੇ ਉਹ ਵੈਂਡਰ ਕ੍ਰੀਏਟ ਕੀਤਾ ਸੀ, ਉੱਥੇ ਕ੍ਰੀਏਟਡ ਬਾਈ ਦੀ ਆਪਸ਼ਨ ਵੀ ਆਉਂਦੀ ਹੈ ਕਿ ਕਿਹਨੇ ਕ੍ਰੀਏਟ ਕੀਤਾ ਹੋਇਆ ਵੈਂਡਰ। ਖੰਨਾ 1 ਸਕੂਲ ਨੇ ਸਪੋਜ਼ ਕਰੋ ਆਪਣਾ ਕ੍ਰੀਏਟ ਕੀਤਾ ਹੋਇਆ ਵਾ, ਤੇ ਖੰਨਾ 2 ਸਕੂਲ ਨੇ ਉਹਨੂੰ ਪੇਮੈਂਟ ਕਰਨੀ ਹੈ, ਤੇ ਉੱਥੇ ਉਹਨੂੰ ਲੱਗਦਾ ਕਿ ਕੋਈ ਉਹਦੇ ਵੈਂਡਰ ਦੀ ਡਿਟੇਲ ਦੇ ਵਿੱਚ
ਗਲਤੀ ਹੈ ਜਾਂ ਕੋਈ ਇਦਾਂ ਦਾ ਹੈਗਾ ਕਿ ਉਹ ਚੇਂਜ ਹੋਣ ਵਾਲੀ ਹੈ, ਤਾਂ ਉਹ ਖੰਨਾ ਵਨ ਸਕੂਲ ਨਾਲ ਕੰਟੈਕਟ ਕਰਕੇ ਉਹੀ ਜਿਹੜੇ ਬੰਦੇ ਨੇ ਕ੍ਰੀਏਟ ਕੀਤਾ ਉਹੀ ਉਹਨੂੰ ਚੇਂਜ ਕਰ ਸਕਦਾ। ਜੇ ਮੈਂ ਮੈਪ ਕਰ ਲਿਆ ਆਪਣੇ ਨਾਲ, ਮੈਂ ਚੇਂਜ ਨਹੀਂ ਕਰ ਸਕਦਾ। ਉੱਥੇ ਕ੍ਰੀਏਟਡ ਬਾਈ ਦਾ ਨਾਮ ਆ ਰਿਹਾ ਹੁੰਦਾ, ਕ੍ਰੀਏਟਡ ਜਿਹਨੇ ਕੀਤਾ ਹੁੰਦਾ ਉਹੀ ਉਹਨੂੰ ਐਡਿਟ ਕਰ ਸਕਦਾ ਵਾ। ਜੇ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਉਹਨੂੰ ਰੈਕਟੀਫਿਕੇਸ਼ਨ ਕਰਵਾ ਦਾਂਗੇ ਉਹਦੇ ਵਿੱਚ। ਹੁਣ ਅਗਲਾ ਪ੍ਰੋਸੈਸ ਹੈ ਜੀ ਆਪਣਾ, ਆਪਾਂ ਖਰਚਾ ਕਰਨਾ। ਹੁਣ ਇਹ ਜਿਹੜਾ ਇਹ ਕੰਮ ਹੈ ਇਹ ਆਪਣਾ ਰੈਪੀਟੇਟਿਵ ਮੋਡ ਤੇ ਹੋਣਾ ਵਾ। ਮਤਲਬ ਜਿਵੇਂ ਆਪਾਂ ਕੋਈ ਵੀ ਗ੍ਰਾਂਟ ਖਰਚਣੀ ਹੈ, ਹੁਣ ਉਹ ਕਿਵੇਂ ਪੇਮੈਂਟ ਕਰਨੀ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ। ਇਹ ਇੰਪੋਰਟੈਂਟ ਪ੍ਰੋਸੈਸ ਹੈ। ਪਹਿਲਾ ਪ੍ਰੋਸੈਸ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਆਪਾਂ ਵੈਂਡਰ ਕ੍ਰੀਏਟ ਕਰ ਲਿਆ, ਵੈਂਡਰ ਕ੍ਰੀਏਟ ਕਰਨ ਸੌਰੀ ਆਪਰੇਟਰ ਤੇ ਅਪਰੂਵਰ ਕ੍ਰੀਏਟ ਕਰ ਲਏ, ਅਪਰੂਵਰ ਤੋਂ ਬਾਅਦ ਵੈਂਡਰ ਕ੍ਰੀਏਟ ਕਰ ਲਏ, ਵੈਂਡਰ ਕ੍ਰੀਏਟ ਕਰਨ ਤੋਂ ਬਾਅਦ ਹੁਣ ਖਰਚਾ ਕਿਵੇਂ ਕਰਾਂਗੇ। ਖਰਚਾ ਕਰੇਗਾ ਜੀ ਆਪਰੇਟਰ। ਆਪਸ਼ਨ ਸਿਰਫ ਆਪਰੇਟਰ ਕੋਲ ਆਏਗੀ। ਜਿਹੜਾ ਵੈਂਡਰ ਕ੍ਰੀਏਟ ਆ ਉਹ ਮੇਰੇ ਖਿਆਲ 'ਚ ਏਜੰਸੀ ਐਡਮਿਨ ਵੀ ਕਰ ਸਕਦਾ, ਬਟ ਜਿਹੜਾ ਖਰਚਾ ਵਾ ਉਹ ਆਪਰੇਟਰ ਹੀ ਕ੍ਰੀਏਟ ਕਰੇਗਾ। ਤੇ ਉਹ ਕਿਵੇਂ ਕਰਨਾ, ਇਹ ਤੇ ਦੇਖੋ ਆ ਜਿਹੜੀ ਵਿੰਡੋ ਤੁਹਾਨੂੰ ਨਜ਼ਰ ਆਈ ਇਹਦੇ 'ਚ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ। ਇਹਦੇ ਨਾਲ ਹੀ ਜਿਵੇਂ ਜਿਵੇਂ ਪੜ੍ਹੀ ਜਾਓਗੇ ਐਵੇਂ ਤੁਸੀਂ PFMS ਦੇ ਵਿੱਚ ਜਾ ਕੇ ਚੈੱਕ ਕਰਕੇ ਤੁਸੀਂ ਕਰ ਸਕਦੇ ਹੋ। ਬਟ ਮੈਂ ਡਿਟੇਲ 'ਚ ਤੁਹਾਨੂੰ ਥੋੜਾ ਜਿਹਾ ਦੱਸ ਰਿਹਾ ਵਾਂ ਤਾਂ ਕਿ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਨਾ ਆਵੇ। ਕਿ ਇਹ PPT ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ ਤੇ ਤੁਸੀਂ ਉਸ ਚੀਜ਼ ਨੂੰ ਅੱਗੇ ਪੜ੍ਹ ਕੇ ਵੀ ਆਪਣਾ ਕੰਮ ਚਲਾ ਸਕਦੇ ਹੋ। ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ। ਹੁਣ ਜਦੋਂ ਆਪਾਂ ਦੇਖੋ ਜੀ ਖਰਚਾ ਕਰਨਾ, ਏਜੰਸੀ ਡਾਟਾ ਆਪਰੇਟਰ ਦੇ ID ਦੇ ਵਿੱਚੋਂ ਲੌਗਇਨ ਕਰਾਂਗੇ। ਲੌਗਇਨ ਕਰੋਗੇ ਤੁਹਾਨੂੰ ਸਾਈਡ ਦੇ ਉੱਤੇ ਜਿਹੜੇ ਨਜ਼ਰ ਆਏਗੀ ਉਹ ਆਹ ਵਾਲੇ ਨਜ਼ਰ ਆਉਣਗੇ। ਲੈਫਟ ਹੈਂਡ ਸਾਈਡ ਤੇ ਮੈਨੂ ਬਾਰ ਨਜ਼ਰ ਆਏਗਾ। ਜਿਹੜਾ ਮੈਨੂ ਬਾਰ ਨਜ਼ਰ ਆ ਗਿਆ ਇਹਦੇ ਵਿੱਚ ਦੇਖੋ ਜੀ ਤੁਹਾਡੇ ਕੋਲੇ ਨੀਚੋਂ ਦੀ 5ਵੇਂ ਨੰਬਰ ਤੇ ਐਕਸਪੈਂਡੀਚਰ ਦੀ ਆਪਸ਼ਨ ਆ ਰਹੀ ਹੈ। ਨੀਚੋਂ ਦੀ 5ਵੇਂ ਨੰਬਰ ਤੇ ਬੈਂਕ ਤੋਂ ਉੱਪਰ, ਠੀਕ ਹੈ ਜੀ। ਐਕਸਪੈਂਡੀਚਰ ਤੇ ਕਲਿੱਕ ਕਰੋਗੇ ਤੇ ਉੱਥੇ ਮੈਨੇਜ ਦੀ ਆਪਸ਼ਨ ਆਏਗੀ, ਤੇ ਨਾਲ ਆਏਗੀ ਐਡ ਨਿਊ ਦੀ। ਆਪਾਂ ਐਡ ਨਿਊ ਤੇ ਕਲਿੱਕ ਕਰਨਾ। ਐਡ ਨਿਊ ਤੇ ਕਲਿੱਕ ਕਰੋਗੇ ਤੁਹਾਨੂੰ ਆਹ ਵਾਲੀ ਵਿੰਡੋ ਨਜ਼ਰ ਆਣੀ ਸ਼ੁਰੂ ਹੋ ਜਾਏਗੀ। ਆਹ ਵਾਲੀ ਵਿੰਡੋ, ਠੀਕ ਹੈ ਜੀ। ਆਹ ਵਾਲੀ ਵਿੰਡੋ ਹੁਣ ਤੁਸੀਂ ਦੇਖੋ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਜਿਹੜਾ ਤੁਹਾਨੂੰ ਇਹਦੇ ਵਿੱਚ ਸੋਚਣ ਦੀ ਲੋੜ ਹੈ ਦੁਬਾਰਾ। ਤੁਹਾਨੂੰ ਸਿਰਫ ਇਹਨੂੰ ਧਿਆਨ ਨਾਲ ਪੜ੍ਹਨਾ ਵਾ ਤੇ ਉਹ ਫੀਲਡ ਸਿਲੈਕਟ ਕਰੀ ਜਾਣੇ ਆ। ਹੁਣ ਫੀਲਡ ਕਿਵੇਂ ਸਿਲੈਕਟ ਹੋਣਗੇ, ਤੁਸੀਂ ਸਕੀਮ ਉੱਥੇ ਦੇਖੋ ਪਹਿਲੇ ਨੰਬਰ ਤੇ ਸਕੀਮ ਨਜ਼ਰ ਆ ਰਹੀ ਹੈ। ਮੈਂ ਤੁਹਾਨੂੰ ਸਕੀਮ ਦੱਸਿਆ ਵਾ। ਸਕੂਲ ਲੈਵਲ ਤੇ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜਾ ਤੁਹਾਡਾ ਡਾਟਾ ਆਪਰੇਟਰ ਬਣੇਗਾ ਉਹ ਤੁਸੀਂ ਮਿਡ ਡੇ ਮੀਲ ਦਾ ਅਲੱਗ ਤੇ ਸਮਗਰ ਦਾ ਅਲੱਗ ਵੀ ਬਣਾ ਸਕਦੇ ਹੋ ਐਜ਼ ਪਰ ਯੂਰ ਰਿਕੁਆਇਰਮੈਂਟ, ਠੀਕ ਹੈ। ਆਪਰੇਟਰ ਦੋ ਹੋ ਸਕਦੇ ਆ, ਅਪਰੂਵਰ ਇੱਕ ਹੀ ਰਹੇਗਾ। ਜੇ ਮੰਨ ਲਓ ਕਿਸੇ ਸਕੂਲ ਚ ਸਿੰਗਲ ਹੀ ਹੈ ਤਾਂ ਸਕੀਮ ਸਿਲੈਕਟ ਕਰਦੇ ਵਕਤ ਧਿਆਨ ਰੱਖਣਾ ਕਿ ਆਪਾਂ ਪਹਿਲੇ ਨੰਬਰ ਤੇ ਸਕੀਮ ਸਿਲੈਕਟ ਕਰਨੀ ਹੈ। ਸਕੀਮ ਕਿਹੜੀ ਸਿਲੈਕਟ ਕਰਨੀ ਹੈ, ਜਿਹੜੀ ਵੀ ਤੁਹਾਡੇ ਜਿਹੜਾ ਖਰਚਾ ਕਰ ਰਿਹਾ ਮਿਡ ਡੇ ਮੀਲ ਦਾ ਜਾਂ ਸਮਗਰਾ ਦਾ, ਠੀਕ ਹੈ। ਦੋਨਾਂ ਦਾ ਤੁਸੀਂ ਖਰਚਾ ਸਿਲੈਕਟ ਪੇਮੈਂਟ ਕਰਨੀ ਹੋਵੇ ਖਰਚੇ ਦੀ, ਤੁਸੀਂ ਉਹ ਸਕੀਮ ਪਹਿਲਾਂ ਸਿਲੈਕਟ ਕਰਨੀ ਹੈ। ਇੱਥੇ ਜੋ ਸਕੀਮ ਸਿਲੈਕਟ ਕਰੋਗੇ ਉੱਥੇ ਪ੍ਰੋਜੈਕਟ ਦੇ ਵਿੱਚ ਕੁਝ ਵੀ ਨਹੀਂ ਆਏਗਾ। ਨੈਕਸਟ ਆਏਗਾ ਸੈਲਫ ਦੇ ਉੱਤੇ ਦੇਖੋ ਜੀ ਰੇਡੀਓ ਬਟਨ ਹੈ ਤੇ ਇਹਦੇ ਉੱਤੇ ਹੀ ਕਲਿੱਕ ਹੋਇਆ ਹੋਏਗਾ। ਸੈਲਫ ਤੇ ਹੀ ਹੋਣਾ। ਇਹਦੇ ਦੇ ਵਿੱਚ ਕੋਈ ਇਹਦੇ ਚ ਉਹ ਨਹੀਂ ਹੈਗਾ ਕਿ SNA ਤੇ ਨਹੀਂ ਆ ਰਿਹਾ, ਪੇਰੈਂਟ ਏਜੰਸੀ ਤੇ ਨਹੀਂ ਆ ਰਿਹਾ, ਆਪਾਂ ਕਿਤੇ ਨਹੀਂ ਕਰ ਸਕਦੇ। ਸੈਲਫ ਦੇ ਉੱਤੇ ਆਟੋਮੈਟਿਕਲੀ ਆਏਗਾ ਤੇ ਤੁਹਾਨੂੰ ਇਹਦੇ ਵਿੱਚ ਬੈਂਕ ਡਿਟੇਲ ਆਪਣੇ ਆਪ ਭਰੀ ਨਜ਼ਰ ਆਏਗੀ। ਤੁਸੀਂ ਨਜ਼ਰ ਆਏਗੀ ਜਿਹੜਾ ਖਾਤਾ ਤੁਹਾਡਾ ਸਕੂਲ ਦਾ ਹੋਏਗਾ ਉਹ ਇੱਥੇ ਸ਼ੋ ਹੋਣਾ ਸ਼ੁਰੂ ਹੋ ਜਾਏਗਾ, ਠੀਕ ਹੈ। ਉਸ ਤੋਂ ਅੱਗੇ ਨੀਚੇ ਵੈਂਡਰ ਤੇ ਬੈਨੀਫੀਸ਼ਰੀ ਤੇ ਵੈਂਡਰ। ਆਪਾਂ ਜਿਹੜਾ ਵੈਂਡਰ ਕ੍ਰੀਏਟ ਕੀਤਾ ਹੈਗਾ ਵੈਂਡਰ ਤੇ ਕਲਿੱਕ ਕਰਾਂਗੇ। ਬੈਨੀਫੀਸ਼ਰੀ ਦਾ ਮਤਲਬ ਹੋਏਗਾ ਜਿਹੜਾ ਆਪਾਂ ਕਈ ਵਾਰੀ ਬੱਚੇ ਨੂੰ ਪੈਸੇ ਪਾਉਂਦੇ ਆ ਤਾਂ ਉਹ ਬੈਨੀਫੀਸ਼ਰੀ ਦੇ ਵਿੱਚ ਚਲਾ ਜਾਏਗਾ। ਬਟ ਆਪਾਂ ਨੂੰ ਉਹ ਹਲੇ ਸੈਕੰਡਰੀ ਪ੍ਰੋਸੈਸ ਹੈ, ਆਪਾਂ ਸਿਰਫ ਵੈਂਡਰ ਦੀ ਪੇਮੈਂਟ ਕਰਨੀ ਹੈ। ਤੇ ਵੈਂਡਰ ਦੇ ਵਿੱਚ ਜਦੋਂ ਤੁਸੀਂ ਵੈਂਡਰ ਦੇ ਉੱਤੇ ਕਲਿੱਕ ਕਰੋਗੇ ਤਾਂ ਨੀਚੇ ਲਿਸਟ ਆਫ ਵੈਂਡਰਸ ਦੇ ਵਾਸਤੇ ਸਰਚ ਦੀ ਆਪਸ਼ਨ ਖੁੱਲ ਜਾਏਗੀ, ਠੀਕ ਹੈ ਜੀ। ਉਸ ਤੋਂ ਅੱਗੇ ਮੈਂ ਤੁਹਾਨੂੰ ਆ ਜਿਹੜਾ ਪਹਿਲਾ 4 ਸਟੈਪ ਦੱਸਿਆ ਇਹ ਮੈਂ ਤੁਹਾਨੂੰ ਅੱਗੇ ਜਿਵੇਂ ਅਸੀਂ ਭਰੇ ਹੋਏ ਨੇ ਉਹ ਮੈਂ ਤੁਹਾਨੂੰ ਦਿਖਾਣਾ ਵਾ ਜੀ। ਇਹਦੇ ਵਿੱਚ ਦੇਖੋ ਜੀ ਹੁਣ ਆ ਦੇਖੋ ਜਿਹੜੀ ਸਕੀਮ ਮੈਂ ਕਿਹਾ ਸੀਗਾ, ਸਕੀਮ ਜਿਹੜੀ ਹੈਗੀ ਆ ਉਹਦੇ ਵਿੱਚ ਸਕੀਮ ਭਰਤੀ, ਸੈਲਫ ਤੇ ਕਲਿੱਕ ਕਰਤਾ। ਪਿੱਛੇ ਜਦੋਂ ਤੁਸੀਂ ਸਕੀਮ ਭਰੋਗੇ ਪਹਿਲੇ ਸੈਲਫ ਤੇ ਕਲਿੱਕ ਆਊਗਾ। ਇਹ ਜਿਹੜਾ ਖਾਤਾ ਨੰਬਰ ਸ਼ੋ ਹੋ ਰਿਹਾ ਵਾ ਇਹ ਪਹਿਲਾਂ ਹੀ ਨਜ਼ਰ ਆਏਗਾ ਤੁਹਾਨੂੰ ਭਰਿਆ ਹੋਇਆ, ਇੱਥੇ ਤੁਹਾਨੂੰ ਭਰਨ ਦੀ ਲੋੜ ਨਹੀਂ ਪੈਗੀ। ਫਿਰ ਐਕਸਪੈਂਡੀਚਰ ਡਨ ਫॉर ਵੈਂਡਰ ਕਲਿੱਕ ਕਰਤਾ। ਜਦੋਂ ਤੁਸੀਂ ਵੈਂਡਰ ਕਲਿੱਕ ਕਰਤਾ ਤਾਂ ਤੁਹਾਡੇ ਕੋਲ ਨੀਚੇ ਵੈਂਡਰ ਨੇਮ ਪਾ ਕੇ ਸਰਚ ਵੈਂਡਰ ਦੀ ਆਪਸ਼ਨ, ਸਿਲੈਕਟ ਵੈਂਡਰ ਦੀ ਆਪਸ਼ਨ ਦੇ ਉੱਤੇ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਤੁਸੀਂ ਸਿਲੈਕਟ ਵੈਂਡਰ ਕਰੋਗੇ ਤਾਂ ਤੁਹਾਨੂੰ ਇੱਥੇ ਸਾਈਡ ਤੇ ਆਹ ਪੌਪਅਪ ਵਿੰਡੋ ਖੁੱਲ ਜਾਏਗੀ। ਇਹਦੇ ਵਿੱਚ ਤੁਸੀਂ ਕਿਸੇ ਵੀ ਉਹਦਾ ਨਾਮ ਪਾ ਕੇ ਵੈਂਡਰ ਦਾ ਜਿਹੜੇ ਪੇਮੈਂਟ ਕਰਨੀ ਆ ਉਹਦਾ ਨਾਮ ਪਾ ਦਿਓ, ਠੀਕ ਹੈ ਜੀ। ਉਹ ਸਰਚ ਕਰ ਲਓਗੇ ਜਿਹੜੇ ਤੁਸੀਂ ਰਜਿਸਟਰ ਕੀਤੇ ਹੋਏ ਆ। ਤੁਸੀਂ ਪਹਿਲੇ ਮੈਨੇਜ ਵੈਂਡਰ ਤੇ ਜਾ ਕੇ ਚੈੱਕ ਕਰ ਲਓਗੇ ਵੈਂਡਰ ਦਾ ਨਾਮ ਕੀ ਹੈ। ਉਹ ਵੈਂਡਰ ਦਾ ਨਾਮ ਪਾਓਗੇ ਤੇ ਸਿਲੈਕਟ ਕਰੋਗੇ, ਸਰਚ ਕਰੋ, ਉੱਥੇ ਆ ਜਾਏਗਾ। ਉਹਨੂੰ ਸਿਲੈਕਟ ਕਰ ਲਓ, ਉਹ ਵੈਂਡਰ ਤੁਹਾਡਾ ਸਿਲੈਕਟ ਹੋ ਜਾਏਗਾ ਇੱਥੇ, ਠੀਕ ਹੈ ਜੀ। ਤੇ ਜੇ ਤੁਹਾਨੂੰ ਉਹਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਕਨਫਿਊਜ਼ਨ ਹੈਗੀ ਹੈ ਤਾਂ ਤੁਸੀਂ ਉਹ ਵੈਂਡਰ ਦਾ ਕੋਡ, ਹਰੇਕ ਵੈਂਡਰ ਦੇ ਕੋਡ ਯੂਨੀਕ ਕੋਡ ਨਜ਼ਰ ਆਏਗਾ ਤੁਹਾਨੂੰ ਉਹਦੇ ਵੈਂਡਰ ਦੀ ਮੈਨੇਜ ਜਾ ਕੇ। ਉਹ ਵੈਂਡਰ ਦਾ ਕੋਡ ਤੁਸੀਂ ਭਰ ਦੋਗੇ ਤਾਂ ਵੀ ਤੁਹਾਡਾ ਡਾਇਰੈਕਟ ਉਹ ਵੈਂਡਰ ਚੱਕਿਆ ਜਾਏਗਾ ਇੱਥੇ,
ਵੈਂਡਰ ਸਿਲੈਕਟ ਹੋ ਜਾਏਗਾ। ਹੁਣ ਜਦੋਂ ਉਹ ਵੈਂਡਰ ਸਿਲੈਕਟ ਕਰ ਲਿਆ ਤਾਂ ਉਹਦੇ ਬਾਅਦ ਦੇਖੋ ਜੀ ਨੀਚੇ ਵੈਂਡਰ ਦਾ ਨੇਮ ਤੋਂ ਬਾਅਦ ਲੈਟਰ ਆਫਿਸ ਆਰਡਰ ਨੰਬਰ ਆ ਰਿਹਾ ਵਾ, ਇਹ ਮਤਾ ਨੰਬਰ ਹੋਏਗਾ ਤੁਹਾਡੇ ਸਕੂਲ ਦਾ, ਇਹ ਮਤਾ ਨੰਬਰ ਜਾਂ ਕੋਈ ਸੈਂਕਸ਼ਨ ਨੰਬਰ ਹੋਏਗਾ ਜਿਹੜਾ ਤੁਸੀਂ ਬਣਾਇਆ ਹੋਏਗਾ ਆਪਣਾ, ਉਹ ਹੋਏਗਾ। ਫਿਰ ਅੱਗੇ ਅਪਲੋਡ ਕਰਨ ਦੀ ਲੋੜ ਨਹੀਂ ਹੈਗੀ, ਜਾਂ ਜੇ ਕਰਨਾ ਵੀ ਚਾਹੁੰਦੇ ਹੋ ਤਾਂ ਮੈਂ ਕਿ ਉਹ ਸੈਂਕਸ਼ਨ ਲੈਟਰ ਹੁੰਦੀ ਹੈ, ਉਹ ਤੁਸੀਂ ਆਪਾਂ ਕਦੀ ਅਪਰੂਵਲ ਲੈਂਦੇ ਨਹੀਂ ਸਕੂਲ ਪੱਧਰ ਦੇ ਉੱਤੇ ਉਸ ਤਰੀਕੇ ਨਾਲ ਕਿ ਪ੍ਰੋਪਰ ਲੈਟਰ ਬਣਾ ਕੇ ਪ੍ਰਿੰਟ ਆਊਟ ਕੱਢ ਕੇ ਉਹਦੀ ਅਪਰੂਵਲ ਲਈਏ, ਤਾਂ ਉਹ ਕੋਈ ਚਿੱਠੀ ਨਹੀਂ ਹੁੰਦੀ। ਤੇ ਇਸ ਕਰਕੇ ਇੱਥੇ ਤੁਸੀਂ ਨਹੀਂ ਅਪਲੋਡ ਨਹੀਂ ਵੀ ਕਰੋਗੇ ਤਾਂ ਚੱਲੇਗਾ। ਫਿਰ ਸੈਂਕਸ਼ਨ ਡੇਟ ਆ ਗਈ ਜੀ, ਜਿਹੜੀ ਤਰੀਕ ਨੂੰ ਤੁਸੀਂ ਬਿੱਲ ਪ੍ਰਵਾਨ ਕੀਤਾ ਵਾ, ਮਤਲਬ ਕਿ ਜਿਹੜੇ ਜਦੋਂ ਤੁਸੀਂ ਪੇਮੈਂਟ ਉਹਨੂੰ ਦੇਣੀ ਹੈ ਬੰਦੇ ਨੂੰ, ਮਤਲਬ ਕਿ ਜਿਵੇਂ ਤੁਸੀਂ ਬਿੱਲ ਲਿਆਂਦਾ, ਬਿੱਲ ਲੈ ਕੇ ਮਤਲਬ ਕਿ ਅਪਰੂਵ ਕਰਾ ਕੇ ਮਤਾ ਪਾ ਕੇ ਪ੍ਰੋਪਰ ਜਿਹੜੀ ਤਰੀਕ ਨੂੰ ਤੁਸੀਂ ਉਹਨੂੰ ਕਰਤਾ ਕਿ ਹਾਂਜੀ ਅਸੀਂ ਪੇਮੈਂਟ ਕਰਨੀ ਹੈ, ਉਹ ਸੈਂਕਸ਼ਨ ਡੇਟ ਉਹ ਆ ਜਾਏਗੀ। ਤੇ ਨੈਕਸਟ ਐਕਚੁਅਲ ਟ੍ਰਾਂਜੈਕਸ਼ਨ ਡੇਟ ਇਹ ਅੱਜ ਦੀ ਡੇਟ ਹੀ ਬੋਲੇਗਾ, ਅੱਜ ਦੀ ਡੇਟ ਹੀ ਆਏਗੀ। ਜੇ ਮੰਨ ਲਓ ਤੁਸੀਂ ਅੱਜ ਪੇਮੈਂਟ ਕਰ ਰਹੇ ਹੋ, ਇਹ ਬੈਕ ਡੇਟ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਨਹੀਂ ਜਾਏਗੀ, ਇਹ ਡੇਟ ਇੱਥੇ ਅੱਜ ਦੀ ਹੀ ਸ਼ੋ ਹੋਏਗੀ, ਇਹ ਚੇਂਜ ਨਹੀਂ ਕਰ ਸਕਦੇ। ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉੱਥੇ ਆਪਾਂ ਸਕੀਮ ਸਿਲੈਕਟ ਕਰਾਂਗੇ, ਸਿਲੈਕਟ ਕਰਨ ਤੋਂ ਬਾਅਦ ਜਿਹੜਾ ਪੈਸਾ ਤੁਹਾਡੀ ਸਕੀਮ ਦੇ ਵਿੱਚ ਬੋਲਦਾ ਹੋਇਆ ਖਾਤੇ ਦੇ ਵਿੱਚ, ਉਹ ਇੱਥੇ ਟੋਟਲ ਅਵੇਲੇਬਲ ਅਮਾਉਂਟ ਦੇ ਵਿੱਚ ਸ਼ੋ ਹੋਣਾ ਸ਼ੁਰੂ ਹੋ ਜਾਏਗਾ, ਟੋਟਲ ਅਵੇਲੇਬਲ ਅਮਾਉਂਟ ਦੇ ਵਿੱਚ ਸ਼ੋ ਹੋਣਾ ਸ਼ੁਰੂ ਹੋ ਜਾਏਗਾ ਜੀ। ਤੇ ਉਸ ਤੋਂ ਬਾਅਦ ਜਿਹੜੀ ਟੋਟਲ ਅਮਾਉਂਟ ਹੈ ਉਹ ਉਹਦੇ ਵਿੱਚ ਆਪਾਂ ਨੂੰ ਇੱਥੇ ਟੋਟਲ ਅਮਾਉਂਟ ਕਿਹੜੀ ਹੈ ਕਿ ਆਪਾਂ ਕਿੰਨੀ ਪੇਮੈਂਟ ਕਰਨੀ ਹੈ ਉਸ ਵੈਂਡਰ ਨੂੰ, ਟੋਟਲ ਅਮਾਉਂਟ ਦਾ ਮਤਲਬ ਇਹ ਹੈ। ਤੇ ਟੋਟਲ ਅਮਾਉਂਟ ਦਾ ਮਤਲਬ ਇਹ ਹੈ ਕਿ ਇੱਥੇ ਪੇਮੈਂਟ ਕਿੰਨੀ ਕਰਨੀ ਹੈ। ਤੇ ਉਸ ਤੋਂ ਬਾਅਦ ਆਪਾਂ ਅਵੇਲੇਬਲ ਫੰਡਸ ਦੇ ਵਿੱਚੋਂ ਕਿੰਨੀ ਪੇਮੈਂਟ ਉਹਨੂੰ ਕਰਨੀ ਹੈ। ਸਪੋਜ਼ ਕਰੋ ਵਰਦੀਆਂ ਦਾ ਬਿੱਲ ਸੀਗਾ, ਤੁਸੀਂ ਉਹਨੂੰ 72,000 ਰੁਪਏ ਪੇਮੈਂਟ ਕਰਨੀ ਹੈ ਕਿਸੇ ਸਕੂਲ ਨੇ, ਉੱਥੇ 72,000 ਭਰ ਦੋਗੇ, ਨਰੇਸ਼ਨ ਦੋਗੇ ਕਾਹਦਾ ਖਰਚਾ ਵਾ, ਸਕੂਲ ਆਪਣਾ ਯੂਨੀਫਾਰਮ ਦਾ। ਤੇ ਨਰੇਸ਼ਨ ਗ੍ਰਾਂਟ ਵਾਈਜ਼ ਹੋਏਗੀ, ਜੇ ਮੰਨ ਲਓ ਕਿ ਤੁਸੀਂ ਸਕੂਲ ਗ੍ਰਾਂਟ ਦਾ ਐਕਸਪੈਂਡੀਚਰ ਅਸੀਂ ਕਰ ਰਹੇ ਹਾਂ ਉਹ ਲਿਖ ਦੋਗੇ ਇੱਥੇ, ਜਾਂ ਤੁਸੀਂ ਉਹ ਦੂਸਰਾ ਕੋਈ ਵੀ ਇੱਥੇ ਮਤਲਬ ਕਿ ਇਹਦੇ ਚ ਨਰੇਸ਼ਨ ਕਾਹਦਾ ਖਰਚਾ ਕਰ ਰਹੇ ਹੋ। ਵਾਊਚਰ ਨੰਬਰ ਨੀਚੇ ਨਜ਼ਰ ਆ ਰਿਹਾ, ਇਹ ਵਾਊਚਰ ਨੰਬਰ ਭਰਨ ਦੀ ਲੋੜ ਨਹੀਂ। ਕਿਉਂ ਨਹੀਂ? ਕਿਉਂਕਿ ਇੱਥੇ ਇੱਕ ਸਿਸਟਮ ਜਨਰੇਟਡ ਵਾਊਚਰ ਨੰਬਰ ਆਏਗਾ, ਇਹ ਤੁਹਾਡੇ ਵਾਊਚਰ ਨੰਬਰ ਨਾਲੋਂ ਅਲੱਗ ਹੋ ਸਕਦਾ ਵਾ, ਜ਼ਰੂਰੀ ਨਹੀਂ ਹੈ ਕਿ ਸੇਮ ਹੋਵੇ। ਇਹ ਸਿਸਟਮ ਜਨਰੇਟਡ ਆਏਗਾ, ਇਹ ਤੁਸੀਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਹਨੂੰ ਵਾਊਚਰ ਨੰਬਰ ਦੇਣਾ ਵਾ ਕਿ ਕਿਸੇ ਹੋਰ ਨੂੰ ਦੇਣਾ ਵਾ, ਤੇ ਇਹਨੂੰ ਵਾਊਚਰ ਨੰਬਰ ਦੇਣਾ ਕਿ ਹੋਰ ਵਾਊਚਰ ਨੰਬਰ ਦੇਣਾ। ਇਸ ਕਰਕੇ ਇੱਥੇ ਵਾਊਚਰ ਨੰਬਰ ਜਿਹੜਾ ਆਏਗਾ ਇੱਥੇ ਭਰਨ ਦੀ ਆਪਸ਼ਨ ਨਹੀਂ ਆਏਗੀ। ਉਸ ਤੋਂ ਅੱਗੇ ਦੇਖੋ ਜੀ, ਹੁਣ ਥੋੜਾ ਧਿਆਨ ਨਾਲ ਸਮਝਣ ਦੀ ਲੋੜ ਹੈ, ਥੋੜਾ ਜਿਹਾ ਨੀਚੇ ਦੇਖਿਓ। ਜਦੋਂ ਤੁਸੀਂ ਸਾਰੀ ਡਿਟੇਲ ਭਰਤੀ, ਸਕੀਮ ਭਰਤੀ, ਅਕਾਊਂਟ ਨੰਬਰ ਲਿਖਿਆ ਆ ਗਿਆ, ਐਕਸਪੈਂਡੀਚਰ ਵੈਂਡਰ ਵੀ ਸਿਲੈਕਟ ਕਰ ਲਿਆ, ਤੇ ਸੈਂਕਸ਼ਨ ਡੇਟ, ਟੋਟਲ ਅਮਾਉਂਟ ਕਿੰਨਾ ਖਰਚਾ ਕਰਨਾ ਆ ਗਿਆ। ਹੁਣ ਆਪਣੇ ਕੋਲੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਅਸੀਂ ਤੁਹਾਨੂੰ ਫੰਡ ਭੇਜਾਂਗੇ ਉਹ ਕੰਬਾਈਨਡ ਅਮਾਉਂਟ ਸ਼ੋ ਹੁੰਦੀ ਹੋਊਗੀ। ਇੱਥੇ ਟੋਟਲ ਅਮਾਉਂਟ ਅਵੇਲੇਬਲ ਫੰਡ ਹੈ, ਜਿੰਨੇ ਫੰਡ ਆਪਾਂ, ਜਿਵੇਂ ਹੁਣ ਪਾਸਬੁੱਕ ਦੇ ਵਿੱਚ ਆਪਾਂ ਨਜ਼ਰ ਗੱਲ ਕਰੀਏ ਕਿ ਜਿੰਨੀ ਆਪਣੀ ਪਾਸਬੁੱਕ ਦੇ ਵਿੱਚ ਸ਼ੋ ਹੁੰਦਾ ਵਾ, ਜਿਹਨੇ ਆਪਣੇ ਪਾਸਬੁੱਕ ਦੇ ਵਿੱਚ ਸ਼ੋ ਹੋਏਗਾ ਕਿ ਮੰਨ ਲਓ ਤੁਹਾਡੇ ਕੋਲ 4 ਲੱਖ ਰੁਪਏ ਗ੍ਰਾਂਟ ਪਈ ਹੈ, ਠੀਕ ਹੈ ਜੀ, 4 ਲੱਖ ਗ੍ਰਾਂਟ ਇਕੱਠੀ ਸ਼ੋ ਹੋ ਰਹੀ ਹੋਏਗੀ, ਉਹਦੇ ਵਿੱਚੋਂ ਵਰਦੀਆਂ ਦਾ ਪੈਸਾ ਕਿੰਨਾ ਵਾ, ਸਕੂਲ ਗ੍ਰਾਂਟ ਦਾ ਪੈਸਾ ਕਿੰਨਾ ਵਾ, ਉਹ ਤੁਹਾਨੂੰ ਬਾਈਫਰਕੇਟ ਨਹੀਂ ਹੋਏਗਾ। ਉਹਦੀ ਲੈਟਰਾਂ ਜਦੋਂ ਤੁਹਾਨੂੰ ਫੰਡ ਐਲੋਕੇਟ ਕਰਾਂਗੇ ਤੁਹਾਨੂੰ ਲੈਟਰਾਂ ਨਾਲ ਭੇਜਾਂਗੇ, ਠੀਕ ਹੈ। ਉਹ ਲੈਟਰ ਦੇ ਬੇਸ ਦੇ ਉੱਤੇ ਕੰਪੋਨੈਂਟ, ਹੁਣ ਆਪਾਂ ਇੱਥੇ ਦੇਖੋ ਜੀ ਸਕੀਮ ਕੰਪੋਨੈਂਟ ਡਿਟੇਲ ਧਿਆਨ ਦੇਣ ਦੀ ਲੋੜ ਹੈ। ਦੁਬਾਰਾ ਜੀ, ਸਕੀਮ ਕੰਪੋਨੈਂਟ ਡਿਟੇਲ ਇੱਥੇ ਆਪਾਂ ਭਰਨਾ ਵਾ ਕਿ ਕਾਹਦਾ ਖਰਚਾ ਕਰ ਰਹੇ ਆ ਡਿਟੇਲ ਸਿਸਟਮ ਦੇ ਵਿੱਚ। ਇਹਦੇ ਵਿੱਚ ਕੀ ਕਰਾਂਗੇ ਆਪਾਂ, ਸਿਲੈਕਟ ਸਕੀਮ ਤੇ ਕਲਿੱਕ ਕਰਾਂਗੇ, ਸਿਲੈਕਟ ਸਕੀਮ ਕੰਪੋਨੈਂਟ। ਜਦੋਂ ਸਿਲੈਕਟ ਸਕੀਮ ਕੰਪੋਨੈਂਟ ਕਰਾਂਗੇ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਆਹ ਵਾਲੀ ਵਿੰਡੋ ਖੁੱਲੇਗੀ ਜੀ। ਤੁਹਾਡੇ ਕੋਲ ਆਹ ਵਾਲੀ ਵਿੰਡੋ ਖੁੱਲੇਗੀ, ਇਹਦੇ ਵਿੱਚ ਦੇਖੋ ਜੀ ਸਾਰੀ ਵੈਂਡਰ ਡਿਟੇਲ ਭਰੀ ਹੋਈ ਆ। ਤੁਸੀਂ ਜਦੋਂ ਤੁਹਾਨੂੰ ਪੀਪੀਟੀ ਸ਼ੇਅਰ ਹੋ ਜਾਏਗੀ ਤੁਸੀਂ ਚੈੱਕ ਕਰਨਾ ਵਾ, ਤੇ ਵੈਂਡਰ ਡਿਟੇਲ ਦੇ ਉੱਤੇ ਸਿਲੈਕਟ ਕੰਪੋਨੈਂਟ ਤੇ ਕਰੋਗੇ, ਆ ਸਾਈਡ ਦੇ ਉੱਤੇ ਜਿਹੜਾ ਪੌਪਅਪ ਵਿੰਡੋ ਹੈ ਇਹ ਨਜ਼ਰ ਆ ਜਾਏਗੀ। ਇਹਦੇ ਵਿੱਚ ਜਿਹੜਾ ਖਰਚਾ ਕਰਨਾ ਉਹ ਤੁਸੀਂ ਖਰਚੇ ਦੇ 4-5 ਅੱਖਰ ਭਰ ਦਿਓ, 3 ਅੱਖਰ ਭਰ ਦਿਓ ਘੱਟੋ ਘੱਟ। ਜੇ ਮੰਨ ਲਓ ਯੂਨੀਫਾਰਮ ਦਾ ਵਾ, ਵਰਦੀਆਂ ਦੀ ਗ੍ਰਾਂਟ ਹੈ, ਤਾਂ ਉੱਥੇ ਫ੍ਰੀ ਯੂਨੀਫਾਰਮ ਲਿਖੋਗੇ, ਤੁਹਾਨੂੰ ਫ੍ਰੀ ਯੂਨੀਫਾਰਮ ਨਜ਼ਰ ਆ ਜਾਏਗਾ ਨੀਚੇ ਲਿਖਿਆ ਹੋਇਆ। ਤੁਸੀਂ ਫ੍ਰੀ ਯੂਨੀਫਾਰਮ ਨੂੰ ਸਿਲੈਕਟ ਕਰਨਾ, ਉਹਦੇ ਵਿੱਚ ਮੰਨ ਲਓ ਸਕੂਲ ਗ੍ਰਾਂਟ ਦੇ ਵਿੱਚ ਕਰਨਾ ਵਾ, ਤੇ ਜਿਹੜੇ ਹੈਡ ਦੇ ਵਿੱਚ ਅਸੀਂ ਤੁਹਾਨੂੰ ਸਕੂਲ ਜਦੋਂ ਲੈਟਰ ਪਾਈ ਹੋਏਗੀ ਤੁਹਾਨੂੰ ਉੱਥੇ ਸਕੀਮ ਕੰਪੋਨੈਂਟ ਨਾਲ ਪਾ ਕੇ ਭੇਜਾਂਗੇ, ਕੋਸ਼ਿਸ਼ ਕਰਾਂਗੇ ਅਸੀਂ ਪਾ ਕੇ ਭੇਜੀਏ। ਨਹੀਂ ਵੀ ਹੋਏਗਾ ਤਾਂ ਤੁਸੀਂ ਸਕੂਲ ਗ੍ਰਾਂਟ ਦਾ ਖਰਚਾ ਕਰਨਾ ਵਾ, ਤੁਸੀਂ ਸਕੂਲ ਗ੍ਰਾਂਟ ਦੇ ਉੱਤੇ ਕਲਿੱਕ ਕਰੋਗੇ, ਸਰਚ ਕਰੋਗੇ ਤੇ ਕਲਿੱਕ ਕਰ ਦੋਗੇ ਥੱਲੇ ਸਕੂਲ ਗ੍ਰਾਂਟ। ਜੇ ਮੰਨ ਲਓ ਤੁਸੀਂ ਕੋਈ ਸਟੇਸ਼ਨਰੀ ਆਪਣਾ ਕੋਈ ਲਾਇਬ੍ਰੇਰੀ ਦੀ ਗ੍ਰਾਂਟ ਹੈ, ਤੁਸੀਂ ਲਾਇਬ੍ਰੇਰੀ ਕਲਿੱਕ ਕਰੋਗੇ ਤੇ ਲਾਇਬ੍ਰੇਰੀ ਬੁੱਕਸ ਭਰੋਗੇ। ਜੇ ਮੰਨ ਲਓ ਤੁਹਾਡੇ ਕੋਲੇ ਕੋਈ ਝੂਲਿਆਂ ਦੀ ਗ੍ਰਾਂਟ ਆਈ ਹੈ, ਪ੍ਰੀ ਪ੍ਰਾਇਮਰੀ ਦੀ ਗ੍ਰਾਂਟ, ਉੱਥੇ ਪ੍ਰੀ ਪ੍ਰਾਇਮਰੀ ਦਾ ਵਰਡ ਆਏਗਾ, ਉਸੇ ਤੇ ਕਲਿੱਕ ਕਰਕੇ ਉੱਥੇ ਕੰਪੋਨੈਂਟ ਵਿੱਚ ਸਿਲੈਕਟ ਕਰੋਗੇ ਤਾਂ ਤੁਹਾਡਾ ਉੱਥੇ ਕੰਪੋਨੈਂਟ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਤਾਂ ਤੁਸੀਂ ਉਹ ਪਾਰਟਿਕੂਲਰ ਇੱਥੇ ਕੰਪੋਨੈਂਟ ਸਿਲੈਕਟ ਕਰਨੇ ਆ ਜੀ ਕਿ ਕਿਹੜੀ ਹੈਡ ਦਾ ਖਰਚਾ ਕਰ ਰਹੇ ਹੋ। ਜੇ ਤੁਸੀਂ ਮੈਂ ਤੁਹਾਨੂੰ ਮੋਟੀ 2 ਗ੍ਰਾਂਟਾਂ 3-4 ਗ੍ਰਾਂਟਾਂ ਦੱਸਤੀਆਂ, ਸਕੂਲ ਗ੍ਰਾਂਟ, ਯੂਨੀਫਾਰਮ, TLM, ਪ੍ਰੀ ਪ੍ਰਾਇਮਰੀ ਜਾਂ ਲਾਇਬ੍ਰੇਰੀ ਬੁੱਕਸ, ਕਿਸੇ ਵੀ ਨੇਚਰ ਦਾ ਖਰਚਾ ਤੁਸੀਂ ਇੱਥੇ ਭਰੋਗੇ, ਇੱਥੇ ਕੰਪੋਨੈਂਟ ਸਿਲੈਕਟ ਕਰੋਗੇ। ਜੇ ਤੁਸੀਂ ਇਹ ਕੰਪੋਨੈਂਟ ਸਿਲੈਕਟ ਕਰਤਾ, ਉਸ ਤੋਂ ਬਾਅਦ ਦੇਖੋ ਜੀ ਨੈਕਸਟ ਆਪਸ਼ਨ ਆ ਰਹੀ ਹੈ ਐਕਸਪੈਂਡੀਚਰ ਟਾਈਪ।
ਇਹ ਹਮੇਸ਼ਾ ਤੁਹਾਡਾ ਰੈਵਨਿਊ ਰਹੇਗਾ, ਐਕਸਪੈਂਡੀਚਰ ਟਾਈਪ ਰੈਵਨਿਊ ਰਹੇਗਾ। ਜਿੱਥੇ ਕੈਪੀਟਲ ਆਏਗਾ ਅਸੀਂ ਤੁਹਾਨੂੰ ਪਹਿਲੇ ਦੱਸਾਂਗੇ ਕਿੱਥੇ ਕੈਪੀਟਲ ਭਰਨਾ, ਅਦਰਵਾਈਜ਼ ਸਾਰੇ ਖਰਚੇ ਤੁਹਾਡੇ ਰੈਵਨਿਊ ਚ ਜਾਣਗੇ ਜੀ। ਠੀਕ ਹੈ ਜੀ, ਇਹ ਹੋ ਗਿਆ ਜੀ ਤੁਹਾਡਾ ਖਰਚਾ ਸਿਲੈਕਟ ਕਰਤਾ। ਹੁਣ ਇੰਨਾ ਕੰਮ ਕਰਨ ਤੋਂ ਬਾਅਦ ਤੁਹਾਡਾ ਦੇਖੋ ਜੀ, ਜੋ ਤੁਸੀਂ ਉੱਥੇ ਐਡ ਦੀ ਆਪਸ਼ਨ ਆ ਰਹੀ ਹੈ, ਰੈਵਨਿਊ ਤੋਂ ਬਾਅਦ ਪਰਸੈਂਟੇਜ ਅਮਾਉਂਟ ਤੇ ਐਡ ਦੀ ਆਪਸ਼ਨ ਆ ਰਹੀ ਹੈ। ਜੋ ਤੁਸੀਂ ਐਡ ਕਰਤਾ ਤਾਂ ਤੁਹਾਨੂੰ ਉੱਥੇ ਦੇਖੋ ਜੀ ਕੰਪੋਨੈਂਟ ਮੂਰੇ ਭਰਿਆ ਆ ਰਿਹਾ ਵਾ 0.02 ਜੋ ਵੀ ਨਜ਼ਰ ਆ ਰਿਹਾ ਵਾ। ਇਹ ਇਸ ਤੋਂ ਇੱਥੇ ਕਲਿੱਕ ਕਰਨ ਤੋਂ ਬਾਅਦ ਰੇਡੀਓ ਬਟਨ ਨਾਲ ਆ ਰਿਹਾ ਵਾ। ਰੇਡੀਓ ਬਟਨ ਦੇਖੋ ਜੀ ਉੱਥੇ ਟਿਕ ਕਰ ਦੇਣੀ ਹੈ। ਜੇ ਉੱਤੇ ਤੁਸੀਂ ਇਹ ਚੈੱਕ ਕਰ ਲੈਣਾ ਕਿ ਤੁਸੀਂ ਜਿਹੜੀ ਉੱਪਰ ਡਿਟੇਲ ਭਰੀ ਹੈ, ਮਤਲਬ ਕਿ ਜਿਹੜਾ ਕੰਪੋਨੈਂਟ ਸਿਲੈਕਟ ਹੋਇਆ ਵਾ, ਅਮਾਉਂਟ ਹੈ, ਇਹ ਸਾਰਾ ਕੁਝ ਸਹੀ ਭਰਿਆ ਗਿਆ ਵਾ। ਸਹੀ ਭਰਨ ਤੋਂ ਬਾਅਦ ਤੁਸੀਂ ਸਿਰਫ ਇੱਕ ਮੋਟਾ ਚੈੱਕ ਕਰ ਲਿਆ, ਉਹਨੂੰ ਸੇਵ ਕਰ ਦੇਣਾ ਵਾ। ਰੇਡੀਓ ਬਟਨ ਤੇ ਕਲਿੱਕ ਕਰਕੇ ਸੇਵ ਕਰ ਦੇਣਾ ਵਾ ਜੀ। ਸੇਵ ਕਰੋਗੇ, ਸੇਵ ਕਰਨ ਤੋਂ ਬਾਅਦ ਦੇਖੋ ਜੀ ਨੈਕਸਟ ਤੁਹਾਡੇ ਕੋਲੇ ਜਨਰੇਟ ਹੋ ਜਾਏਗਾ ਉਹਦਾ ਵਾਊਚਰ ਨੰਬਰ, ਜਿਹੜਾ ਮੈਂ ਤੁਹਾਨੂੰ ਕਿਹਾ ਸੀ ਉੱਥੇ ਖਾਲੀ ਰੱਖਣਾ ਵਾ, ਆਟੋਮੈਟਿਕਲੀ ਸਿਸਟਮ ਜਨਰੇਟਡ ਆਏਗਾ। ਉਹ ਵਾਊਚਰ ਨੰਬਰ ਹੁਣ ਜਨਰੇਟ ਹੋ ਗਿਆ। ਮਤਲਬ ਕਿ ਇਸ ਤੋਂ ਪਹਿਲਾਂ ਜਿਹੜੀ ਡਿਟੇਲ ਸੀ ਉਹ ਸਾਰੀ ਰਿਮੂਵੇਬਲ ਸੀ, ਸਿਸਟਮ ਨੇ ਨਹੀਂ ਚੱਕੀ ਸੀਗੀ, ਮਤਲਬ ਕਿ ਸਿਸਟਮ 'ਚ ਸੇਵ ਨਹੀਂ ਹੋਈ ਸੀਗੀ। ਪਰ ਜਦੋਂ ਤੁਸੀਂ ਇੱਕ ਵਾਰੀ ਆਹ ਵਾਊਚਰ ਨੰਬਰ ਜਨਰੇਟ ਕਰ ਲਿਆ, ਇਹ ਵਾਊਚਰ ਨੰਬਰ ਤੁਸੀਂ ਸੇਵ ਕਰ ਲੈਣਾ ਵਾ। ਇਟ ਇਜ਼ ਜਸਟ ਲਾਈਕ ਅ ਟੋਕਨ ਨੰਬਰ, ਕਿ ਇਹ ਤੁਸੀਂ ਇੱਕ ਐਕਸਲ ਤੁਸੀਂ ਇੱਕ ਰਜਿਸਟਰ ਲਗਾਓਗੇ ਨਾਲ ਦੇ ਨਾਲ, ਤੇ ਉਹਦੇ ਉੱਤੇ ਇਹ ਨੋਟ ਕਰ ਲਓਗੇ। ਜਦੋਂ ਤੁਸੀਂ ਇਹ ਨੋਟ ਕਰ ਲਿਆ, ਤੁਸੀਂ ਦੇਖੋਗੇ ਕਿ ਇਹ ਜਿਹੜਾ ਹੈਗਾ ਵਾ ਵਾਊਚਰ ਨੰਬਰ ਤੁਹਾਡਾ ਇਹ ਪਰਮਾਨੈਂਟ ਰਹੇਗਾ। ਫਿਊਚਰ ਦੇ ਵਿੱਚ ਤੁਸੀਂ ਕਦੀ ਵੀ ਇਹਨੂੰ ਬਿੱਲ ਬਣਾ ਕੇ ਸੇਵ ਕਰਤਾ, ਪ੍ਰੋਸੈਸ ਨਹੀਂ ਕੀਤਾ, ਕੱਲ ਨੂੰ ਤੁਸੀਂ ਦੁਬਾਰਾ ਮੈਂ ਕੀ ਕਹਿੰਦੇ ਆ ਕਿ 2 ਦਿਨਾਂ ਬਾਅਦ ਪੇਮੈਂਟ ਕਰ ਦਾਂਗੇ, ਤਾਂ ਤੁਸੀਂ ਇਹ ਵਾਊਚਰ ਨੰਬਰ ਲੱਭੋਗੇ ਸਿਸਟਮ ਦੇ ਵਿੱਚ ਜਾ ਕੇ, ਮੈਨੇਜ ਜਾ ਕੇ ਤੁਸੀਂ ਵਾਊਚਰ ਨੰਬਰ ਲੱਭੋਗੇ, ਤੁਹਾਨੂੰ ਇਹ ਵਾਊਚਰ ਨੰਬਰ ਤੇ ਐਗਜ਼ਿਸਟ ਮਿਲੇਗਾ। ਠੀਕ ਹੈ ਜੀ, ਉਸ ਤੋਂ ਬਾਅਦ ਵਾਊਚਰ ਨੰਬਰ ਤੁਸੀਂ ਸੇਵ ਕਰਕੇ ਰੱਖ ਲਿਆ, ਤੇ ਨੈਕਸਟ ਆਪਸ਼ਨ ਦੇ ਉੱਤੇ ਤੁਸੀਂ ਦੇਖੋ ਹੁਣ ਸਾਰੀ ਡਿਟੇਲ ਤੁਹਾਨੂੰ ਆਹ ਵਾਲੀ ਵਿੰਡੋ ਨਜ਼ਰ ਆਣੀ ਸ਼ੁਰੂ ਹੋ ਜਾਏਗੀ। ਆਹ ਵਾਲੀ ਵਿੰਡੋ ਆਏਗੀ, ਇਹਦੇ ਵਿੱਚ ਤੁਸੀਂ ਜਦੋਂ ਦੁਬਾਰਾ ਚੈੱਕ ਕਰੋਗੇ, ਸੇਵ ਕਰਨ ਤੋਂ ਬਾਅਦ ਦੁਬਾਰਾ ਚੈੱਕ ਕਰੋਗੇ, ਤਾਂ ਤੁਸੀਂ ਯੈਸ ਤੇ ਕਲਿੱਕ ਕਰੋਗੇ, ਤਾਂ ਮਤਲਬ ਇਹਦਾ ਇਹ ਹੈ ਕਿ ਵਾਊਚਰ ਨੰਬਰ ਜਨਰੇਟ ਹੋਣ ਤੋਂ ਬਾਅਦ ਤੁਸੀਂ ਦੁਬਾਰਾ ਯੈਸ ਕਰੋਗੇ। ਪਹਿਲੇ ਵਾਊਚਰ ਨੰਬਰ ਜਨਰੇਟ ਨਹੀਂ ਹੋਇਆ ਸੀ, ਜਦੋਂ ਤੁਸੀਂ ਸਬਮਿਟ ਕੀਤਾ, ਸਬਮਿਟ ਕਰਨ ਤੋਂ ਬਾਅਦ ਵਾਊਚਰ ਨੰਬਰ ਜਨਰੇਟ ਹੋਊਗਾ। ਜੋ ਵਾਊਚਰ ਨੰਬਰ ਜਨਰੇਟ ਹੋਣ ਤੋਂ ਬਾਅਦ ਉਹ ਦੁਬਾਰਾ ਯੈਸ ਤੁਹਾਨੂੰ ਕਹੇਗਾ ਕਿ ਸਬਮਿਟ ਕਰੋ, ਫਿਰ ਯੈਸ ਕਰੋਗੇ। ਯੈਸ ਕਰਨ ਤੋਂ ਬਾਅਦ ਦੇਖੋ ਜੀ ਤੁਹਾਨੂੰ ਆਹ ਵਿੰਡੋ ਖੁੱਲ ਜਾਏਗੀ। ਆਹ ਵਾਲੀ ਵਿੰਡੋ ਵਿੱਚ ਕੀ ਹੋਏਗਾ, ਜਦੋਂ ਤੁਸੀਂ ਯੈਸ ਤੇ ਕਲਿੱਕ ਕਰਤਾ, ਉਹ ਵੈਂਡਰ ਦੇ ਅਕਾਊਂਟ ਨੰਬਰ ਆ ਜਾਣਗੇ ਤੁਹਾਡੇ ਕੋਲੇ। ਮੰਨ ਲਓ ਹੁਣ ਇਹਦੇ ਵਿੱਚ ਇੱਕ ਇਹ ਵੀ ਹੁੰਦਾ ਵਾ ਕਿ ਜਿਹੜਾ ਵੈਂਡਰ ਤੁਸੀਂ ਸਿਲੈਕਟ ਕੀਤਾ ਹੋਇਆ ਵਾ, ਉਹਦੇ 3 ਜਾਂ 4 ਅਕਾਊਂਟ ਚੱਲ ਰਹੇ ਹੁੰਦੇ ਆ। ਕਈ ਵਾਰੀ ਏਦਾਂ ਦਾ ਹੁਣ ਹੁੰਦਾ ਵਾ ਕਿ ਮੈਂ ਤੁਹਾਨੂੰ ਮੋਟੀ ਜਿਹੀ ਐਗਜ਼ਾਮਪਲ ਦਿੰਦਾ। ਕਈਆਂ ਨੇ ਜੀ ਪਹਿਲੇ ਤੁਹਾਨੂੰ ਕਮਰਿਆਂ ਦੀ ਗਰੰਟਾਂ ਆਈਆਂ ਸੀ, ਕਮਰੇ ਦੇ ਵਿੱਚ ਤੁਸੀਂ LED ਪ੍ਰੋਜੈਕਟਰ ਲੈਣੇ ਸੀਗੇ। ਠੀਕ ਹੈ ਜੀ, LED ਪ੍ਰੋਜੈਕਟਰ ਲੈਣੇ ਸੀਗੇ। LED ਪ੍ਰੋਜੈਕਟਰ ਮੋਸਟਲੀ ਸਕੂਲਾਂ ਨੇ ਇੱਕੋ ਹੀ ਦੁਕਾਨ ਤੋਂ ਖਰੀਦੇ ਸੀਗੇ, ਭਾਵੇਂ ਉਹ ਲੁਧਿਆਣੇ ਦਾ ਮਤਲਬ ਕਿ ਜਿਵੇਂ ਸਾਰਿਆਂ ਜਿਵੇਂ ਹੈਗਾ ਵਾ ਕਿ ਜਿਵੇਂ ਕਈ ਵੱਡੀਆਂ ਦੁਕਾਨਾਂ ਹੁੰਦੀਆਂ ਨੇ, ਉੱਥੋਂ ਹੀ ਸਮਾਨ ਮਿਲਦਾ ਵਾ, ਤੇ ਉਹਦੇ 4-5 ਅਕਾਊਂਟ ਚੱਲ ਰਹੇ ਹੁੰਦੇ ਆ। ਜੇ ਉੱਥੇ ਪੇਮੈਂਟ ਤੁਸੀਂ ਕਰਨੀ ਹੈ ਤਾਂ ਤੁਸੀਂ ਜਦੋਂ ਅਕਾਊਂਟ ਨੰਬਰ ਇੱਥੇ ਦੇਖੋ ਜੀ, ਵੈਂਡਰ ਬੈਨੀਫੀਸ਼ੀਅਰੀ ਡਿਟੇਲ ਦੇ ਉੱਤੇ ਨਜ਼ਰ ਆ ਰਿਹਾ ਨੀਚੇ, ਇੱਥੇ ਅਕਾਊਂਟ ਨੰਬਰ ਨੂੰ ਸਿਲੈਕਟ ਕਰਨ ਦੀ ਆਪਸ਼ਨ ਆ ਰਹੀ ਹੈ। ਤੁਸੀਂ ਇੱਥੇ ਸਿਲੈਕਟ ਡ੍ਰੌਪ ਡਾਊਨ ਦੇਖੋਗੇ, ਇੱਥੇ ਜਿੰਨੇ ਅਕਾਊਂਟ ਚੱਲਦੇ ਹੋਣਗੇ ਉਹਨੇ ਅਕਾਊਂਟ ਨਜ਼ਰ ਆਉਣਗੇ। ਜਿਹੜੇ ਅਕਾਊਂਟ ਪੇਮੈਂਟ ਕਰਨੀ ਹੈ, ਜਿਹੜੇ ਬਿੱਲ ਦੇ ਉੱਤੇ ਅਕਾਊਂਟ ਹੈ ਜਾਂ ਜਿਹੜਾ ਉਹਨੇ ਮੈਂਸ਼ਨ ਕੀਤਾ ਵਾ, ਤਾਂ ਉਹ ਤੁਸੀਂ ਉਹ ਸਿਲੈਕਟ ਕਰ ਲੈਣਾ ਵਾ। ਸਿਲੈਕਟ ਕਰਨ ਤੋਂ ਬਾਅਦ ਉੱਥੇ ਉਹਦਾ ਨਾਮ ਆਉਣਾ ਸ਼ੁਰੂ ਹੋ ਜਾਏਗਾ, ਅਮਾਊਂਟ ਭਰੀ ਹੋਈ ਹੈ ਬਿੱਲ ਦੀ, ਤੇ ਤੁਸੀਂ ਉੱਥੇ ਨੀਚੇ ਇੰਸਟਰੂਮੈਂਟ ਟਾਈਪ ਈ ਪੇਮੈਂਟ ਪ੍ਰਿੰਟਿੰਗ ਐਡਵਾਈਸ ਤੇ ਹੀ ਕਲਿੱਕ ਕਰਨਾ ਵਾ। ਜਦੋਂ ਤੁਸੀਂ ਈ ਪੇਮੈਂਟ ਪ੍ਰਿੰਟਿੰਗ ਐਡਵਾਈਸ ਤੇ ਕਲਿੱਕ ਕਰਤਾ, ਉੱਥੇ ਐਡ ਕਰੋਗੇ। ਐਡ ਕਰਨ ਤੋਂ ਬਾਅਦ ਨੀਚੇ ਉਹਦਾ ਪਾਰਟੀ ਦਾ ਨਾਮ ਹੋਰ ਡਿਟੇਲ ਜਾਏਗਾ, ਤੇ ਤੁਸੀਂ ਉਹ ਚੈੱਕ ਕਰ ਲਓਗੇ। ਚੈੱਕ ਕਰਨ ਤੋਂ ਬਾਅਦ ਉੱਤੇ ਤੁਹਾਨੂੰ ਇਹ ਡਿਡਕਸ਼ਨ ਦਾ ਟੌਪਿਕ ਹੈ, ਇਹ ਡਿਡਕਸ਼ਨ ਆਪਾਂ ਕਿਸੇ ਦੀ ਨਹੀਂ ਕਰਨੀ, ਮਤਲਬ ਇੱਥੋਂ ਦੀ ਆਪਾਂ ਸਿੰਪਲ ਇੱਥੇ ਕੁਝ ਐਡਿਟ ਕਰਨ ਦੀ ਬਜਾਏ ਸਿਰਫ ਚੈੱਕ ਕਰਨ ਤੋਂ ਬਾਅਦ ਉਹਨੂੰ ਸੇਵ ਕਰ ਦੇਣਾ ਵਾ। ਹੁਣ ਦੇਖੋ ਇੱਕ ਅੱਗੇ ਦੇਖੋ, ਇੱਥੇ ਰਿਮੂਵ ਦੀ ਆਪਸ਼ਨ ਵੀ ਆ ਰਹੀ ਹੈ, ਜਾਂ ਇੱਥੇ ਬੈਕ ਕਨਫਰਮ ਦੀ ਆਪਸ਼ਨ ਆ ਰਹੀ ਹੈ, ਬੈਕ ਦੀ ਆਪਸ਼ਨ ਆ ਰਹੀ ਹੈ। ਆਪਾਂ ਜੇ ਤੁਹਾਨੂੰ ਲੱਗਦਾ ਗਲਤੀ ਹੈ ਕਿਤੇ, ਕੋਈ ਆਪਾਂ ਵੈਂਡਰ ਗਲਤ ਸਿਲੈਕਟ ਕਰ ਲਿਆ, ਤੁਸੀਂ ਇੱਥੋਂ ਬੈਕ ਕਰ ਦਿਓ, ਐਡਿਟ ਕਰ ਲਓ, ਤੁਹਾਨੂੰ ਵੈਂਡਰ ਚੇਂਜ ਹੋ ਜਾਏਗਾ। ਜੇ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਓਕੇ ਹੈ, ਤੁਸੀਂ ਕਨਫਰਮ ਕਰ ਦੋਗੇ। ਕਨਫਰਮ ਕਰਨ ਤੋਂ ਬਾਅਦ ਜੀ ਅੱਗੇ ਟੈਬ ਤੇ ਕਲਿੱਕ ਕਰੋਗੇ, ਫਿਰ ਤੁਹਾਡੇ ਕੋਲੇ ਦੇਖੋ ਆਹ ਵਿੰਡੋ ਖੁੱਲੇਗੀ ਕਿ ਤੁਸੀਂ ਆਹ ਕੰਪਨੀ ਦੇ ਨਾਮ ਦੇ ਉੱਤੇ ਵਾਟਰ ਚਾਰजेस ਦਾ ਡਿਡਕਸ਼ਨ, ਮਤਲਬ ਜਿਵੇਂ ਹੁਣ ਅੱਗੇ ਹੈਗਾ ਜਿਹੜੀ ਕੰਪਨੀ ਦੇ ਉੱਤੇ ਪੇਮੈਂਟ ਕਰਨੀ ਉਹਦਾ ਅਮਾਉਂਟ ਤੇ ਉਹਦਾ ਅਕਾਊਂਟ ਨੰਬਰ ਫਿਰ ਵੈਰੀਫਾਈ ਕਰੇਗਾ। ਇੱਥੇ ਤੀਜੀ ਵਾਰੀ ਫਿਰ ਵੈਰੀਫਾਈ ਹੋ ਰਿਹਾ ਅਕਾਊਂਟ ਨੰਬਰ। ਤੁਸੀਂ ਦੇਖ ਲਿਆ ਕਿ ਹਾਂ ਵੀ ਇਹਦੇ ਵਿੱਚ ਤੁਹਾਨੂੰ ਲੱਗਦਾ ਗਲਤੀ ਹੈਗੀ ਹੈ, ਤਾਂ ਪੇਜ ਡਿਟੇਲ ਤੇ ਕਲਿੱਕ ਕਰੋ। ਪੇਜ ਡਿਟੇਲ ਦੁਆਰਾ ਤੁਹਾਡੀ ਉੱਥੇ ਵੈਰੀਫਾਈ ਹੋ ਜਾਏਗੀ। ਜੇ ਤੁਹਾਨੂੰ ਲੱਗਦਾ ਓਕੇ ਹੈ, ਤਾਂ ਜਿਹੜਾ ਡਾਟਾ ਆਪਰੇਟਰ ਹੈ ਇਹਨੂੰ ਫਾਈਨਲ ਸਬਮਿਟ ਕਰ ਦੇਗਾ, ਸਬਮਿਟ ਫॉर ਅਪਰੂਵਲ। ਠੀਕ ਹੈ ਜੀ, ਹੁਣ ਆਪਣਾ ਸਬਮਿਟ ਫॉर ਅਪਰੂਵਲ ਹੋ ਗਿਆ। ਜਦੋਂ ਸਬਮਿਟ ਫॉर ਅਪਰੂਵਲ ਹੋ ਗਿਆ, ਤਾਂ ਇੱਥੇ ਡਾਟਾ ਐਂਟਰੀ ਦਾ ਕੰਮ ਖਤਮ। ਹੁਣ ਅੱਗੇ ਆਪਾਂ ਡਾਟਾ ਐਂਟਰੀ ਦੇ ਇੱਕ ਬਿੱਲ ਜਨਰੇਟ ਕਰ ਲਿਆ। ਬਿੱਲ ਜਨਰੇਟ ਕਰਨ ਤੋਂ ਬਾਅਦ ਹੁਣ ਤੁਸੀਂ ਚੈੱਕ ਕਰੋਗੇ ਕਿ ਇਹਦੇ ਵਿੱਚ ਜਿਹੜਾ ਹੈਗਾ ਵਾ, ਸਾਨੂੰ ਆਪਰੇਟਰ ਦਾ ਆਈਡੀ ਖੋਲਣਾ ਪਏਗਾ। ਜਦੋਂ ਹੁਣ ਤੁਸੀਂ ਆਪਰੇਟਰ ਦਾ ਆਈਡੀ ਖੋਲੋਗੇ, ਅਪਰੂਵਰ ਦਾ ਅਪਰੂਵਰ ਦਾ ਆਈਡੀ ਖੋਲੋਗੇ, ਅਪਰੂਵਰ ਦੇ ਆਈਡੀ ਦੇ ਵਿੱਚ ਜਾ ਕੇ ਤੁਸੀਂ ਸੇਮ ਵਿੰਡੋ ਨਜ਼ਰ ਆਏਗੀ, ਮੈਨੂ ਆਪਸ਼ਨ ਸੇਮ ਨਜ਼ਰ ਆਉਣਗੀਆਂ, ਬਟ ਤੁਸੀਂ ਹੁਣ ਦੇਖੋ ਤੇ ਰੋਲ ਚੇਂਜ ਹੋ ਗਿਆ। ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਤੁਸੀਂ ਆਪਰੇਟਰ ਦਾ ਆਈਡੀ ਖੋਲੋ, ਉੱਥੇ ਐਕਸਪੈਂਡੀਚਰ ਜਾ ਕੇ ਮੈਨੇਜ ਦੇ ਨੀਚੇ ਐਡ ਨਿਊ ਦੀ ਆਪਸ਼ਨ ਆਏਗੀ।
ਬਟ ਹੁਣ ਤੁਸੀਂ ਇੱਥੇ ਚੈੱਕ ਕਰੋਗੇ, ਇੱਥੇ ਕਾਦੀ ਆਪਸ਼ਨ ਆ ਰਹੀ ਹੈ ਜੀ, ਮੈਨੇਜ ਤੋਂ ਬਾਅਦ ਅਪਰੂਵ ਦੀ ਆਪਸ਼ਨ ਆ ਰਹੀ ਹੈ, ਇਹਨੂੰ ਐਡ ਨਿਊ ਦੀ ਆਪਸ਼ਨ ਨਹੀਂ ਆ ਰਹੀ, ਕਿਉਂਕਿ ਇਹ ਬੰਦਾ ਐਡ ਨਹੀਂ ਕਰ ਸਕਦਾ ਕੋਈ ਵੀ ਖਰਚਾ, ਇਹ ਸਿਰਫ ਅਪਰੂਵ ਕਰੇਗਾ, ਤੇ ਇਹਨੂੰ ਇੱਥੇ ਅਪਰੂਵ ਦੀ ਆਪਸ਼ਨ ਆਏਗੀ। ਜਦੋਂ ਅਪਰੂਵ ਤੇ ਕਲਿੱਕ ਕਰੇਗਾ, ਜਿੰਨੇ ਬਿੱਲ ਇਹਦੇ ਟਰੇ ਦੇ ਵਿੱਚ ਪੈਂਡਿੰਗ ਹੋਣਗੇ ਅਪਰੂਵਲ ਵਾਸਤੇ ਸਾਰੇ ਨਜ਼ਰ ਆਣਗੇ। ਤੇ ਹੁਣ ਉਹਦੇ ਵਿੱਚ ਜਿਹੜਾ ਬਾਊਚਰ ਨੰਬਰ ਨਜ਼ਰ ਆ ਰਿਹਾ ਵਾ, ਜਾਂ ਕੋਈ ਉੱਥੇ ਆਫਿਸ ਆਰਡਰ ਨੰਬਰ ਭਰਿਆ ਹੋਏਗਾ ਆਪਾਂ ਕਿ ਆਹ ਨੰਬਰ ਹੈਗਾ ਵਾ, ਉਹ ਨੰਬਰ ਇੱਥੇ ਦੇਖੋ ਜੀ ਨੀਲੇ ਅੱਖਰਾਂ 'ਚ ਸ਼ੋ ਹੋ ਰਿਹਾ ਵਾ, ਨੀਲੇ ਅੱਖਰਾਂ 'ਚ ਸ਼ੋ ਹੋ ਰਿਹਾ ਵਾ। ਬਾਕੀ ਜਿਹੜੇ ਹੈਗੇ ਇਹ ਮਤਲਬ ਕਿ ਇਹ ਹਾਈਪਰ ਲਿੰਕ ਬਣ ਗਿਆ ਇਹਦੇ ਵਿੱਚ ਲੈਟਰ ਆਫਿਸ ਨੰਬਰ ਦਾ, ਇਹ ਹਾਈਪਰ ਲਿੰਕ ਬਣ ਗਿਆ। ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਤੁਹਾਨੂੰ ਸਾਰੀ ਡਿਟੇਲ ਅਪਰੂਵਰ ਨੂੰ ਸ਼ੋ ਹੋਣੀ ਸ਼ੁਰੂ ਹੋ ਜਾਏਗੀ ਇਸ ਤਰੀਕੇ ਨਾਲ ਕਿ ਉਹਨੇ ਕਾਦੀ ਪੇਮੈਂਟ ਕਰਨੀ ਹੈ, ਸੈਂਕਸ਼ਨ ਨੰਬਰ ਇੰਨਾ ਸੀਗਾ, ਸੈਂਕਸ਼ਨ ਡੇਟ ਇੰਨੀ ਹੈ, ਅਕਾਊਂਟ ਨੰਬਰ ਕਿਹੜੇ 'ਚ ਪੇਮੈਂਟ ਜਾਣੀ ਹੈ, ਕਿਹਦੇ ਨਾਂ ਤੇ ਪੇਮੈਂਟ ਜਾਣੀ ਹੈ, ਤੇ ਕਿੰਨੀ ਪੇਮੈਂਟ ਜਾਣੀ ਹੈ, ਤੇ ਕੀ ਡਿਟੇਲ ਹੈਗੀ ਹੈ। ਇੱਥੇ ਉਹ ਜਿਹੜਾ ਅਪਰੂਵਰ ਹੈ ਉਹ ਚੈੱਕ ਕਰ ਲਏਗਾ, ਚੈੱਕ ਕਰਨ ਤੋਂ ਬਾਅਦ ਉੱਥੇ ਉਹ ਸਬਮਿਟ ਕਰ ਦੇਗਾ, ਉਹਨੂੰ ਫਾਈਨਲ ਅਪਰੂਵ ਕਰ ਦੇਗਾ, ਤਾਂ ਤੁਹਾਡੇ ਕੋਲੇ ਫਾਈਨਲ ਅਪਰੂਵਲ ਆ ਜਾਏਗੀ, ਬਿੱਲ ਅਪਰੂਵ ਹੋ ਗਿਆ। ਜੇ ਮੰਨ ਲਓ ਉਹਨੂੰ ਲੱਗਿਆ ਕੋਈ ਗਲਤੀ ਹੈ ਕਿ ਜਿਹੜਾ ਆਪਰੇਟਰ ਨੇ ਇਹਦੇ ਵਿੱਚ ਥੋੜੀ ਜਿਹੀ ਗਲਤੀ ਕਰਦੀ ਹੈ, ਕੋਈ ਤੇ ਅਮਾਉਂਟ ਦੇ ਵਿੱਚ ਫਰਕ ਪੈ ਗਿਆ ਮੈਂ ਕੁਝ ਇਦਾਂ ਦੀ ਚੀਜ਼ ਹੈ, ਤਾਂ ਉਹਨੂੰ ਉੱਥੋਂ ਰਿਜੈਕਟ ਵੀ ਕਰ ਸਕਦਾ ਵਾ, ਰਿਜੈਕਟ ਕਰ ਜਾਏਗਾ, ਉਹ ਦੁਬਾਰਾ ਅਪਰੂਵਰ ਦੀ ਆਈਡੀ 'ਚ ਬੋਲਣਾ ਸ਼ੁਰੂ, ਆਪਰੇਟਰ ਦੀ ਆਈਡੀ 'ਚ ਬੋਲਣਾ ਸ਼ੁਰੂ ਹੋ ਜਾਏਗਾ ਬਿੱਲ ਜੀ, ਠੀਕ ਹੈ। ਤੇ ਜਦੋਂ ਉੱਥੇ ਜਾ ਕੇ ਉਹਨੂੰ ਐਡਿਟ ਕਰਕੇ ਦੁਬਾਰਾ ਸਬਮਿਟ ਕਰ ਸਕਦਾ, ਮਤਲਬ ਕਿ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਤੁਹਾਨੂੰ ਸਾਨੂੰ ਦੁਬਾਰਾ ਕ੍ਰੀਏਟ ਕਰਨਾ ਪਏਗਾ। ਇੱਕ ਵਾਰੀ ਅਪਰੂਵਰ ਨੇ ਰਿਜੈਕਟ ਕਰਤਾ ਤਾਂ ਮਤਲਬ ਭਾਵੇਂ ਤੁਸੀਂ ਉਹਨੂੰ ਦੁਬਾਰਾ ਬਣਾ ਲਓ ਜਾਂ ਤੁਸੀਂ ਉਹਨੂੰ ਹੀ ਐਡਿਟ ਕਰ ਲਓ ਦੁਬਾਰਾ, ਇਹ ਤੁਹਾਡਾ ਹੈਗਾ ਵਾ, ਤੁਹਾਨੂੰ ਲੱਗਦਾ ਜੀ ਐਡਿਟੇਬਲ ਹੈਗਾ, ਐਡਿਟ ਹੋ ਜਾਏਗਾ। ਇਹ ਹੋ ਗਿਆ ਜੀ ਆਪਣਾ PFMS ਦਾ ਸਾਰਾ ਕੰਮ ਖਤਮ। ਮਤਲਬ ਕਿ ਆਪਾਂ ਪਹਿਲੇ ਆਈਡੀ ਕ੍ਰੀਏਟ ਕੀਤਾ, ਕ੍ਰੀਏਟ ਕਰਨ ਤੋਂ ਬਾਅਦ ਉਹਨੂੰ ਅੱਗੇ ਆਪਣਾ ਆਪਰੇਟਰ ਬਣਾਏ, ਅਪਰੂਵਰ ਬਣਾਏ, ਵੈਂਡਰ ਐਡ ਕੀਤੇ, ਐਕਸਪੈਂਡੀਚਰ ਐਡ ਕਰਤਾ, ਐਕਸਪੈਂਡੀਚਰ ਐਡ ਕਰਨ ਤੋਂ ਬਾਅਦ ਸਬਮਿਟ ਕਰਤਾ, ਆਪਰੇਟਰ ਨੇ ਵੀ ਅਪਰੂਵ ਕਰਤਾ। ਹੁਣ ਇੱਥੇ ਆਪਣਾ ਕੰਮ ਇੱਕ ਵਾਰੀ ਖਤਮ ਹੋ ਗਿਆ। ਪਰ ਹੁਣ ਦੇਖੋ ਜੀ, ਜਿਹੜੀ ਮੈਂ ਤੁਹਾਡੇ ਨਾਲ ਸ਼ੁਰੂਆਤ 'ਚ ਗੱਲ ਕੀਤੀ ਸੀਗੀ ਕਿ ਆਪਣਾ ਚੈੱਕ ਸਿਸਟਮ ਖਤਮ ਹੋ ਗਿਆ ਵਾ, ਤੇ ਇਹ ਸਿਸਟਮ ਖਤਮ ਹੋਣ ਤੋਂ ਬਾਅਦ ਆਪਾਂ ਇੱਕ ਬਿੱਲ ਦੀ ਕਾਪੀ ਕੱਢ ਕੇ ਬੈਂਕ ਨੂੰ ਦੇਵਾਂਗੇ। ਉਹ ਬੈਂਕ ਨੂੰ ਕੀ ਦੇਵਾਂਗੇ, ਪਲੀਜ਼ ਧਿਆਨ ਦੇਣ ਦੀ ਲੋੜ ਹੈ, ਸਾਰੇ ਜਣੇ ਧਿਆਨ ਨਾਲ ਸੁਣੋ ਕਿ ਇਹਦੇ ਵਿੱਚ ਜਿਹੜੀ ਇਹ ਹੁਣ ਅਗਲਾ ਸਟੈਪ ਹੈ, ਇਹ ਇੰਪੋਰਟੈਂਟ ਸਟੈਪ ਹੈ। ਇਹ ਮੈਂ ਤੁਹਾਨੂੰ ਬਾਰ-ਬਾਰ ਦੱਸਣ ਲੱਗਾ ਵਾਂ ਕਿ ਇਹ ਇੰਪੋਰਟੈਂਟ ਕਿਉਂ ਹੈ, ਕਿ ਜਿਹੜਾ ਹੁਣ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਇਹਦੇ ਵਿੱਚ PFMS ਦੇ ਵਿੱਚ ਮੋਨੀਟਰਿੰਗ ਕਰਦਾ ਸੈਂਟਰ ਗਵਰਨਮੈਂਟ ਮੋਨੀਟਰਿੰਗ ਕਰਦੀ ਹੈ। ਉਹ ਮੋਨੀਟਰਿੰਗ ਕਰਦੀ ਹੈ ਕਿਵੇਂ ਕਰਦੀ ਹੈ ਕਿ ਉਹ ਜਿਵੇਂ ਹੁਣ ਤੁਸੀਂ ਆਹ ਖਰਚਾ ਕਰਤਾ, ਜਦੋਂ ਤੁਸੀਂ ਆਹ ਖਰਚਾ ਕਰਤਾ ਤਾਂ ਸੈਂਟਰਲ ਗਵਰਨਮੈਂਟ ਕੋ ਕਿਵੇਂ ਪਹੁੰਚੇਗੀ ਡਿਟੇਲ ਕਿ ਤੁਸੀਂ ਖਰਚਾ ਕਰ ਚੁੱਕੇ ਹੋ। ਤੁਹਾਡੇ ਇੱਕ ਸਕੂਲ ਦੇ ਫੰਡ ਕਿੰਨੇ ਸ਼ੋ ਹੋ ਰਹੇ ਆ, ਚਾਹੇ ਉਹ ਸਟੇਟ ਵਾਲੇ ਨੇ, ਚਾਹੇ ਡਿਸਟ੍ਰਿਕਟ ਵਾਲੇ ਆ, ਚਾਹੇ ਬਲਾਕ ਪੱਧਰ ਤੇ ਹੈ, ਉਹ PFMS ਦੇ ਵਿੱਚੋਂ ਕਿਵੇਂ ਵੈਰੀਫਾਈ ਕਰਨਗੇ ਤੁਹਾਨੂੰ ਕਿ ਅੱਗੇ ਫੰਡ ਮਿਲਣੇ ਆ। ਕਿ ਜੇ ਤੁਸੀਂ ਇੱਕ ਵਾਰੀ ਖਰਚਾ ਕਰੋਗੇ ਤੁਹਾਡੇ PFMS ਦੇ ਜੋ ਖਰਚਾ ਘਟੇਗਾ, ਫੰਡ ਜ਼ੀਰੋ ਹੋਣਗੇ ਤਾਂ ਹੀ ਤੁਹਾਨੂੰ ਨੈਕਸਟ ਪੇਮੈਂਟ ਆਏਗੀ, ਅਦਰਵਾਈਜ਼ ਪੇਮੈਂਟ ਨਹੀਂ ਆਏਗੀ। ਤੇ ਮੰਨ ਲਓ ਹੁਣ ਤੁਸੀਂ ਖਰਚਾ ਕਰਤਾ, ਤੇ ਹੁਣ ਖਰਚਾ ਕਰਨ ਤੋਂ ਬਾਅਦ ਦੇਖੋ ਜਦੋਂ ਅਪਰੂਵਰ ਨੇ ਸਬਮਿਟ ਕਰਤਾ, ਫਾਈਨਲ ਸਬਮਿਟ ਕਰਤਾ, ਤਾਂ ਨੈਕਸਟ ਇੱਥੇ ਇੱਕ PPA ਐਡਵਾਈਸ ਜਨਰੇਟ ਹੋਏਗੀ। ਇਹ ਚੀਜ਼ ਧਿਆਨ ਦੇਣ ਦੀ ਲੋੜ ਹੈ। ਇਹ PPA ਐਡਵਾਈਸ ਜਨਰੇਟ ਹੋਏਗੀ ਤਾਂ ਤੁਸੀਂ ਇੱਥੇ ਦੇਖੋਗੇ ਉਹਦਾ ਡਿਟੇਲ ਸਾਰਾ ਕੁਝ ਨਜ਼ਰ ਆ ਰਿਹਾ, ਵੈਂਡਰ ਦਾ ਕਿਹਨੂੰ ਪੇਮੈਂਟ ਕਰਨੀ ਹੈ ਤੁਹਾਨੂੰ ਨਜ਼ਰ ਆ ਰਿਹਾ। ਇਹਦੇ ਵਿੱਚ ਪ੍ਰਿੰਟਡ ਨਹੀਂ ਹੈਗਾ, ਸਿਰਫ ਵਿਊ ਕਰ ਸਕਦੇ ਹੋ, ਇੱਕ ਪ੍ਰਿੰਟਿੰਗ ਪੇਮੈਂਟ ਐਡਵਾਈਸ ਜਨਰੇਟ ਹੋਗੀ। ਇਹਦੇ ਉੱਤੇ ਸਭ ਤੋਂ ਪਹਿਲੀ ਤੁਹਾਨੂੰ ਆਪਸ਼ਨ ਨਜ਼ਰ ਆ ਰਹੀ ਹੈ ਐਕਸਪਾਇਰੀ ਡੇਟ। ਇਹ ਦੇਖੋ ਜੀ, ਇੱਕ PPA ਦਾ ਮਤਲਬ ਹੈ, ਆਸਾਨ ਸ਼ਬਦਾਂ ਵਿੱਚ ਦੱਸਾਂ ਤਾਂ ਇਹ PFMS ਨੇ ਚੈੱਕ ਬਣਾ ਕੇ ਦੇਤਾ ਤੁਹਾਨੂੰ ਕਿ ਚੈੱਕ ਬਣ ਗਿਆ, ਇਹ ਪੇਮੈਂਟ ਬੈਂਕ ਨੂੰ ਕਰ ਦੋ। ਤੇ ਪੇਮੈਂਟ ਜਿਹੜੀ ਹੈਗੀ ਫਿਜ਼ੀਕਲ ਚੈੱਕ ਰਾਹੀਂ ਨਹੀਂ ਹੋਏਗੀ, ਜਿਹੜਾ ਚੈੱਕ ਬੁੱਕ ਦੇ ਵਿੱਚੋਂ ਚੈੱਕ ਕੱਟਦੇ ਆ, ਜਾਂ ਆਪਾਂ ਬੈਂਕ ਨੂੰ ਕੋਈ ਵੀ ਡਿਟੇਲ ਨਹੀਂ ਦੇਣੀ। ਇਸ ਤੋਂ ਇਲਾਵਾ ਬਾਰ-ਬਾਰ ਦੱਸ ਰਿਹਾ, ਦੁਬਾਰਾ ਦੱਸ ਰਿਹਾ ਕਿ PPA ਤੋਂ ਇਲਾਵਾ ਬੈਂਕ ਨੂੰ ਕੋਈ ਡਿਟੇਲ ਨਹੀਂ ਦੇਣੀ ਆਪਾਂ ਕਿ ਕਿਹਦੇ ਨਾਂ ਤੇ ਪੇਮੈਂਟ ਕਰ ਦੋ। ਮੰਨ ਲਓ ਮੈਂ ਮਤਲਬ ਕਿ ਤੁਹਾਨੂੰ ਇਹ ਕਹਿਣਾ ਕਿ ਇਹਦਾ ਕੀ ਕੰਮ ਹੈ PPA ਦਾ, ਕਿ PPA ਦੇ ਵਿੱਚ ਜਿਹੜੇ ਹਿਡਨ ਅਕਾਊਂਟ ਨੰਬਰ ਨੇ, ਇਹ ਸਿਰਫ ਇੱਕ PPA ਐਡਵਾਈਸ ਨੰਬਰ ਜਨਰੇਟ ਹੋ ਗਿਆ, that is starting from C101703640718। ਇੱਕ ਜਿਹੜਾ ਐਗਜ਼ਾਮਪਲ ਚ ਦਿੱਤਾ ਗਿਆ ਵਾ, ਇਹਦੇ ਵਿੱਚ PPA ਐਡਵਾਈਸ ਨੰਬਰ ਨਜ਼ਰ ਆ ਰਿਹਾ ਵਾ। ਇਹੀ ਐਡਵਾਈਸ ਨੰਬਰ ਬੈਂਕ ਕੋਲ ਜਾਏਗਾ। ਜਦੋਂ ਬੈਂਕ ਕੋਲੇ ਐਡਵਾਈਸ ਨੰਬਰ ਪਹੁੰਚ ਗਿਆ, ਬੈਂਕ ਆਪਣੇ ਸਿਸਟਮ ਦੇ ਵਿੱਚ ਇਹ ਐਡਵਾਈਸ ਨੰਬਰ ਜਦੋਂ ਪੇਮੈਂਟ ਕਰਨੀ ਹੈ ਤਾਂ ਆਹ ਐਡਵਾਈਸ ਨੰਬਰ ਭਰੇਗਾ, ਤਾਂ ਉਹਨੂੰ ਆਪਣੇ ਸਿਸਟਮ ਦੇ ਵਿੱਚ, PFMS ਦੇ ਸਿਸਟਮ ਦੇ ਵਿੱਚ ਜਿੰਨੇ ਨੂੰ ਪੇਮੈਂਟ ਕਰਨੀ ਹੈ ਉਹਦੀ ਡਿਟੇਲ ਵਿਊ ਹੋਣੀ ਸ਼ੁਰੂ ਹੋ ਜਾਏਗੀ। ਇਸ ਤੋਂ ਇਲਾਵਾ ਸ਼ੋ ਨਹੀਂ ਹੋਏਗੀ। ਸਿਰਫ ਉਹ ਜਦੋਂ ਸਿਸਟਮ ਦੇ PPA ਨੰਬਰ ਭਰੇਗਾ ਤਾਂ ਹੀ ਉਹਨੂੰ ਉੱਥੇ ਸਿਸਟਮ ਦੇ ਵਿੱਚ ਹੀ ਡਿਟੇਲ ਸ਼ੋ ਹੋਏਗੀ ਕਿਹਨੂੰ ਪੇਮੈਂਟ ਕਰਨੀ ਹੈ। ਤੇ ਗਲਤੀ ਨਾਲ ਵੀ
ਜੇ ਬੈਂਕ ਕਹਿ ਦਿੰਦਾ ਕਿ ਅਸੀਂ ਪੀਪੀਏ ਐਡਵਾਈਸ ਤੁਹਾਡੀ ਪ੍ਰੋਸੈਸ ਨਹੀਂ ਕਰਦੇ, ਤੁਸੀਂ ਪੇਮੈਂਟ ਨੂੰ ਏਦਾਂ ਕਰੋ ਕਿ ਇਹ ਪੀਪੀਏ ਐਡਵਾਈਸ ਵੀ ਦੇ ਜਾਓ ਤੇ ਨਾਲੇ ਸਾਨੂੰ ਬੈਂਕ ਦੀ ਡਿਟੇਲ ਦੇ ਜਾਓ ਕਿ ਕਿਹੜੇ ਖਾਤੇ 'ਚ ਕਿੰਨੇ ਪੈਸੇ ਪਾਉਣੇ ਆ। ਜਿਵੇਂ ਆਪਾਂ ਨੈਫਟ ਰਾਹੀਂ ਕਰਨ ਵਾਸਤੇ ਦਿੰਨੇ ਆ, ਆਪਾਂ ਨਹੀਂ ਦੇਣੇ, ਬੈਂਕ ਨੂੰ ਕੋਈ ਖਾਤਾ ਡਿਟੇਲ ਨਹੀਂ ਦੇਣੀ, ਸਿਰਫ ਪੀਪੀਏ ਦੇਣੀ ਆ। ਬਾਰ-ਬਾਰ ਦੱਸ ਰਿਹਾ, ਕਿਉਂਕਿ ਜੇ ਇਹ ਪੀਪੀਏ ਐਡਵਾਈਸ ਬੈਂਕ ਪ੍ਰੋਸੈਸ ਕਰੇਗਾ, ਜਦੋਂ ਪੀਪੀਏ ਜਨਰੇਟ ਹੋਗੀ ਤੇ ਇੱਥੇ ਜਦੋਂ ਪੀਪੀਏ ਜਨਰੇਟ ਹੋਗੀ ਤੁਹਾਡੇ ਖਾਤੇ 'ਚੋਂ ਪੈਸਾ ਘਟ ਗਿਆ, ਤੁਹਾਡੇ ਖਾਤੇ 'ਚੋਂ ਪੈਸਾ ਘਟ ਜਾਏਗਾ ਜਿੰਨੀ ਪੇਮੈਂਟ ਕਰੋਗੇ। ਤੇ ਜਦੋਂ ਤੁਹਾਡੇ ਪੀਪੀਏ ਦੇ ਖਾਤੇ ਵਿੱਚੋਂ ਘਟਿਆ, ਪੀਐਫਐਮਐਸ ਦੇ ਖਾਤੇ 'ਚੋਂ ਘਟਿਆ, ਐਕਚੁਅਲ ਖਾਤੇ 'ਚੋਂ ਨਹੀਂ ਘਟਿਆ, ਜਿਹੜੀ ਲਿਮਿਟ ਬਣਾ ਕੇ ਦਿੱਤੀ ਹੈ, ਤੇ ਉਹ ਜਦੋਂ ਬੈਂਕ ਆਹ ਪੀਪੀਏ ਐਡਵਾਈਸ ਨੰਬਰ ਜਿਹੜਾ ਪਾਰਟਿਕੂਲਰ ਤੁਹਾਡੇ ਸਕੂਲ ਦਾ ਜਨਰੇਟ ਹੋਇਆ ਹੋਏਗਾ ਉਹੀ ਪ੍ਰੋਸੈਸ ਕਰੇਗਾ, ਤਾਂ ਹੀ ਤੁਹਾਡੇ ਖਾਤੇ ਦੇ ਵਿੱਚੋਂ ਪੇਮੈਂਟ ਜਾਏਗੀ ਤੇ ਪੀਐਫਐਮਐਸ ਦੇ ਵਿੱਚੋਂ ਵੀ ਪੇਮੈਂਟ ਘਟੇਗੀ। ਜਦੋਂ ਇਹ ਪੀਪੀਏ ਐਡਵਾਈਸ ਦੇ ਰਾਹੀਂ ਪੇਮੈਂਟ ਨਿਕਲੀ, ਜਦੋਂ ਤੁਹਾਡੇ ਪਾਸਬੁੱਕ ਦੇ ਵਿੱਚ ਆ ਪੀਪੀਏ ਨੰਬਰ ਆ ਗਿਆ ਨਾ ਕਿ ਆ ਪੀਪੀਏ ਰਾਹੀਂ ਨੰਬਰ ਪੇਮੈਂਟ ਨਿਕਲੀ ਹੈ, ਤਾਂ ਹੀ ਤੁਹਾਡਾ ਇਹ ਖਰਚਾ ਪੀਐਫਐਮਐਸ 'ਚ ਬੁੱਕ ਮੰਨਿਆ ਜਾਏਗਾ। ਮੈਂ ਬਾਰ-ਬਾਰ ਤਾਂ ਦੱਸ ਰਿਹਾ ਵਾਂ ਕਿ ਜੇ ਮੰਨ ਲਓ ਗਲਤੀ ਨਾਲ ਤੁਸੀਂ ਕੀ ਕੀਤਾ ਕਿ ਪੀਪੀਏ ਐਡਵਾਈਸ ਦੇਣ ਦੀ ਬਜਾਏ ਉਹਨੂੰ ਚੈੱਕ ਡਿਟੇਲ ਦੇਤੀ, ਉਹ ਕਹਿੰਦਾ ਕਿ ਸਾਨੂੰ ਚੈੱਕ ਕੱਟ ਕੇ ਦੇ ਦਿਓ, ਬੈਂਕ ਕਹਿੰਦਾ ਜੀ ਚੈੱਕ ਦੇ ਦਿਓ ਸਾਨੂੰ, ਚੈੱਕ ਕੱਟ ਕੇ ਤੇ ਨਾਲੇ ਤੁਸੀਂ ਆਪਣਾ ਜਿਹੜੇ ਬੰਦੇ ਨੂੰ ਪੇਮੈਂਟ ਕਰਨੀ ਹੈ, ਸਪੋਜ਼ ਕਰੋ ਵਰਦਨ ਦੀ ਪੇਮੈਂਟ ਤੁਸੀਂ ਰਾਮ ਸਿੰਘ ਐਂਡ ਸੰਸ ਦੇ ਨਾਮ ਤੇ ਕਰਨੀ ਹੈ, ਤੁਸੀਂ ਰਾਮ ਸਿੰਘ ਸੰਸ ਦੇ ਨਾਮ ਤੇ ਚੈੱਕ ਕੱਟ ਕੇ ਦੇ ਦਿਓ ਤੇ ਉਹਦਾ ਖਾਤਾ ਨੰਬਰ ਭਰ ਕੇ ਸਾਨੂੰ ਦੇ ਦਿਓ, ਤੇ ਅਸੀਂ ਉਹ ਉੱਥੇ ਚੇਅਰਮੈਨ ਸਕੱਤਰ ਸਾਈਨ ਕਰਦੇ, ਉਹ ਪੇਮੈਂਟ ਤਾਂ ਬੈਂਕ ਚੋਂ ਨਿਕਲ ਗਈ। ਪਰ ਪੀਪੀਏ ਐਡਵਾਈਸ ਜਿਹੜੀ ਜਾਰੀ ਕੀਤੀ ਹੈ, ਜੇ ਬੈਂਕ ਨੇ ਪ੍ਰੋਸੈਸ ਨਹੀਂ ਕੀਤੀ ਤਾਂ 10 ਦਿਨਾਂ ਦੇ ਵਿੱਚ ਇਹ ਐਕਸਪਾਇਰ ਹੋ ਜਾਏਗੀ। ਐਕਸਪਾਇਰ ਹੋਣ ਦੇ ਨਾਲ ਹੀ ਜਿਹੜਾ ਖਾਤਾ ਇਹਦੇ ਜਿਹੜੇ ਪੈਸੇ ਤੁਹਾਡੇ 10 ਦਿਨਾਂ ਦੇ ਵਿੱਚ ਕੱਟੇ ਗਏ ਨੇ ਉਹ ਤੁਹਾਡੇ ਪੀਐਫਐਮਐਸ ਦੁਆਰਾ ਬੋਲਣੇ ਸ਼ੁਰੂ ਹੋ ਜਾਣਗੇ। ਹੁਣ ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਪੀਪੀਏ ਜਨਰੇਟ ਕਰਤੀ, ਬੈਂਕ ਨੇ ਕਿਹਾ ਕਿ ਅਸੀਂ ਪੀਪੀਏ ਐਡਵਾਈਸ ਪ੍ਰੋਸੈਸ ਨਹੀਂ ਕਰ ਸਕਦੇ, ਤੁਹਾਨੂੰ ਨਹੀਂ ਪਤਾ ਲੱਗਿਆ, ਤੇ ਤੁਸੀਂ ਬੈਂਕ ਦੇ ਕਹਿਣ ਦੇ ਅਨੁਸਾਰ ਉਹਨਾਂ ਨੂੰ ਅਕਾਊਂਟ ਨੰਬਰ ਦੇਤਾ ਕਿ ਠੀਕ ਹੈ ਜੀ, ਆਹ ਅਕਾਊਂਟ ਨੰਬਰ ਚੱਕੋ ਜੀ, ਅਸੀਂ ਇਹਦੇ 'ਚ ਪੇਮੈਂਟ ਕਰਨੀ ਹੈ। ਬੈਂਕ ਨੇ ਕੀ ਕਰਨਾ ਵਾ, ਉਹ ਅਕਾਊਂਟ ਨੰਬਰ ਚੱਕਿਆ, ਉਹਦੇ ਵਿੱਚ ਪੇਮੈਂਟ ਪਾਤੀ, ਪੀਪੀਏ ਐਡਵਾਈਸ ਤੁਹਾਡੀ ਪ੍ਰੋਸੈਸ ਕੀਤੀ ਨਹੀਂ, ਤੁਹਾਡੇ ਪੀਐਫਐਮਐਸ 'ਚੋਂ ਪੈਸਾ ਕਿਵੇਂ ਨਿਕਲਿਆ ਹੀ ਨਹੀਂ ਜਦੋਂ ਤੱਕ ਪੀਐਫਐਮਐਸ, ਕਿਉਂਕਿ 10 ਦਿਨਾਂ ਬਾਅਦ ਐਕਸਪਾਇਰ ਹੋ ਜਾਣੀ ਹੈ ਇਹ, ਬੈਂਕ ਨੇ ਪੀਪੀਏ ਨੰਬਰ ਪ੍ਰੋਸੈਸ ਨਹੀਂ ਕੀਤਾ ਤੇ ਇਹ 10 ਦਿਨਾਂ ਬਾਅਦ ਆਟੋਮੈਟਿਕਲੀ ਐਕਸਪਾਇਰ ਹੋ ਗਈ, ਪੈਸਾ ਤੁਹਾਡੇ ਖਾਤੇ 'ਚ ਪੀਐਫਐਮਐਸ ਦੇ ਖਾਤੇ 'ਚ ਦੁਆਰਾ ਬੋਲਣਾ ਸ਼ੁਰੂ ਕਰ ਗਿਆ। ਠੀਕ ਹੈ ਜੀ, ਪੀਐਫਐਮਐਸ ਦੁਆਰਾ ਪੈਸਾ ਆ ਗਿਆ, ਤੁਹਾਡਾ ਖਾਤੇ 'ਚੋਂ ਪੈਸਾ ਨਿਕਲ ਗਿਆ, ਜਿਹੜੀ ਤੁਸੀਂ ਬੈਂਕ ਨੂੰ ਡਿਟੇਲ ਬਣਾ ਕੇ ਦਿੱਤੀ ਕਿ ਹਾਂਜੀ ਆਹ ਖਾਤੇ ਦੇ ਵਿੱਚ ਪੈਸੇ ਪਾ ਦਿਓ ਅਲੱਗ ਤੋਂ, ਤੁਸੀਂ ਪੀਪੀਏ ਨਹੀਂ ਦਿੱਤੀ ਬੈਂਕ ਦੇ ਕਹਿਣ ਅਨੁਸਾਰ, ਤਾਂ ਤੁਹਾਡੇ ਖਾਤੇ 'ਚ ਪੇਮੈਂਟ ਨਿਕਲ ਗਈ, ਪਰ ਆਪਣਾ ਪੀਐਫਐਮਐਸ 'ਚ ਪੇਮੈਂਟ ਨਹੀਂ ਨਿਕਲੀ, ਤਾਂ ਉਹ ਤੁਹਾਡਾ ਮੈਚਿੰਗ ਨਹੀਂ ਹੋਏਗਾ। ਇੱਥੇ ਤੁਹਾਡਾ ਆਬਜੈਕਸ਼ਨ ਲੱਗ ਜਾਏਗੀ ਤੇ ਤੁਹਾਨੂੰ ਇਹਦੇ ਵਿੱਚ ਮਤਲਬ ਕਿ ਤੁਹਾਡੀ ਜਿਹੜੀ ਹੈਗੀ ਆ ਇਹ ਮਿਸਟੇਕ ਤੁਹਾਡੀ ਰਿਮੂਵ ਨਹੀਂ ਹੋਣੀ। ਠੀਕ ਹੈ ਜੀ, ਇਹਦੇ ਵਾਸਤੇ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ, ਜਦੋਂ ਤੁਸੀਂ ਬਿੱਲ ਫਾਈਨਲ ਸਬਮਿਟ ਕਰਤਾ, ਜਦੋਂ ਤੁਸੀਂ ਬਿੱਲ ਫਾਈਨਲ ਸਬਮਿਟ ਕਰਤਾ ਉਸ ਤੋਂ ਬਾਅਦ ਤੁਹਾਡਾ ਪੀਪੀਏ ਐਡਵਾਈਸ ਜਨਰੇਟ ਹੋ ਜਾਏਗੀ। ਇਹਦੇ ਵਿੱਚ ਦੇਖੋ ਜੀ ਸੇਵ ਦੀ ਆਪਸ਼ਨ ਆ ਰਹੀ ਹੈ, ਤੁਸੀਂ ਇਹਨੂੰ ਸੇਵ ਕਰ ਲੈਣਾ ਵਾ, ਇੱਥੇ ਕਲਿੱਕ ਕਰਕੇ ਇਹਨੂੰ ਇੱਕ ਸੇਵ ਕਰਕੇ ਰੱਖ ਲੈਣਾ ਵਾ। ਸੇਵ ਕਰਕੇ ਰੱਖ ਲਓਗੇ ਤਾਂ ਤੁਸੀਂ ਇਹ ਪੀਪੀਏ ਨੰਬਰ, ਮਤਲਬ ਕਿ ਸਿੰਪਲ ਜੀ ਗੱਲ ਹੈ ਕਿ ਸਿਰਫ ਆ ਪੀਪੀਏ ਨੰਬਰ ਰਾਹੀਂ ਪ੍ਰੋਸੈਸਿੰਗ ਹੋਣੀ ਹੈ, ਇਹ ਕਰਵਾਉਣੀ ਜ਼ਰੂਰੀ ਹੈ। ਤੇ ਇਹ ਇਹਦੇ ਵਿੱਚ ਜਿਹੜਾ 10 ਦਿਨ ਨੇ, ਇਹਦਾ ਮਤਲਬ ਤੁਸੀਂ ਧਿਆਨ ਨਾਲ ਸਮਝ ਲੈਣਾ ਵਾ ਕਿ ਇਹਦੇ ਵਿੱਚ ਜਿਹੜੇ 10 ਦਿਨ ਦਿੱਤੇ ਹੋਏ ਨੇ ਉਹੀ 10 ਦਿਨ ਕਾਊਂਟ ਹੋਣਗੇ। ਇਹਦੇ ਵਿੱਚ ਕੋਈ ਨੈਸ਼ਨਲ ਹੋਲੀਡੇ, ਕੋਈ ਬੰਦ, ਕੋਈ ਵੀ ਮਤਲਬ ਕਹਿ ਲਓ ਕਿ ਆਪਣਾ ਛੁੱਟੀ ਕਾਊਂਟ ਨਹੀਂ ਹੁੰਦੀ। ਇਹ ਜਿਹੜੀ ਤੈਨੂੰ ਜਨਰੇਟ ਕਰਤੀ ਉਸ ਤੋਂ ਅਗਲੇ 10 ਦਿਨ ਦੇ ਵਿੱਚ ਪ੍ਰੋਸੈਸ ਹੋਣੀ ਜ਼ਰੂਰੀ ਹੈ। ਜੇ ਤੁਹਾਨੂੰ ਲੱਗਦਾ ਵਾ ਕਿ ਛੁੱਟੀਆਂ ਆ ਰਹੀਆਂ ਨੇ ਅੱਗੇ, ਜਾਂ ਬੈਂਕ ਪ੍ਰੋਸੈਸ ਕਰਨ 'ਚ ਲੇਟ ਕਰ ਸਕਦਾ, ਕੋਈ ਏਦਾਂ ਦੀ ਬੈਂਕ ਦੀ ਹੜਤਾਲ ਚੱਲਦੀ ਪਈ ਹੈ, ਜਾਂ ਕੋਈ ਵੀ ਏਦਾਂ ਦਾ ਇਸ਼ੂ ਆ ਗਿਆ ਕਿ ਜਿੰਦੇ ਵਿੱਚ ਤੁਹਾਨੂੰ ਲੱਗਦਾ ਕਿ ਅਗਲੇ 10 ਦਿਨਾਂ ਦੇ ਵਿੱਚ ਜਾਂ ਅਗਲੇ 7 ਦਿਨਾਂ ਦੇ ਵਿੱਚ ਪ੍ਰੋਸੈਸ ਨਹੀਂ ਹੋ ਰਹੀ, ਤਾਂ ਤੁਹਾਨੂੰ ਬੈਂਕ ਲੇਟ ਕਰ ਦੇਗਾ, ਤਾਂ ਤੁਸੀਂ ਇਹਨੂੰ ਜਨਰੇਟ ਨਾ ਕਰੋ, ਇਹਨੂੰ ਰੁਕ ਖਰਚਾ ਮਤਲਬ ਕਿ ਸੇਵ ਕਰਕੇ ਰੱਖ ਲਓ। ਜਦੋਂ ਫਾਈਨਲ ਸਬਮਿਟ ਕਰਨਾ ਵਾ ਉਹ ਤੁਸੀਂ ਉਦੋਂ ਹੀ ਕਰੋ ਜਦੋਂ ਤੁਸੀਂ ਬੈਂਕ ਦੇ ਵਿੱਚ ਜਾ ਕੇ ਇਹਨੂੰ ਪ੍ਰੋਸੈਸ ਕਰਵਾ ਸਕਦੇ ਹੋ। ਤੇ ਜਦੋਂ ਤੁਸੀਂ ਬੈਂਕ ਨੂੰ ਦੇਤੀ ਤਾਂ ਉਹ ਤੁਸੀਂ ਬੈਂਕ ਨੂੰ ਕਹਿਣਾ ਕਿ ਪ੍ਰੋਸੈਸ ਕਰੇਗੀ। ਆਹ ਜਿਹੜੀ ਐਡਵਾਈਸ ਹੈ ਇਸ ਤਰੀਕੇ ਨਿਕਲੇਗੀ। ਇਹਦੇ ਵਿੱਚ ਤੁਹਾਡੇ ਕੋਲੇ ਇੱਕ ਚੀਜ਼ ਹੋਰ ਹੈ, ਜੇ ਮੰਨ ਲਓ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਜਿੱਥੇ ਤੁਹਾਡਾ ਖਾਤਾ ਚੱਲਦਾ ਪਿਆ ਵਾ ਤੇ ਉੱਥੇ ਤੁਸੀਂ ਦੇਣੀ ਹੈ ਐਕਸਿਸ ਬੈਂਕ ਦੇ। ਮੰਨ ਲਓ ਤੁਹਾਡਾ ਕੈਨਰਾ ਬੈਂਕ 'ਚ ਖਾਤਾ, ਐਕਸਿਸ ਬੈਂਕ 'ਚ ਖਾਤਾ ਵਾ, ਤੁਹਾਡਾ ਸਕੂਲ ਹੈਗਾ ਵਾ, ਤੁਹਾਡੇ ਸਕੂਲ ਤੋਂ 20 ਕਿਲੋਮੀਟਰ ਦੂਰ ਤੇ ਬੈਂਕ ਪੈਂਦੀ ਹੈ, ਜਿਹੜੇ ਸਰਕਾਰ ਵੱਲੋਂ ਹਦਾਇਤ ਹੋਈ ਹੈ ਕਿ ਇੱਕ ਹੀ ਬੈਂਕ ਦੇ ਸਾਰੇ ਸਕੂਲਾਂ ਦੇ ਖਾਤੇ ਹੋਣਗੇ। ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਪੀਪੀ ਐਡਵਾਈਸ ਹੈ ਤੁਹਾਨੂੰ 20 ਕਿਲੋਮੀਟਰ ਦੂਰ ਦੇ ਕੇ ਆਣੀ ਪਊਗੀ। ਤੁਹਾਡੇ ਸਕੂਲ ਦੇ ਨੇੜੇ ਜਿੱਥੇ ਐਕਸਿਸ ਬੈਂਕ ਦਾ ਖਾਤਾ ਵਾ, ਜਿੱਥੇ ਕੈਨਰਾ ਬੈਂਕ ਦਾ ਖਾਤਾ ਵਾ, ਤੁਸੀਂ ਉੱਥੇ ਜਾ ਕੇ ਦੇ ਸਕਦੇ ਹੋ। ਤੇ ਜਦੋਂ ਤੁਸੀਂ ਕੀ ਖਾਣੇ ਕੀ ਹੋ ਗਿਆ, ਜਦੋਂ ਤੁਸੀਂ ਇੱਥੇ ਖਾਤੇ ਜਦੋਂ ਬੈਂਕ 'ਚ ਦੇਤੀ ਤੇ ਬੈਂਕ ਨੇ ਕਹਿਤਾ ਕਿ ਸਾਡੇ ਕੋਲ ਜੀ ਸਾਨੂੰ ਪੀਪੀਏ ਐਡਵਾਈਸ ਪ੍ਰੋਸੈਸ ਨਹੀਂ ਕਰਨੀ ਆਉਂਦੀ, ਜਾਂ ਕੋਈ ਬੈਂਕ ਨੇ ਬਹਾਨਾ ਲਾਤਾ ਕਿ ਅਸੀਂ ਨਹੀਂ ਕਰ ਸਕਦੇ, ਤਾਂ ਤੁਸੀਂ ਸਿੰਪਲ ਜੀ ਗੱਲ ਹੈ, ਤੁਸੀਂ ਪੀਪੀਏ ਐਡਵਾਈਸ ਉੱਤੇ ਦੇਖੋ ਜੀ, ਜਿਹੜੇ ਬੈਂਕ ਦਾ ਖਾਤਾ ਹੋਏਗਾ ਉਸ ਬੈਂਕ ਦਾ ਹੈਲਪਲਾਈਨ ਨੰਬਰ ਨਜ਼ਰ ਆਣਗੇ। ਇੱਥੇ ਪੀਪੀਏ ਐਡਵਾਈਸ ਦੇ ਉੱਤੇ ਹੀ ਨਜ਼ਰ ਆਣਗੇ ਹੈਲਪਲਾਈਨ ਨੰਬਰ।
ਤਾਂ ਉਹ ਤੁਸੀਂ ਬੈਂਕ ਵਾਲਿਆਂ ਨੂੰ ਕਹੋ ਤੁਸੀਂ ਆਪਣੀ ਇਸ ਟੀਮ ਦੇ ਨਾਲ ਗੱਲ ਕਰੋ, ਉਹ ਬੈਂਕ ਵਾਲੇ ਆਪ ਗੱਲ ਕਰਨਗੇ। ਇਹ ਬੈਂਕ ਦੀ ਜ਼ਿੰਮੇਵਾਰੀ ਹੈ ਇਹਨੂੰ ਪ੍ਰੋਸੈਸ ਕਰਨਾ, ਤੇ ਬੈਂਕ ਮਨਾ ਨਹੀਂ ਕਰ ਸਕਦਾ ਤੁਹਾਨੂੰ ਪੀਪੀ ਐਡਵਾਈਸ ਪ੍ਰੋਸੈਸ ਕਰਨ ਨੂੰ। ਇਹੀ ਪੀਐਫਐਮਐਸ ਦਾ ਫਾਈਨਲ ਸਟੈਪ ਹੈ ਇਹ ਕਿਸੇ ਵੀ ਇੱਕ ਖਰਚੇ ਨੂੰ ਕੰਪਲੀਟ ਕਰਨ ਦੇ ਲਈ। ਜਦੋਂ ਪੀਪੀ ਐਡਵਾਈਸ ਤੁਹਾਡੀ ਬੈਂਕ ਕੋਲ ਚਲੇਗੀ, ਬੈਂਕ ਨੇ ਉਹਨੂੰ ਪ੍ਰੋਸੈਸ ਕਰਤਾ, ਮਤਲਬ ਤੁਹਾਡੀ ਪੇਮੈਂਟ ਸਕਸੈਸਫੁਲ ਹੋ ਗਈ। ਤੇ ਉਹਦੇ ਲਈ ਤੁਹਾਨੂੰ ਬੈਂਕ ਦੇ ਵਿੱਚ ਜਾ ਕੇ ਇੱਕ ਵਾਰੀ ਚੈੱਕ ਕਰਨਾ ਪਏਗਾ ਕਿ ਤੁਹਾਡੀ ਪੀਪੀਏ ਜਿਹੜੀ ਹੈਗੀ ਹੈ, ਆਈਦਰ ਤੁਹਾਨੂੰ 10 ਦਿਨਾਂ ਬਾਅਦ ਪਤਾ ਲੱਗੇਗਾ ਐਕਸਪਾਇਰ ਹੋ ਗਈ, ਬੈਂਕ ਨੇ ਨਹੀਂ ਪ੍ਰੋਸੈਸ ਕੀਤੀ, ਜਾਂ ਤਾਂ ਤੁਹਾਨੂੰ ਉੱਥੇ ਜਾ ਕੇ ਮਤਲਬ ਕਿ ਬੈਂਕ ਚੋਂ ਇੱਕ ਵਾਰੀ ਵੈਰੀਫਾਈ ਕਰਵਾਉਣਾ ਪਏਗਾ। ਇਹਦੇ ਕਰਕੇ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਕਿ ਤੁਸੀਂ ਨੈਟ ਬੈਂਕਿੰਗ ਦਾ ਐਕਸੈਸ ਲੈ ਲਓ, ਤੇ ਤੁਹਾਨੂੰ ਬਾਰ-ਬਾਰ ਮਤਲਬ ਕਿ ਬੈਂਕ ਜਾਣ ਦੇ ਨਾਲੋਂ ਵੀ ਬਚਾਅ ਹੋ ਜਾਏਗਾ। ਇੱਕ ਵਾਰੀ ਪੀਪੀ ਐਡਵਾਈਸ ਜਮ੍ਹਾਂ ਕਰਾਤੀ ਤੇ ਮੁੜ ਕੇ ਤੁਹਾਡਾ ਕੀ ਨਾਮ ਦਾ ਤੁਸੀਂ ਨੈਟ ਬੈਂਕਿੰਗ ਰਾਹੀਂ ਚੈੱਕ ਕਰਦੇ ਰਹੇ ਆਪਣੀ ਪੇਮੈਂਟਸ। ਠੀਕ ਹੈ ਜੀ, ਇਹੀ ਪੀਐਫਐਮਐਸ ਦਾ ਕੰਮ ਹੈ ਜੀ। ਅੱਜ ਦੀ ਟ੍ਰੇਨਿੰਗ ਦਾ ਇਹੀ ਕਨਕਲੂਜਨ ਹੈ ਕਿ ਹੁਣ ਜਿਹੜਾ ਵੀ ਜੋ ਚੀਜ਼ ਅਸੀਂ ਤੁਹਾਨੂੰ ਦੱਸਣੀ ਸੀ ਸਾਰੀ ਤੁਹਾਨੂੰ ਦੱਸ ਚੁੱਕੇ ਹਾਂ। ਕੋਈ ਤੁਹਾਨੂੰ ਇਹਦੇ 'ਚ ਕੋਈ ਦਿੱਕਤ ਪਰੇਸ਼ਾਨੀ ਹੋਊਗੀ ਕਿ ਕੋਈ ਚੀਜ਼ ਨਹੀਂ ਸਮਝ ਲੱਗੀ ਤਾਂ ਮਤਲਬ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਤੁਹਾਡੇ ਵਾਸਤੇ ਫਾਈਨਲ ਹੋ ਗਿਆ। ਇਹ ਟ੍ਰੇਨਿੰਗ ਦਾ ਹਲੇ ਅੱਜ ਪਹਿਲਾ ਸੈਸ਼ਨ ਸੀਗਾ। ਜੇ ਕੋਈ ਮੰਨ ਲਓ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਚੀਜ਼ ਹੈਗੀ ਹੈ, ਤੁਹਾਨੂੰ ਇਹਦੇ ਬਾਰੇ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਨਾਲ ਦੇ ਨਾਲ ਗਾਈਡ ਕਰਦੇ ਰਵਾਂਗੇ। ਤੇ ਇਹਦੇ ਵਿੱਚ ਦੇਖੋ ਜੀ, ਜਿਹੜੇ ਇਹ ਜਿਹੜੀ ਅੱਜ ਦੀ ਮੀਟਿੰਗ ਹੈ, ਮੀਟਿੰਗ ਦੀ ਜਿਹੜੀ ਹਾਜ਼ਰੀ ਹੈ ਤੁਹਾਨੂੰ ਇੱਕ ਲਿੰਕ ਸ਼ੇਅਰ ਕਰ ਦਿੱਤਾ ਜਾਵੇਗਾ। ਉਹ ਲਿੰਕ ਦੇ ਵਿੱਚ ਸਾਰੇ ਸਕੂਲਾਂ ਨੇ ਜਿਹੜੇ ਪਾਰਟਿਸਿਪੈਂਟਸ ਨੇ ਹਾਜ਼ਰੀ ਲਗਾਈ, ਮੀਟਿੰਗ ਅਟੈਂਡ ਕੀਤੀ, ਉਹਨਾਂ ਦੇ ਨਾਮ ਆਣਗੇ, ਉਹ ਸਟੇਟ ਆਫਿਸ ਨੂੰ ਜਾਣੇ ਆ ਜੀ। ਠੀਕ ਹੈ ਜੀ, ਤਾਂ ਪਲੀਜ਼ ਕਰਕੇ ਇੱਕ ਤਾਂ ਉਹ ਵੀ ਹੈਗਾ, ਤੇ ਜਿਹੜੀ ਅੱਜ ਦੀ ਮੀਟਿੰਗ ਦਾ ਜਿਹੜਾ ਡਿਟੇਲਡ ਲਿੰਕ ਹੈ ਇਹ ਤੁਹਾਨੂੰ ਸ਼ੇਅਰ ਕਰਤਾ ਜਾਵੇਗਾ ਤੁਹਾਡੇ ਗਰੁੱਪ ਦੇ ਵਿੱਚ। ਜੇ ਕਿਸੇ ਨੂੰ ਲੋੜ ਪਏਗੀ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਕਿ ਜਿਹੜੇ ਬੰਦੇ ਰਹਿ ਗਏ ਆ, ਕਦੀ ਤੁਸੀਂ ਫਿਊਚਰ ਦੇ ਵਿੱਚ ਚੈੱਕ ਕਰਨਾ, ਜਿਹੜਾ ਪਾਰਟ ਨਹੀਂ ਸਮਝ ਲੱਗਿਆ ਤੁਸੀਂ ਉੱਥੋਂ ਵੀਡੀਓ ਦੇ ਰਾਹੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ, ਤੇ ਇਹ ਚੀਜ਼ ਤੋਂ ਬਾਅਦ ਤੁਹਾਨੂੰ ਜਿਹੜਾ ਇਹਦੀ ਹਾਜ਼ਰੀ ਹੈ ਪਲੀਜ਼ ਸਾਰੇ ਜਿਹੜੇ ਭੇਜਣੀ ਯਕੀਨੀ ਬਣਾਉਣ। ਠੀਕ ਹੈ ਜੀ, ਅੱਜ ਦੀ ਮੀਟਿੰਗ ਦਾ ਇਹੀ ਹੈ ਜੀ ਕਨਕਲੂਜਨ। ਬਾਕੀ ਜਿਹੜੇ ਇਹਦੇ ਇਹ ਪੀਪੀਟੀ ਹੈ ਤੁਹਾਨੂੰ ਸ਼ੇਅਰ ਕਰ ਦਿੱਤੀ ਜਾਵੇਗੀ। ਜੇ ਕਿਤੇ ਦਿੱਕਤ ਆਏਗੀ ਤੁਸੀਂ ਇਹਨੂੰ ਰੀਡ ਕਰਕੇ ਵੀ ਆਪਣਾ ਕੰਮ ਕਰ ਸਕਦੇ ਹੋ। ਬਾਕੀ ਜੇ ਕਿਸੇ ਦੀ ਹੋਰ ਕੋਈ ਕੁਐਰੀ ਹੋਵੇ ਜਿਹੜੀ ਅਸੀਂ ਕਰ ਸਕੀਏ ਤਾਂ ਤੁਸੀਂ ਪੁੱਛ ਸਕਦੇ ਹੋ, ਅਦਰਵਾਈਜ਼ ਆਪਾਂ ਖਤਮ ਕਰੀਏ ਮੀਟਿੰਗ। ਕੋਈ ਹੈਗਾ ਜਿਹੜਾ ਪੁੱਛਣਾ ਚਾਹੁੰਦਾ ਹੋਵੇ ਕੁਝ? ਹਾਂਜੀ ਸਰ। ਸਰ ਜੀ ਅਗਰ ਜਿਵੇਂ ਸਬਜ਼ੀਆਂ ਵਾਲੇ ਨੂੰ ਦੇਣਾ, ਹਾਂਜੀ ਸਰ ਬੋਲੋ ਜੀ। ਸਰ ਜਿਵੇਂ ਸਬਜ਼ੀਆਂ ਵਾਲੇ ਨੂੰ ਦੇਣਾ ਕੋਈ, ਉਸ ਤੋਂ ਉਹਦਾ ਕਿਵੇਂ ਅਕਾਊਂਟ ਨੰਬਰ ਵਗੈਰਾ ਕਿਸ ਤਰ੍ਹਾਂ ਉਹਦਾ ਹੋਊਗਾ? ਸਬਜ਼ੀਆਂ ਵਾਲੇ ਨੂੰ ਪੈਸੇ ਦੇਣੇ, ਸਬਜ਼ੀਆਂ ਵਾਲੇ ਜਿਹੜੇ ਪੈਸੇ ਹੈਗੇ ਆ ਇਹ ਆਲਰੇਡੀ ਹਲੇ ਪਾਈਪਲਾਈਨ ਦੇ ਵਿੱਚ ਹੈਗੀ ਕੁਐਰੀ। ਠੀਕ ਹੈ ਜੀ, ਜਿਹੜਾ ਮਿਡ ਡੇ ਮੀਲ ਦਾ ਮੈਂ ਤੁਹਾਨੂੰ ਦੱਸਦਾ ਕਿ ਮਿਡ ਡੇ ਮੀਲ ਦਾ ਜਿਹੜਾ ਪਾਰਟ ਹੈ ਉਹ ਸਮਗਰਾਂ ਨਾਲ ਸੈਪਰੇਟ ਹੈ। ਮਿਡ ਡੇ ਮੀਲ ਦਾ ਜਿਹੜਾ ਹੈਗਾ ਤੁਹਾਨੂੰ ਉਹਦੇ ਵਾਸਤੇ ਸੈਪਰੇਟ ਇੰਸਟਰਕਸ਼ਨਸ ਆ ਜਾਣਗੀਆਂ, ਬਟ ਸਮਗਰਾਂ ਦੇ ਵਿੱਚ ਕੋਈ ਇਦਾਂ ਦੀ ਨਹੀਂ ਹੁੰਦੀ ਕਿ ਆਪਾਂ ਸਬਜ਼ੀਆਂ ਨੂੰ ਪੇਮੈਂਟ ਕਰਨੀ ਹੁੰਦੀ ਹੈ। ਸਮਗਰਾਂ ਦੇ ਵਿੱਚ ਤਾਂ ਆਪਾਂ ਸਾਰੀਆਂ ਅਕਾਊਂਟ ਪੇਮੈਂਟ ਕਰਨੀਆਂ ਹੁੰਦੀਆਂ ਨੇ। ਠੀਕ ਹੈ ਜੀ, ਠੀਕ ਹੈ ਸਰ। ਜਿਵੇਂ ਆਪਾਂ ਨੇ ਕੋਈ ਟੈਂਕੀ ਸਾਫ਼ ਕਰਾਈ ਜਾਂ ਹੋਰ ਕਰਾਈ ਜਾਂ ਕਲੀਨਿੰਗ ਕਰਾਉਣੀ ਹੁੰਦੀ ਆ, ਉਹ ਮੈਡਮ ਹਰੇਕ ਬੰਦੇ ਦਾ ਖਾਤਾ ਹੁੰਦਾ ਜੀ ਹਰੇਕ ਬੰਦੇ ਦਾ। ਆਪਾਂ ਬਿੱਲ ਬਣਾਉਂਦੇ ਆ, ਖਾਤੇ 'ਚ ਕਰਨੀ ਪਊਗੀ। ਬਿਲਕੁਲ ਜੀ, ਬਿਲਕੁਲ ਡੈਫੀਨਿਟਲੀ। ਹਾਲੇ ਤੱਕ ਜੀ ਇੰਸਟਰਕਸ਼ਨਸ ਹੈ, ਹਾਲੇ ਤੱਕ ਦੀ ਜਿਹੜੀਆਂ ਇੰਸਟਰਕਸ਼ਨਸ ਨੇ ਹਰੇਕ ਪੇਮੈਂਟ ਪੀਐਫਐਮਐਸ ਰਾਹੀਂ ਹੋਣੀ ਹੈ। ਪ੍ਰੋਪਰ ਬਿੱਲ ਬਣਿਆ ਹੋਏਗਾ, ਉਹਦਾ ਜਿਹੜਾ ਵੈਂਡਰ ਕ੍ਰੀਏਟ ਹੋਏਗਾ, ਵੈਂਡਰ ਕ੍ਰੀਏਟ ਕਰਕੇ ਉਹਦੇ ਨਾਂ ਤੇ ਪੇਮੈਂਟ ਨਿਕਲਣੀ ਹੈ। ਹਾਲੇ ਤੱਕ ਦੀ ਇੰਸਟਰਕਸ਼ਨ ਦੇ ਅਕੋਰਡਿੰਗ, ਚਾਹੇ ਮਿਡ ਡੇ ਮੀਲ ਆ ਜਾਂ ਸਮਗਰਾ ਵਾ, ਪਰ ਜਿਹੜੀ ਤੁਹਾਡੀ ਸਬਜ਼ੀਆਂ ਵਾਲੀ ਦੀ ਕੁਐਰੀ, ਮਿਡ ਡੇ ਮੀਲ ਦੀ ਕੁਐਰੀ ਹੈਗੀ ਹੈ, ਇਹ ਉੱਪਰ ਗਈ ਹੋਈ ਹੈ, ਹਾਈਲਾਈਟ ਹੋਈ ਹੋਈ ਹੈ। ਜੇ ਇਹਦੇ ਰਿਲੇਟਡ ਕੋਈ ਆਪਾਂ ਨੂੰ ਇੰਸਟਰਕਸ਼ਨ ਆ ਗਈਆਂ ਡੈਫੀਨਿਟਲੀ ਅਸੀਂ ਤੁਹਾਨੂੰ ਡਾਊਨਲੋਡ ਕਰ ਦਾਂਗੇ। ਸਰ ਇਸੇ ਤਰ੍ਹਾਂ ਪਾਥੀਆਂ ਲਈ ਵੀ ਹੈ ਜੀ ਮੈਡਮ। ਮਿਡ ਡੇ ਮੀਲ ਟੀਚਰ ਹੀ ਹੋਏਗਾ ਜੀ। ਕਿਹੜਾ ਜੀ? ਜਿਹੜਾ ਡਾਟਾ ਆਪਰੇਟਰ ਲੈਣਾ ਆਪਾਂ, ਉਹ ਸਕੂਲ ਦਾ ਹੀ ਇੱਕ ਟੀਚਰ ਹੋਏਗਾ ਜੀ। ਬਿਲਕੁਲ ਮੈਡਮ, ਬਿਲਕੁਲ ਜੀ, ਸਕੂਲ ਦਾ ਬੰਦਾ ਹੋਏਗਾ, ਕੋਈ ਬਾਹਰਲਾ ਬੰਦਾ ਨਹੀਂ ਹੋਏਗਾ। ਤੁਸੀਂ ਪੇਮੈਂਟ ਕਰਨੀ ਹੈ, ਸਿਕਿਉਰਿਟੀ ਤੁਸੀਂ ਦੇਖਣੀ ਹੈ ਇਸ ਚੀਜ਼ ਦੀ। ਮਤਲਬ ਆਪਾਂ ਸੀਨੀਅਰ ਟੀਚਰ ਨੂੰ ਲੈ ਸਕਦੇ ਹਾਂ, ਜਿਵੇਂ ਹੁਣ ਮੈਡਮ ਜਿਹੜਾ ਕੰਮ ਕਰਦਾ, ਮੈਡਮ ਜਿਹੜਾ ਕੰਮ ਕਰੇਗਾ ਜੀ ਉਹ ਬੰਦਾ ਹੋ ਸਕਦਾ। ਇਹ ਸਕੂਲ ਦੇ ਲੈਵਲ ਦਾ ਡਿਸੀਜਨ ਹੈ, ਇਹ ਬਲਾਕ ਲੈਵਲ ਦਾ ਡਿਸੀਜਨ ਨਹੀਂ ਹੈਗਾ, ਤੁਹਾਡਾ ਆਪਣਾ ਪਰਸਨਲ ਡਿਸੀਜਨ ਹੈ। ਸਰ ਸੇਮ ਪ੍ਰੋਬਲਮ ਪਾਥੀਆਂ ਲਈ ਵੀ ਹੈ ਮੈਡਮ। ਪਾਥੀਆਂ ਮੈਂ ਮਿਡ ਡੇ ਮੀਲ ਦਾ ਕਹਿ ਦਿੱਤਾ ਤੁਹਾਨੂੰ ਪਾਰਟ, ਕਿ ਜੇ ਮਿਡ ਡੇ ਮੀਲ ਦਾ ਪਾਰਟ ਆ ਉਹ ਉੱਪਰ ਕਲੀਅਰ ਹੋਏਗਾ, ਹਲੇ ਤੱਕ ਤੁਹਾਨੂੰ ਆ ਜਾਏਗਾ। ਕਿਉਂਕਿ ਦੇਖੋ ਜਿਹੜੀ ਇਹ ਟ੍ਰੇਨਿੰਗ ਹੈ, ਇਹ ਮੀਟਿੰਗ ਹੈ, ਇਹ ਸਾਰੇ ਪੰਜਾਬ ਦੇ ਵਿੱਚ ਸੇਮ ਇੰਸਟਰਕਸ਼ਨਸ ਡਾਊਨਲੋਡ ਹੋ ਰਹੀਆਂ ਨੇ ਕਿ ਪੇਮੈਂਟ ਜਿਹੜੀ ਹੈਗੀ ਹੈ ਆਪਣਾ ਪੀਐਫਐਮਐਸ ਰਾਹੀਂ ਵੈਂਡਰ ਦੇ ਨਾਂ ਦੇ ਉੱਤੇ ਹੀ ਕਰਨੀ ਹੈ। ਠੀਕ ਹੈ ਜੀ, ਕੋਈ ਇਹਦੇ ਵਿੱਚ ਕੈਸ਼ ਪੇਮੈਂਟ ਦੀ ਆਪਸ਼ਨ ਹੀ ਨਹੀਂ ਹੈਗੀ। ਮੈਂ ਤੁਹਾਨੂੰ ਕਿਵੇਂ ਦੱਸਦਾ ਕਿ ਤੁਸੀਂ ਉਦਾਂ ਕਰ ਲਓ। ਜਦੋਂ ਇੰਸਟਰਕਸ਼ਨ ਕੋਈ ਇਦਾਂ ਦੇ ਇਹਦੇ ਬਾਰੇ ਕੋਈ ਹਦਾਇਤ ਆ ਗਈ, ਅਸੀਂ ਤੁਹਾਨੂੰ ਨਾਲ ਦੀ ਨਾਲ ਕਲੀਅਰ ਕਰ ਦਾਂਗੇ। ਸਰ ਇੱਕ ਰਿਕੁਐਸਟ ਸੀਗੀ ਹਾਂਜੀ, ਕਿ ਜੇ ਬਲਾਕ ਵੱਲੋਂ ਹੀ ਨੈਟ ਬੈਂਕਿੰਗ ਦਾ ਕਹਿ ਦਿੱਤਾ ਜਾਵੇ ਕਿ ਨੈਟ ਬੈਂਕਿੰਗ ਸਾਰੇ ਸਕੂਲਾਂ ਦੀ ਮੈਡਮ ਦੇਖੋ ਜੀ, ਪਰਸਨਲੀ ਫਿਰ ਜਾ ਕੇ ਕਰਵਾਉਣਾ। ਨਹੀਂ ਬਲਾਕ ਵੱਲੋਂ ਨਹੀਂ ਹੋਣਾ ਜੀ ਇਹ ਪ੍ਰੋਸੈਸ।
ਇਹ ਪ੍ਰੋਸੈਸ ਹੋਏਗਾ ਸਕੂਲ ਵੱਲੋਂ ਹੀ, ਕਿਉਂਕਿ ਉੱਥੇ ਇੱਕ ਸਾਈਨਿੰਗ ਲੈਟਰ ਜਾਣਾ ਵਾ, ਠੀਕ ਹੈ, ਹਰੇਕ ਸਕੂਲ ਜੋ ਦੀ ਤਾਂ ਸਰ ਫਿਰ ਜਦੋਂ ਅਕਾਊਂਟ ਓਪਨ ਕਰਾਇਆ ਸੀਗਾ ਜਦ ਵੀ ਪਤਾ ਸੀਗਾ ਵੀ ਨੈਟ ਬੈਂਕਿੰਗ ਮੈਡਮ ਫਿਰ ਹੈਗੀ ਹੈ ਤਾਂ ਉਦੋਂ ਨਾਲ ਦੀ ਨਾਲ ਹੀ ਫਾਰਮ ਹੋਣਾ ਚਾਹੀਦਾ ਸੀ। ਮੈਡਮ ਇਹ ਤਾਂ ਪਹਿਲੇ ਦਾ ਪ੍ਰੋਸੈਸ ਚੱਲਦਾ ਰਿਹਾ, ਤਾਂ ਜਦੋਂ ਸਕੂਲ ਵਾਲਿਆਂ ਨੇ ਖਾਤੇ ਖੁਲਾਏ ਨਾ ਉਦੋਂ ਨਾਲ ਹੀ ਉਹਨਾਂ ਸਕੂਲ ਵਾਲਿਆਂ ਨੂੰ ਕਹਿ ਦਿੰਦੇ ਸੀ ਇਹ ਤਾਂ ਪਹਿਲੇ ਹੀ ਅਸੀਂ ਸਾਰਿਆਂ ਨੂੰ ਡਾਊਨਲੋਡ ਕਰਦੇ ਰਹਿੰਦੇ ਆ ਕਿ ਨੈਟ ਬੈਂਕਿੰਗ ਲੈ ਕੇ ਰੱਖੋ ਹਰੇਕ ਚੀਜ਼ ਦੀ, ਇਹਦੇ 'ਚ ਕੋਈ ਚੱਕਰ ਨਹੀਂ ਹੈਗਾ ਮੈਡਮ, ਹੁਣ ਲੈ ਲਓ। ਹੁਣ ਤੇ ਤੁਸੀਂ ਦੂਜੀ ਗੱਲ ਸਰ ਪਤਾ ਕੀ ਹੈ, ਦੂਜੀ ਗੱਲ ਇਹ ਹੈ ਸਰ ਕਿ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਨਾ PFMS ਵਾਲਾ, ਇਹਦੇ ਲਈ ਚਾਹੀਦਾ ਹੁੰਦਾ ਲੈਪਟਾਪ ਜਾਂ ਡੈਸਕਟਾਪ, ਤੇ ਅਸੀਂ ਮੋਬਾਈਲਸ ਦੇ ਵਿੱਚ ਥੋੜੀ ਕਰਾਂਗੇ, ਇਹ ਸਕੂਲ ਦੇ ਵਿੱਚ ਤਾਂ ਹੈ ਹੀ ਨਹੀਂ ਗੇ, ਨਾ ਕਿਸੇ ਕੋਲ ਲੈਪਟਾਪ ਆ ਨਾ ਕਿਸੇ ਕੋਲ ਡੈਸਕਟਾਪ ਆ। ਦੇਖੋ ਮੈਡਮ ਸਕੂਲ ਦੇ ਵਿੱਚ ਇਹ ਵੀ ਮਤਲਬ ਫੀਡਬੈਕ ਤੁਹਾਡੀ ਦੇਣੀ ਬਣਦੀ ਆ ਵੀ ਇਹ ਜੇ ਤੁਸੀਂ ਕੰਮ ਕਰਵਾ ਰਹੇ ਹੋ ਤਾਂ ਤੁਸੀਂ ਦਿਓ ਇਹਨਾਂ ਨੂੰ ਅੱਗੇ ਫੈਸਿਲਿਟੀਆਂ ਵੀ ਦਿਓ। ਮੈਡਮ ਇੱਕ ਚੀਜ਼ ਦੇਖੋ, ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਇੱਕ ਲੈਟਰ ਘੁੰਮਦੀ ਪਈ ਹੈ ਜਿੰਦੇ ਸਕੂਲਾਂ 'ਚ ਕੰਪਿਊਟਰ ਆ ਰਹੇ ਨੇ, ਠੀਕ ਹੈ ਜੀ, ਤੁਹਾਨੂੰ ਪਤਾ ਹੀ ਹੈ, ਮਤਲਬ ਕਿ ਇਹ ਕਿਤੇ ਨਾ ਕਿਤੇ ਸਾਈਡ ਬਾਈ ਸਾਈਡ ਚੱਲਦਾ ਪਿਆ ਪ੍ਰੋਸੈਸ। ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਇੱਥੇ ਕਹਿਤਾ ਕਿ ਸਾਰਿਆਂ ਸਕੂਲ ਨੂੰ ਲੈਪਟਾਪ ਜਾਂ ਕੰਪਿਊਟਰ ਮਿਲਣਗੇ। ਆਹੋ ਕੰਪਿਊਟਰ ਆਪਰੇਟਰ ਵੀ ਤਾਂ ਚਾਹੀਦੇ ਨੇ ਮੈਡਮ, ਇਹਦੇ ਟ੍ਰੇਨਿੰਗ ਕਾਦੀ ਦੇ ਰਹੇ ਮੈਡਮ ਤੁਹਾਨੂੰ ਹੁਣ ਅਸੀਂ, ਇਹਦੇ ਵਾਸਤੇ ਕੰਪਿਊਟਰ ਆਪਰੇਟਰ ਦਾ ਕੰਮ ਕੀ ਹੈ? ਚਲੋ ਵਧੀਆ ਗੱਲ ਹੈ ਸਰ, ਤੁਸੀਂ ਸਾਨੂੰ ਬਹੁਤ ਵਧੀਆ ਗਾਈਡ ਕੀਤਾ, ਬਟ ਜਿਹੜੀ ਵੀ ਫੀਡਬੈਕ ਤੁਹਾਨੂੰ ਮਿਲਦੀ ਹੈ ਨਹੀਂ ਮੈਂ ਮੈਡਮ ਉਹ ਐਗਰੀ ਕਰਦਾ, ਕੰਪਿਊਟਰ ਮੈਂ ਤੁਹਾਨੂੰ ਕਹਿੰਦਾ ਕੰਪਿਊਟਰ ਜਿਹੜੇ ਤੁਹਾਡੇ ਸਕੂਲ ਲੈਵਲ ਤੇ ਨਹੀਂ ਹੈਗੇ, ਇਹ ਸਰਕਾਰ ਨੂੰ ਵੀ ਪਤਾ ਵਾ ਕਿ ਪੰਜਾਬ ਦੇ ਵਿੱਚ ਜਿੰਨੇ ਸਕੂਲ ਨੇ ਸਾਰਿਆਂ ਸਕੂਲਾਂ ਨੇ ਇਹ ਕੰਮ ਕੰਪਿਊਟਰ ਤੇ ਹੀ ਕਰਨਾ ਵਾ, ਫੋਨ ਤੇ ਨਹੀਂ ਹੋ ਸਕਦਾ, ਸਾਨੂੰ ਵੀ ਪਤਾ ਵਾ। ਤੇ ਇਸ ਕਰਕੇ ਜੇ ਪ੍ਰੋਬਲਮ ਆਏਗੀ ਤੁਹਾਡੇ ਸਕੂਲਾਂ ਦੇ ਨਾਲ ਫॉर ਦਾ ਟਾਈਮਿੰਗ ਉਹ ਬਣੇ ਹੋਏ ਨੇ, ਨੋਡਲ ਸਕੂਲ ਬਣੇ ਹੋਏ ਨੇ, ਸੈਕੰਡਰੀ ਸਕੂਲ, ਅਪਰ ਪ੍ਰਾਇਮਰੀ ਸਕੂਲ ਬਣੇ ਹੋਏ ਨੋਡਲ, ਇਹ ਪੰਜਾਬ ਦਾ ਕੰਮ ਵੀ ਤੁਸੀਂ ਉੱਥੋਂ ਹੀ ਕਰ ਰਹੇ ਹੋ। ਤਾਂ ਮਤਲਬ ਕਿ ਤੁਹਾਨੂੰ ਮੈਨੂੰ ਲੱਗਦਾ ਨਹੀਂ ਹੈ ਕਿ ਉਹਦੇ ਵਿੱਚ ਦੇਖੋ ਹੋਰ ਫੈਸਿਲਿਟੇਟ ਕਰਨ ਲਈ ਹੋ ਸਕਦਾ ਕੱਲ ਨੂੰ ਕੰਪਿਊਟਰ ਆ ਜਾਣ, ਬਟ ਇਹ ਚੀਜ਼ ਮੇਰੇ ਵੱਲੋਂ ਤੁਸੀਂ ਰਿਟਰਨ ਨਾ ਮੰਨ ਕੇ ਚੱਲੀ ਹੋ ਜਾਂ ਮੇਰੇ ਵੱਲੋਂ ਨਾ ਮੰਨ ਕੇ ਕਿ ਸਰਕਾਰ ਦੇ ਰਹੀ ਹੈ ਤੁਹਾਨੂੰ ਕੰਪਿਊਟਰ, ਬਟ ਮੈਂ ਵੈਸੇ ਤੁਹਾਨੂੰ ਦੱਸ ਰਿਹਾ ਕਿ ਹੋ ਸਕਦਾ ਕਿ ਕੱਲ ਨੂੰ ਇਸ ਚੀਜ਼ ਦੇ ਉੱਤੇ ਅਸੀਂ ਫੀਡਬੈਕ ਦੇ ਚੁੱਕੇ ਹਾਂ ਆਲਰੇਡੀ ਕਿ ਸਕੂਲ ਲੈਵਲ ਤੇ ਕੰਮ ਕਰਨ ਲਈ ਦਿੱਕਤ ਆਏਗੀ, ਠੀਕ ਹੈ ਜੀ। ਹੋਰ ਦੱਸੋ। ਹਾਂਜੀ ਹਾਂਜੀ ਬੋਲੋ ਜੀ ਮਨਦੀਪ ਜੀ। ਹਾਂਜੀ ਸਰ ਕੰਪਿਊਟਰ ਵਾਲਾ ਦਾ ਮਸਲਾ ਹੱਲ ਹੋ ਗਿਆ, ਉਹ ਤਾਂ ਇਸ਼ੂ ਹੋ ਚੁੱਕੇ ਨੇ, ਅਗਲੇ 15 ਦਿਨਾਂ 'ਚ ਆ ਜਾਣੇ ਨੇ। ਅੱਛਾ ਜੀ, ਹਾਂਜੀ ਠੀਕ ਹੈ ਜੀ, ਸ਼ੁਕਰੀਆ ਜੀ। ਚਲੋ ਠੀਕ ਹੈ ਜੀ, ਮੈਨੂੰ ਲੱਗਦਾ ਕਿ ਹੋਰ ਮਤਲਬ ਕਿ ਜਿਹੜੀਆਂ ਸਾਰੀਆਂ ਦੀ ਕਾਮਨ ਕੁਐਰੀਜ਼ ਨੇ ਰਿਲੇਟਡ ਕੈਸ਼ ਪੇਮੈਂਟ ਦੇ, ਉਹ ਤਾਂ ਦੇਖੋ ਜੀ ਇਨਸਟਰਕਸ਼ਨ ਜਦੋਂ ਆਉਣਗੀਆਂ ਉਦੋਂ ਤੁਹਾਨੂੰ ਡਾਊਨਲੋਡ ਹੋ ਜਾਣਗੀਆਂ। ਹਾਲ ਦੀ ਘੜੀ ਤਾਂ ਪੇਮੈਂਟ PFMS ਰਾਹੀਂ ਬਿੱਲ ਦੇ ਵਿੱਚ ਰਾਹੀਂ ਤੇ ਪੱਕੇ ਅਕਾਊਂਟ ਨੰਬਰ ਦੇ ਉੱਤੇ ਹੀ ਹੋਣੀ ਹੈ। ਤੇ ਬਾਕੀ ਮੈਨੂੰ ਲੱਗਦਾ ਨਹੀਂ ਕੋਈ ਹੋਰ ਕੋਈ ਇਹਦੇ 'ਚ ਦਿੱਕਤ ਔਰ ਪਰੇਸ਼ਾਨੀ, ਕੋਈ ਜਦੋਂ ਕੰਮ ਕਰਨ ਦੀ ਦਿੱਕਤ ਆਏਗੀ ਅਸੀਂ ਬੈਠੇ ਹਾਂ ਤੁਹਾਨੂੰ ਹਮੇਸ਼ਾ ਇਹਦੇ ਵਿੱਚ ਗਾਈਡ ਕਰਨ ਦੇ ਲਈ। ਤੇ ਆਪਣਾ ਬਾਕੀ ਜੀ ਹੁਣ ਵਾਈਂਡ ਅਪ ਕਰਦੇ ਹਾਂ ਜੀ। ਤੇ ਬਾਕੀ ਤੁਹਾਨੂੰ ਇਹਦੇ ਵਿੱਚ ਹੁਣੀ ਗਰੁੱਪ ਦੇ ਵਿੱਚ ਸ਼ੇਅਰ ਹੋ ਰਹੀ ਹੈ, ਲਿੰਕ ਸ਼ੇਅਰ ਹੋ ਜਾਏਗਾ ਅਟੈਂਡੈਂਸ ਦਾ, ਤੇ ਇਹ ਜਿਹੜੀ ਮੀਟਿੰਗ ਹੋਈ ਹੈ ਇਹਦਾ ਵੀ ਲਿੰਕ, ਤੇ ਤੁਸੀਂ ਉਹਦੇ ਵਿੱਚ ਆਪਣਾ ਲਿੰਕ ਦੇਖ ਕੇ ਤਾਂ ਚਲੋ ਉਹਦੇ 'ਚ ਅਟੈਂਡੈਂਸ ਜ਼ਰੂਰ ਸਾਰਿਆਂ ਨੇ ਫੀਡ ਕਰਨੀ ਹੈ ਇਹਦੇ ਵਿੱਚ, ਕਿਉਂਕਿ ਇਹ ਸਟੇਟ ਨੂੰ ਜਾਣੀ ਹੈ ਅਟੈਂਡੈਂਸ ਸਾਰਿਆਂ ਦੀ, ਠੀਕ ਹੈ ਜੀ। ਸ਼ੁਕਰੀਆ ਜੀ ਸਾਰਿਆਂ ਦਾ, ਹੁਣ ਕਰਦੇ ਹਾਂ ਵਾਈਂਡ ਅਪ। ਓਕੇ ਥੈਂਕ ਯੂ ਸਰ। ਹਾਂ ਲਿੰਕ ਤੁਹਾਨੂੰ ਪੈ ਚੁੱਕਾ ਜੀ, ਚੈੱਕ ਕਰ ਲਓ ਗਰੁੱਪ ਦੇ ਵਿੱਚ, ਠੀਕ ਹੈ ਓਕੇ ਸ਼ੁਕਰੀਆ ਜੀ ਸਰ। ਹਾਏ, ਸਾਡੇ ਸਕੂਲਾਂ ਵਾਲੇ ਘਰ ਵਾਲੇ ਕਹਿੰਦਾ